ਕੁਝ ਹਫ਼ਤਿਆਂ ਦੇ ਵਿੱਚ ਉਹ ਬਹੁਤ ਵੱਧ ਜਾਂਦਾ ਨਾ ਔਰ ਉਹਦੇ ਵਿੱਚ ਮੈਗਟਸ ਪੈ ਜਾਂਦੇ, ਕੀੜੇ ਪੈ ਜਾਂਦੇ ਜੋ ਕਿ ਮੁਰਦਾ ਇਨਸਾਨ ਨੂੰ ਖਾਂਦੇ ਨੇ ਮਰਨ ਤੋਂ ਬਾਅਦ। ਇਸ ਤੋਂ ਨੀਚੇ ਮੈਨੂੰ ਕੁਝ ਨਹੀਂ ਪਤਾ ਲੱਗ ਰਿਹਾ, ਇਸ ਤੋਂ ਨੀਚੇ ਕੁਝ ਨਹੀਂ ਪਤਾ ਜੀ। ਕਿ ਇਸ ਤੋਂ ਮਗੀ ਤੁਹਾਡੀ ਗਰਦਨ ਤੋਂ ਥੱਲੇ ਤੁਹਾਨੂੰ ਸੈਂਸੇਸ਼ਨ ਨਹੀਂ, ਬਾਡੀ 'ਚ ਦੇ ਕੋਈ ਚੁੰਡੀ ਮਾਰੇ, ਕੋਈ ਕੁਝ ਪਕੜੇ, ਤੁਹਾਨੂੰ ਪਤਾ ਨਹੀਂ ਲੱਗਦਾ? ਨਹੀਂ ਸਰ ਜੀ, ਕੁਝ ਨਹੀਂ। ਸਾਨੂੰ 5 ਸਾਲ ਹੋ ਗਿਆ, ਕਰੰਟ ਲੱਗ ਗਿਆ ਸੀ। ਕਰੰਟ ਦੀ ਵਜ੍ਹਾ ਨਾਲ ਰੀੜ੍ਹ ਦੀ ਹੱਡੀ ਦੀ ਪ੍ਰੋਬਲਮ ਹੋ ਗਈ ਆ। ਇਹਨਾਂ ਨੂੰ 2 ਸਾਲ ਹੋ ਗਿਆ ਜੀ। ਅੱਛਾ ਜੀ। ਤੇ 1 ਮਹੀਨੇ ਜਿਹਦੇ ਆਪਰੇਸ਼ਨ 2 ਹੋ ਗਏ ਸੀ ਉੱਥੇ। ਜੀ। ਪਿੰਡ ਵਾਲਿਆਂ ਪੈਸਾ ਇਕੱਠਾ ਕਰਕੇ ਲਾਤਾ। ਉਹਦੇ ਬਾਅਦ ਚੌਥੇ ਪੰਜਵੇਂ ਮਹੀਨੇ ਦੇ ਬੈੱਡ ਸੋਲ ਬਣ ਲੱਗ ਪਏ ਜੀ। ਮੁੜ ਕੇ ਪਤਾ ਲੱਗਾ ਨੈਟ ਦਾ ਹੀ ਸਾਨੂੰ, ਫਿਰ ਇਹਨਾਂ ਜਾ ਕੇ ਲਿਆਂਦਾ। यहाँ पे जी 2 महीने हो गए। अब फ़र्क है यहाँ पे कुछ आकर? 5 बेड सोल थे जी, 2 बिल्कुल ठीक हो गए, 1 जरा सा रह रहा है, 2 हैं अभी, वो भी जल्दी ठीक हो जाएंगे। ਮੈਂ ਟੁੱਟ ਚੁੱਕੇ ਅੰਦਰੋਂ, ਪਰ ਨਹੀਂ ਮੈਨੂੰ ਇੱਥੇ ਆ ਕੇ ਪਤਾ ਲੱਗਾ ਨਹੀਂ ਮੈਂ ਸਭ ਕੁਝ ਕਰ ਸਕਦਾ ਜੀ। ਉਹ ਮੈਂ ਵੀ ਕਿਹਾ ਮੇਰੇ ਨਾਲ ਦੇ ਜਿੰਨੇ ਵੀ ਮੇਰੇ ਸਾਰਿਆਂ ਨੂੰ ਦੱਸਿਆ ਗਿਆ ਇੱਦਾਂ ਵੀ ਸਭ ਕੁਝ ਸਿਖਾਇਆ ਕਿੱਦਾਂ ਆਪਾਂ ਕਰਨੇ ਆਪਣਾ। ਜਿਸ ਕਮਰੇ ਦੇ ਵਿੱਚ ਪਿਆ ਸੀ 3.5 ਸਾਲ ਤੋਂ ਕਮਰੇ ਦੇ ਵਿੱਚ ਪਿਆ ਸੀ, ਮਲ ਮੂਤਰ 'ਚ ਲਿਬੜਿਆ ਹੋਇਆ ਪਿਆ ਸੀ, ਕੋਈ ਨਹੀਂ ਪੁੱਛ ਰਿਹਾ ਸੀ। ਮਾਲ ਨਿਊਟ੍ਰੀਸ਼ਨ ਇੰਨਾ ਜ਼ਿਆਦਾ ਸੀਗਾ। 5 ਬੈੱਡ ਸੋਰ ਸੀ ਬੜੇ, ਗ੍ਰੇਡ 3 और ग्रेड 4 ਦੇ। आपने काफ़ी सुना होगा कि सड़क से उठा के ज़िंदगी देते हैं, पर ये वो बंदे के मेरे को घर से उठा के ज़िंदगी दी। वो दीदी जो इन्होंने एक हमारे मलमूत्र साफ करे, इन्होंने क्यों करे? इनका क्या रिश्ता है हमसे? कोई रिश्ता नहीं है। ਤੇ ਫ੍ਰੀ ਦੇ ਚੱਕਰ 'ਚ ਕਿਤੇ ਇਦਾਂ ਤਾਂ ਨਹੀਂ ਵੀ ਖਿਆਲ ਨਾ ਰੱਖਿਆ ਜਾਂਦਾ ਹੋਵੇ ਜਾਂ ਟਾਈਮ ਦੀ ਤੁਹਾਡੀ ਮਲਮ ਪੱਟੀ ਨਾ ਹੁੰਦੀ ਹੋਵੇ? नहीं जी, ऐसा कुछ नहीं है भाई जी, ऐसा कुछ नहीं है। पूरी केयर की जाती है भाई जी, और बिल्कुल परिवार की तरह यहाँ पे रहते हैं सब लोग। ये सेंटा क्लॉज आपने बनाया है? ये तो मोटा बना दिया। उनका पेट और मोटू होता है। ਪੈਸੇ ਨੂੰ ਲੈ ਕੇ ਤੁਹਾਡੇ ਕੋਲ ਅਸੀਂ ਉਹ ਸਵਾਲ ਵੀ ਕਰਾਂਗੇ। ਮਨੁੱਖਤਾ ਦੀ ਸੇਵਾ ਰੱਬ ਦੀ ਸੇਵਾ, ਬਿਲਕੁਲ ਠੀਕ ਕਿਹਾ। ਪਰ ਅੱਜ ਕੱਲ੍ਹ ਦੁਨੀਆ ਕਹਿੰਦੀ ਹੈ ਵੀ ਕੁਝ ਲੋਕਾਂ ਨੇ ਸਮਾਜ ਸੇਵਾ ਨੂੰ ਧੰਦਾ ਬਣਾ ਲਿਆ ਤੇ ਇਲਜ਼ਾਮ ਇਹ ਵੀ ਲੱਗਦੇ ਨੇ ਕਿ ਸੇਵਾ ਦੇ ਨਾਂ 'ਤੇ ਮੇਵਾ ਵੀ ਖਾਇਆ ਜਾ ਰਿਹਾ ਹੈ। ਦ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਅੱਜ ਤੁਹਾਨੂੰ ਅਜਿਹੇ ਸੇਵਾਦਾਰਾਂ ਦੇ ਨਾਲ ਤੇ ਉਹਨਾਂ ਦੀ NGO ਦੇ ਨਾਲ ਰੂਬਰੂ ਕਰਵਾਵਾਂਗੇ ਤੇ ਕੁਝ ਪੀੜਤ ਲੋਕਾਂ ਦੇ ਨਾਲ ਵੀ ਤੁਹਾਨੂੰ ਰੂਬਰੂ ਕਰਵਾਵਾਂਗੇ। ਇਹ NGO ਜੋ ਦਾਅਵਾ ਕਰਦੀ ਹੈ ਕਿ ਪੂਰੇ ਦੇਸ਼ ਦੇ ਵਿੱਚ ਜਿਸ ਬਿਮਾਰੀ ਦੇ ਪੀੜਤ ਲੋਕਾਂ ਦੀ ਇਹ ਸੇਵਾ ਕਰ ਰਹੇ ਨੇ ਉਹ ਕੋਈ ਹੋਰ ਨਹੀਂ ਕਰਦਾ, ਯਾਨੀ ਰੀੜ੍ਹ ਦੀ ਹੱਡੀ ਦੇ ਨਾਲ ਜੁੜੀਆਂ ਬਿਮਾਰੀਆਂ, ਖਾਸ ਕਰ ਬੈੱਡ ਸੋਲ। ਤੁਹਾਨੂੰ ਵੀ ਲੈ ਕੇ ਚੱਲਦੇ ਹਾਂ ਤੇ ਮਿਲਵਾਉਂਦੇ ਹਾਂ ਉਹਨਾਂ ਮਰੀਜ਼ਾਂ ਦੇ ਨਾਲ ਵੀ ਤੇ NGO ਦੇ ਉਹ ਸੇਵਾਦਾਰਾਂ ਦੇ ਨਾਲ ਵੀ। ਤੇ ਅੱਜ ਕੱਲ੍ਹ ਜਿਹੜੇ ਸਵਾਲ ਉੱਠ ਰਹੇ ਨੇ ਉਹਨਾਂ ਸਵਾਲਾਂ ਬਾਰੇ ਵੀ ਇਹਨਾਂ ਕੋਲੋਂ ਜ਼ਰੂਰ ਜਾਣਾਂਗੇ। ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਭਾਈ ਦਾ ਨਾਮ ਹੈ ਸਵਰਨਜੀਤ ਸਿੰਘ, ਜੋ ਮੁੱਖ ਸੇਵਾਦਾਰ ਤੁਸੀਂ ਕਹਿ ਸਕਦੇ ਹੋ ਇਸ NGO ਦੇ ਮਨੁੱਖਤਾ ਦੀ ਸੇਵਾ ਰੱਬ ਦੀ ਸੇਵਾ ਦੇ ਮੁੱਖ ਸੇਵਾਦਾਰ ਨੇ। ਭਾਈ ਸਭ ਤੋਂ ਪਹਿਲਾਂ ਬਹੁਤ ਸਵਾਗਤ ਹੈ ਤੇ ਖਬਰਸਾਰ। ਬਹੁਤ ਮਿਹਰਬਾਨੀ ਜੀ। ਭਾਜੀ, ਸਰਵ ਹਿਊਮੈਨਿਟੀ ਸਰਵ ਗੋਡ ਜਾਂ ਫਿਰ ਮਨੁੱਖਤਾ ਦੀ ਸੇਵਾ ਰੱਬ ਦੀ ਸੇਵਾ, ਇਸ ਬਾਰੇ ਥੋੜ੍ਹਾ ਜਿਹਾ ਦਰਸ਼ਕਾਂ ਨੂੰ ਜ਼ਰੂਰ ਦੱਸੋ, ਕਿਉਂਕਿ ਜਿੱਥੇ ਤੱਕ ਤੁਹਾਡਾ ਦਾਅਵਾ ਹੈ ਕਿ ਜਿਸ ਬਿਮਾਰੀ ਦੇ ਪੀੜਤ ਲੋਕਾਂ ਦੀ ਤੁਸੀਂ ਸੇਵਾ ਕਰ ਰਹੇ ਹੋ ਉਸ ਨੂੰ ਪੂਰੇ ਦੇਸ਼ ਦੇ ਵਿੱਚ ਕੋਈ ਹੱਥ ਨਹੀਂ ਪਾਉਂਦਾ, ਬਿਮਾਰੀ ਕਿਹੜੀ ਹੈ? ਬਿਲਕੁਲ ਠੀਕ। ਸਪਾਈਨਲ ਕੋਰਡ ਇੰਜਰੀ, ਜਿਹਨੂੰ ਕਿ ਆਪਾਂ ਪਿੰਡਾਂ ਦੇ ਵਿੱਚ ਰੀੜ੍ਹ ਦੀ ਹੱਡੀ ਦੀ ਸੱਟ ਵੀ ਕਹਿ ਦਿੰਦੇ ਆ, ਇਸ ਚੀਜ਼ ਦੇ ਉੱਪਰ ਰਿਸਰਚ ਚੱਲ ਰਹੀ ਹੈ। ਇਹ ਲਾਇਲਾਜ ਹੈ ਫਿਲਹਾਲ ਜੋ ਮੈਡੀਕਲ ਸਟੇਟਸ ਆ ਇਹਦਾ। ਤੇ ਬਟ ਤੁਸੀਂ ਕਿਸੇ ਵੀ ਪ੍ਰਾਈਵੇਟ ਹਸਪੀਟਲ ਚੱਲ ਜਾਓ, ਕੋਈ ਗਵਰਨਮੈਂਟ ਹਸਪੀਟਲ ਚੱਲ ਜਾਓ, ਤੁਹਾਨੂੰ ਸਹੀ ਰਸਤਾ ਪਾਇਆ ਹੀ ਨਹੀਂ ਜਾਂਦਾ। ਪੇਸ਼ੈਂਟ ਦੇ ICU ਦੇ ਵਿੱਚ ਹੀ ਜੋ ਬੈੱਡ ਸੋਰ ਹੈ ਉਹ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਨੇ। ਉੱਥੋਂ ਲੈ ਕੇ ਫਿਰ ਉਹਦਾ ਘਰ ਆ ਜਾਂਦਾ, ਉਹ ਇਹਦੇ ਨਾਲ ਜੂਝਦਾ ਹੀ ਰਹਿੰਦਾ ਉਹ। ਔਰ ਅਲਟੀਮੇਟਲੀ 10 ਤੋਂ 8 ਪੇਸ਼ੈਂਟ, ਜੋ ਆਫੀਸ਼ੀਅਲ ਗਵਰਨਮੈਂਟ ਆਫ ਇੰਡੀਆ ਦਾ ਰਿਕਾਰਡਸ ਬੋਲਦੇ ਹੈ, 10 ਤੋਂ 8 ਪੇਸ਼ੈਂਟ ਸਿਰਫ ਬੈੱਡ ਸੋਰ ਨਾਲ ਜੂਝਦੇ ਹੀ ਮਰ ਜਾਂਦੇ ਨੇ।
ਭਾਈ ਬੈਟਸੂਲਸ ਜੇ ਅਸੀਂ ਦੇਖਾਂਗੇ ਵੀ ਪੇਸ਼ੈਂਟਸ ਨਾਲ ਵੀ ਮਿਲਾਂਗੇ, ਉਹਨਾਂ ਕੋਲੋਂ ਵੀ ਜਾਣਾਂਗੇ ਅਸੀਂ। ਬੁਰਾ ਨਾ ਤੁਹਾਨੂੰ ਜੇ ਤੁਸੀਂ ਮੰਨਿਓ, ਅਸੀਂ ਤੁਹਾਡੀ ਗੱਲ 'ਤੇ ਵਿਸ਼ਵਾਸ ਕਿਉਂ ਕਰੀਏ, ਅਸੀਂ ਪੇਸ਼ੈਂਟਸ ਕੋਲੋਂ ਹੀ ਪੁੱਛਾਂਗੇ। ਬਿਲਕੁਲ ਜੀ। ਤੇ ਬੈਟਸੂਲ ਹੁੰਦੇ ਕੀ ਨੇ, ਮਤਲਬ ਸਾਨੂੰ ਪਤਾ ਹੈ, ਦਰਸ਼ਕਾਂ ਨੂੰ ਥੋੜ੍ਹਾ ਜਿਹਾ ਦੱਸੋ ਬੈਟਸੂਲਸ ਕੀ ਹੁੰਦੇ ਨੇ। ਇਹ ਸਟਾਰਟਿੰਗ ਦੇ ਵਿੱਚ ਜਦ ਆਪਾਂ ਪ੍ਰੈਸ਼ਰ ਸੋਰ ਡਿਵੈਲਪ ਹੁੰਦੇ ਹੈ ਨਾ, ਲਾਲ ਜਿਹਾ ਇੱਕ ਧੱਬਾ ਬਣ ਜਾਂਦਾ ਹੈ। ਔਰ ਕਿਉਂਕਿ ਇਹਨਾਂ ਜੋ ਪੇਸ਼ੈਂਟ ਨੇ, ਸਪਾਈਨਲ ਕੋਰਡ ਪੇਸ਼ੈਂਟ ਨੇ, ਇਹਨਾਂ ਦੀ ਬੋਡੀ ਦੇ ਵਿੱਚ ਸੈਂਸੇਸ਼ਨ ਨਹੀਂ ਹੈਗੀ ਅਲੱਗ-ਅਲੱਗ ਲੈਵਲ ਦੇ ਅਕੋਰਡਿੰਗ। ਮਲ ਮੂਤਰ ਤੇ ਕੋਈ ਕੰਟਰੋਲ ਨਹੀਂ ਹੁੰਦਾ, ਉਹ ਇੱਕ ਜਗ੍ਹਾ ਪਏ ਰਹਿੰਦੇ ਆ। ਪ੍ਰੈਸ਼ਰ ਸੋਰ ਡਿਵੈਲਪ ਹੁੰਦਾ, ਫਿਰ ਉਹ ਅਲਟੀਮੇਟਲੀ ਬੈਡ ਸੋਰ ਡਿਵੈਲਪ ਹੁੰਦਾ, ਔਰ ਉਹ ਮਲਟੀਪਲਾਈ ਹੁੰਦਾ ਜਾਂਦਾ ਦਿਨਾਂ ਦਿਨ, ਕੁਝ ਹਫ਼ਤਿਆਂ ਦੇ ਵਿੱਚ ਉਹ ਬਹੁਤ ਵੱਧ ਜਾਂਦਾ ਨਾ। ਔਰ ਉਹਦੇ ਵਿੱਚ ਮੈਗਟਸ ਪੈ ਜਾਂਦੇ, ਕੀੜੇ ਪੈ ਜਾਂਦੇ, ਜੋ ਕਿ ਮੁਰਦਾ ਇਨਸਾਨ ਨੂੰ ਖਾਂਦੇ ਨੇ ਮਰਨ ਤੋਂ ਬਾਅਦ। ਇਹ ਕੀੜੇ ਪਏ ਮਰੀਜ਼ ਵੀ ਸਾਡੇ ਕੋਲ ਬਹੁਤ ਆਉਂਦੇ ਨੇ। ਇਸ ਤੇ ਠੀਕ ਹੋ ਕੇ ਗਏ ਨੇ? ਬਿਲਕੁਲ ਠੀਕ ਹੋ ਗਏ। ਸਾਡਾ ਜੋ ਸਕਸੈਸ ਰੇਟ ਹੈ ਉਹ 94% ਹੈ। ਅਸੀਂ ਪੇਸ਼ੈਂਟਸ ਨਾਲ ਸਾਨੂੰ ਮਿਲਵਾਓ। ਤੇ ਉਸ ਤੋਂ ਪਹਿਲਾਂ ਮੈਂ ਇੱਕ ਤੁਹਾਡੇ ਕੋਲ ਸਵਾਲ ਪੁੱਛਾਂਗਾ। ਤੁਹਾਨੂੰ ਪਤਾ ਹੈ ਭਾਜੀ, ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਬੜਾ ਚੱਲਿਆ ਹੋਇਆ ਹੈ ਕਿ ਕੁਝ ਸੋਸ਼ਲ ਵਰਕਰ ਜੋ ਨੇ, ਸਮਾਜ ਸੇਵੀ ਜੋ ਨੇ, ਸੋ ਕਾਲ ਵੀ ਉਹਨਾਂ ਦੇ ਸਵਾਲ ਵੀ ਉੱਠ ਰਹੇ ਨੇ ਪੈਸੇ ਨੂੰ ਲੈ ਕੇ। ਤੁਹਾਡੇ ਕੋਲ ਅਸੀਂ ਉਹ ਸਵਾਲ ਵੀ ਕਰਾਂਗੇ ਬਾਅਦ ਦੇ ਵਿੱਚ। ਸਾਨੂੰ ਖੁਸ਼ੀ ਹੋਏਗੀ ਆਪਣਾ ਵਿਊ ਪੁਆਇੰਟ ਰੱਖ ਕੇ ਕਿ ਕਿਵੇਂ ਇੱਕ ਐਕਚੁਅਲ ਇੱਕ ਸਿਸਟਮ ਦੇ ਵਿੱਚ ਰਹਿ ਕੇ ਤੁਸੀਂ ਕਿਵੇਂ NGO ਚਲਾਓ, ਅਸੀਂ ਜ਼ਰੂਰ ਦੱਸਾਂਗੇ। ਸਾਨੂੰ ਖੁਸ਼ੀ ਹੋਏਗੀ। ਬਿਲਕੁਲ। ਤੇ ਹੁਣ ਪਹਿਲਾਂ ਸਾਨੂੰ ਲੈ ਕੇ ਚਲੋ ਪੇਸ਼ੈਂਟਸ ਦੇ ਕੋਲ, ਤਾਂ ਜੋ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰ ਸਕੀਏ ਤੇ ਪੁੱਛੀਏ ਵੀ ਆਖਰ ਜਿਵੇਂ ਤੁਸੀਂ ਕਿਹਾ, ਤੁਹਾਡਾ ਦਾਅਵਾ ਹੈ ਕਿ ਵਾਕਈ ਉਹਨਾਂ ਨੇ ਕਿਤੇ ਹੋਰ ਵੀ ਟਰਾਈ ਕੀਤਾ ਸੀ ਪਹਿਲਾਂ ਜਾਂ ਫਿਰ ਨਹੀਂ। ਜ਼ਰੂਰ ਜੀ। ਇਹ ਪੇਸ਼ੈਂਟ ਨੇ ਕੋਟਕਪੂਰੇ ਤੋਂ ਨਾ, ਤੇ ਬਿਹਤਰ ਹੋਏਗਾ ਤੁਸੀਂ ਪੇਸ਼ੈਂਟ ਨਾਲ ਖੁਦ ਹੀ ਗੱਲ ਕਰ ਲਓ, ਜ਼ਿਆਦਾ ਬਿਹਤਰ। ਜੀ ਬਿਲਕੁਲ, ਪੇਸ਼ੈਂਟ ਨਾਲ ਗੱਲ ਕਰਾਂਗੇ। ਭਾਈ ਤੁਹਾਡਾ ਨਾਮ ਕੀ? ਸ਼ਾਮ ਸੁੰਦਰ। ਸ਼ਾਮ ਜੀ। ਸ਼ਾਮ ਜੀ, ਤੁਹਾਨੂੰ ਕਦੋਂ ਤੋਂ ਪ੍ਰੋਬਲਮ ਹੈ ਤੇ ਪ੍ਰੋਬਲਮ ਕੀ ਹੈ? ਸਰ ਮੈਨੂੰ 8 ਮਹੀਨੇ ਹੋ ਗਏ ਪ੍ਰੋਬਲਮ ਤੋਂ ਹੀ। ਮੈਂ C ਲੈਵਲ ਦਾ ਪੇਸ਼ੈਂਟ ਆਈ। ਮੈਨੂੰ ਪ੍ਰੋਬਲਮ, ਤੁਹਾਨੂੰ ਸਪਾਈਨਲ ਇੰਜਰੀ ਹੈ C ਲੈਵਲ ਦੀ? ਹਾਂਜੀ ਜੀ। ਇਸ ਤੋਂ ਨੀਚੇ ਮੈਨੂੰ ਕੁਝ ਨਹੀਂ ਪਤਾ ਲੱਗ ਰਹੀ। ਇਸ ਤੋਂ ਨੀਚੇ ਕੁਝ ਨਹੀਂ ਪਤਾ ਜੀ ਮੈਨੂੰ। ਕਿ ਇਸ ਤੋਂ ਮਗੀ ਤੁਹਾਡੀ ਗਰਦਨ ਤੋਂ ਥੱਲੇ ਤੁਹਾਨੂੰ ਸੈਂਸੇਸ਼ਨ ਨਹੀਂ, ਬਾਡੀ 'ਚ ਦੇ ਕੋਈ ਚੁੰਡੀ ਮਾਰੇ, ਕੋਈ ਕੁਝ ਪਕੜੇ, ਤੁਹਾਨੂੰ ਪਤਾ ਨਹੀਂ ਲੱਗਦਾ? ਨਹੀਂ ਸਰ ਜੀ, ਕੁਝ ਨਹੀਂ ਇਹ ਕਦੋਂ ਤੋਂ ਪ੍ਰੋਬਲਮ ਹੈ? ਇਹ ਸਰ ਜਦੋਂ ਤੋਂ ਐਕਸੀਡੈਂਟ ਹੋਇਆ ਸੀਗਾ ਜੀ, ਉਸ ਦਿਨ ਤੋਂ ਹੋ ਗਈ ਸੀਗੀ। ਤੇ ਉਸ ਤੋਂ ਬਾਅਦ ਫਿਰ ਬੈਟਸੂਲਸ ਵੀ ਤੁਹਾਨੂੰ ਹੋਏ? ਹਾਂਜੀ, ਉਦੋਂ ਹੀ ਬੈਡ ਸੋਰ ਹੋ ਗਏ ਸੀ ਸਰ, 10-15 ਦਿਨਾਂ ਬਾਅਦ ਜੀ। ਤੇ ਜਦੋਂ ਤੁਹਾਨੂੰ ਚੋਟ ਲੱਗੀ, ਤੁਸੀਂ ਹਸਪੀਟਲ ਵਗੈਰਾ ਕੋਟਕਪੂਰੇ 'ਚ ਜਾਂ ਫਿਰ ਕਿਤੇ ਹੋਰ ਬਠਿੰਡੇ 'ਚ ਜਾਂ ਚੰਡੀਗੜ੍ਹ ਦੇ ਵਿੱਚ ਜਾਂ ਜਲੰਧਰ ਕਿਤੇ ਤੁਸੀਂ ਟਰਾਈ ਕੀਤਾ? ਹਾਂਜੀ, ਗੁਰੂ ਗੋਬਿੰਦ ਸਿੰਘ ਮੈਡੀਕਲ ਕੀਤਾ ਸੀ ਫਰੀਦਕੋਟ ਹੀ, ਉਹਨਾਂ ਨੇ ਆਪਰੇਟ ਕੀਤਾ ਸੀਗਾ ਜੀ। ਪਹਿਲਾਂ ਵੀ ਮੇਰੀ ਸਰਜਰੀ ਹੋਈ ਹੈਗੀ ਜੀ। ਉਹਨਾਂ ਨੇ ਪਰ ਦੱਸਿਆ ਨਹੀਂ ਗਈ ਹਜੇ ਕਿਸ ਤਰ੍ਹਾਂ ਪੈਣਾ ਹੈਗਾ, ਕਿਸ ਤਰ੍ਹਾਂ ਨਹੀਂ ਜੀ। ਜਿਹੜੀ ਸਾਈਡ ਬੈਡ ਸੋਰ ਹੋਇਆ ਸੀਗਾ ਜੀ, ਉਸ ਸਾਈਡ ਹੀ ਉਹਨਾਂ ਨੇ ਬਲਕਿ ਦੱਸਿਆ ਨਹੀਂ, ਮੈਂ ਉਸ ਸਾਈਡ ਹੀ ਪੈਂਦਾ ਰਿਹਾ ਜੀ। ਉਹ ਬੈਡ ਸੋਰ ਵੱਧ ਗਿਆ ਜੀ। ਉਹਨਾਂ ਨੇ ਫਿਰ ਕੇਅਰ ਨਹੀਂ ਮੇਰੀ ਕੀਤੀ ਜੀ। ਉਹਨਾਂ ਨੇ ਕਹਿੰਦੇ ਇਹ ਬੈਡ ਸੋਰ ਵੱਧ ਗਏ, ਇੰਨਾ ਹੀ ਪਲਾਸਟਿਕ ਸਰਜਰੀ ਕਰਨੀ ਪੈਣੀ ਹੈ। ਮਤਲਬ ਪਲਾਸਟਿਕ ਸਰਜਰੀ ਬਾਰੇ ਤੁਹਾਨੂੰ ਕਹਿਤਾ, ਪਰ ਤੁਹਾਨੂੰ ਬੈਟਸੂਲਸ ਦੀ ਦੇਖਭਾਲ ਕਿਵੇਂ ਕਰਨੀ ਹੈ, ਠੀਕ ਕਿਵੇਂ ਕਰਨਾ, ਉਹ ਤੁਹਾਨੂੰ ਨਹੀਂ ਦੱਸਿਆ? ਹਾਂਜੀ, ਉਹ ਸਰ ਸਾਨੂੰ ਨਹੀਂ ਦੱਸਿਆ ਜੀ। ਅਸੀਂ ਫਿਰ ਤੁਹਾਨੂੰ ਇਸ ਸੰਸਥਾ ਬਾਰੇ ਕਿਵੇਂ ਪਤਾ ਲੱਗਿਆ? ਸਰ ਉਹ ਕੋਟਕਪੁਰੇ ਦੇ ਇੱਕ ਉਹ ਹੈਗੇ ਜੀ ਅੰਕਲ ਜੀ। ਹਾਂਜੀ, ਉਹਨਾਂ ਨੇ ਦੱਸਿਆ ਸੀਗਾ ਜੀ ਬਾਈ ਭਾਜੀ ਹੋਰੇ ਬਾਰੇ। ਉਹਨਾਂ ਨੇ ਗੱਲ ਕੀਤੀ, ਉਹਨਾਂ ਨੇ ਇੱਥੇ ਭੇਜਿਆ ਸੀਗਾ ਸਾਨੂੰ। ਤੁਹਾਡੇ ਨਾਲ ਇੱਥੇ ਹੋਰ ਕੌਣ ਆਇਆ ਫੈਮਿਲੀ ਦਾ? ਪਾਪਾ ਹੀ ਆਏ ਜੀ ਮੇਰੇ। ਅੱਛਾ, ਤੁਹਾਡੇ ਬੇਟੇ ਨੇ? ਹਾਂਜੀ, ਮੇਰੇ ਬੇਟਾ ਜੀ। ਅੱਛਾ, ਜਦੋਂ ਇਹ ਪ੍ਰੋਬਲਮ ਹੋਈ, ਕਿਉਂਕਿ ਇੱਕ ਦੇਖੋ ਇੱਕ ਪਿਤਾ ਨੂੰ ਬੇਟੇ ਦਾ ਬੜਾ ਸਹਾਰਾ ਹੁੰਦਾ ਹੈ ਵੀ ਜਦੋਂ ਜਵਾਨ ਹੋਏਗਾ ਬੇਟਾ, ਕਮਾਏਗਾ, ਜਾਂ 100 ਗੱਲਾਂ ਹੁੰਦੀਆਂ ਨੇ। ਜਦੋਂ ਸੱਟ ਲੱਗੀ ਉਦੋਂ ਤੁਹਾਡੇ ਦਿਲ 'ਤੇ ਕੀ ਬੀਤੀ? ਮਤਲਬ ਜਦੋਂ ਹਸਪਤਾਲ ਵੀ ਗਏ, ਬੈਟਸੂਲਸ ਦਾ ਫਿਰ ਇਲਾਜ ਨਹੀਂ ਹੋਇਆ? ਮੈਂ ਖੁਦ ਆਪ ਜੀ ਦਿਹਾੜੀ ਕਰਦਾ ਜੀ, ਦਿਹਾੜੀ ਤੇ ਗਿਆ ਸੀਗਾ ਜੀ। 3 ਮੰਜ਼ਲੀ ਤੋਂ ਮੈਂ ਗਿਰ ਗਿਆ ਸੀਗਾ ਜੀ, ਦੀਵਾਲੀ ਤੋਂ 2 ਦਿਨ ਪਹਿਲਾਂ। ਮੇਰੀ ਐਡੀ ਟੁੱਟ ਗਈ ਹੈ ਜੀ, ਐਡੀ ਹੋ ਗਿਆ ਸੀ। ਮੈਂ ਛੁੱਟੀ ਤੇ ਚੱਲ ਰਿਹਾ ਸੀ, ਜਦੋਂ ਇਸ ਵੇਲੇ ਦਾ ਮੈਨੂੰ ਪਤਾ ਲੱਗਾ ਮੇਰਾ ਬੇਟਾ ਗਿਰ ਗਿਆ, ਤਾਂ ਮੈਂ ਉਸ ਵਕਤ ਉਹ ਛੋਟੀ ਛੱਡ ਕੇ ਇਹਦੇ ਕੋਲੇ ਗਿਆ। ਇਹਨੂੰ ਵੇਖਿਆ ਤੇ ਇਹਦੇ ਪੈਰ 'ਤੇ ਥੋੜ੍ਹਾ ਜ਼ਖਮ ਸੀ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਠੀਕ ਹੋ ਜਾਏਗਾ ਬੇਟਾ। ਪਰ ਪਤਾ ਨਹੀਂ ਸੀ ਵੀ ਇਹਦੀ ਮੂਵਮੈਂਟ ਚਲੀ ਗਈ ਹੈ ਜੀ। ਉਹ ਡਾਕਟਰ ਸਾਹਿਬ ਨਾਲ ਬੈਠੇ ਗੱਲ ਕੀਤੀ, ਉਹ ਕਹਿੰਦੇ ਵੀ ਨਹੀਂ, ਤੁਸੀਂ ਇਹਨਾਂ ਨੂੰ ਚੰਡੀਗੜ੍ਹ ਲੈ ਜਾਓ, PGI 'ਚ ਥਾਂ ਦੱਸਿਆ ਜੀ। ਹੁਣ ਮੌਕੇ 'ਤੇ ਨਾ ਕੋਈ ਪੈਸਾ ਸੀ ਕਿਸੇ ਪਾਸੋਂ ਲਿਜਾਣ ਦਾ, ਇਹਨੂੰ ਜ਼ਰੀਆ ਨਹੀਂ ਸੀ। ਬ੍ਰਦਰ ਨੂੰ ਬੁਲਾਇਆ, ਗੱਡੀ ਕਿਸੇ ਦੀ ਮੰਗਾਈ, ਅਸੀਂ ਇਹਨੂੰ ਕੋਟਕਪੂਰੇ ਲੈ ਕੇ ਆਏ ਜੀ। ਉੱਥੇ ਮਾੜਾ ਮੋਟਾ ਕੋਈ ਟੈਸਟ ਵਗੈਰਾ ਕਰਾਇਆ, ਨਹੀਂ ਜੀ। ਫਰੀਦਕੋਟ ਮੈਡੀਕਲ 'ਚ ਲੈ ਗਏ ਜੀ। ਸ਼ਾਇਦ ਦੱਸ ਰਹੇ ਡਾਕਟਰ ਰਾਜ ਬਹਾਦਰ ਨੇ ਜੀ ਆਪਰੇਸ਼ਨ ਕੀਤਾ ਜੀ ਇਹਨਾਂ ਦਾ। ਅਤੇ ਸਰ ਗੱਲ ਇਹ ਸੀ ਵੀ ਆਪਰੇਸ਼ਨ ਹੋ ਗਿਆ ਜੀ। ਸਾਨੂੰ ਬੈਡ ਸੋਲ ਬਾਰੇ ਨਹੀਂ ਦੱਸਿਆ ਸੀਗਾ, ਸਾਨੂੰ ਸਿਰਫ ਇਹ ਦੱਸ ਰਹੇ ਸੀ ਵੀ 1 ਘੰਟੇ ਬਾਅਦ ਕਰੋਟ ਇੱਧਰ ਦਵਾਉਣੀ ਹੈ, 1 ਘੰਟੇ ਬਾਅਦ ਇੱਧਰ ਦਵਾਉਣੀ ਹੈ ਜੀ। ਅਸੀਂ ਹਾਂਜੀ। ਅਤੇ ਗਰਦਨ 'ਤੇ ਇਹਦੀ ਜ਼ਿਆਦਾ ਪ੍ਰੋਬਲਮ ਸੀਗੀ। ਆਪਰੇਸ਼ਨ ਗਰਦਨ ਤੋਂ ਇੱਥੇ ਤੱਕ ਹੈਗਾ ਜੀ ਇਹਦਾ। ਇਹਦੇ ਪਟਾ ਲੱਗਾ ਹੋਇਆ ਸੀਗਾ, 1.5-2 ਮਹੀਨੇ ਗਰਦਨ ਐ ਨਹੀਂ ਕਰਨੀ ਸੀ। ਤੋ ਉਹ ਥੋੜ੍ਹਾ ਜਿਹਾ ਜ਼ਖਮ ਹੋਇਆ ਜੀ। ਅਸੀਂ ਇਹਨੂੰ ਗਰਦਨ ਚੈੱਕ ਕਰਾਉਣ ਵਾਸਤੇ ਲੈ ਗਏ ਜੀ। ਪਲਾਸਟਿਕ ਸਰਜਰੀ ਵਾਲੇ ਦੀ ਪਰਚੀ ਕਟਵਾ ਕੇ ਅਸੀਂ ਵਿਖਾਇਆ। ਉਹ ਕਹਿੰਦੇ ਨਹੀਂ ਕੋਈ ਗੱਲ ਨਹੀਂ, ਠੀਕ ਹੋ ਜਾਏਗਾ, ਤੁਸੀਂ ਘਰ ਲੈ ਜਾਓ, ਪਾਊਡਰ ਲੈ ਜਾਓ ਬੀਟਾਡੀਨ ਨਾਲ, ਉਹ ਲਾਉਂਦੇ ਰਹੋ, ਠੀਕ ਹੋ ਜਾਏਗਾ।
ਉਹ ਜੀ ਵੱਧਦਾ ਗਿਆ ਫਿਰ ਦੁਬਾਰਾ ਜਦੋਂ ਚੈੱਕ ਕਰਾਉਣ ਗਏ ਮੈਂ ਫਿਰ ਗਿਆ ਜੀ, ਉਹ ਕਹਿੰਦੇ ਨਹੀਂ ਕੋਈ ਗੱਲ ਨਹੀਂ ਠੀਕ ਹੋ ਜਾਏਗਾ। ਉਹ ਜ਼ਿਆਦਾ ਗਲ ਗਿਆ ਜੀ, ਮੁਸ਼ਕ ਆਉਣ ਲੱਗ ਗਈ। ਫਿਰ ਪਰਚੀ ਕਟਾ ਕੇ ਦੁਬਾਰਾ ਫਿਰ ਜਦੋਂ ਉਹਨਾਂ ਨੇ ਕੱਟਿਆ ਉਹ ਐਡਾ ਸੁਰਾਖ ਹੋ ਗਿਆ ਜੀ। ਫਿਰ ਵੀ ਨੇ ਉਹਨਾਂ ਨੇ ਦੱਸਿਆ ਵੀ ਇਸ ਸਾਈਡ ਤੁਸੀਂ ਨਹੀਂ ਪਾਣਾ ਵੀ ਜ਼ਖਮ ਹੋ ਗਿਆ। ਤੋ ਸਾਨੂੰ ਪਤਾ ਨਹੀਂ ਸੀਗਾ ਜੀ, ਅਸੀਂ ਫਿਰ ਉਸ ਸਾਈਡ ਵੀ ਪਾਉਂਦੇ ਰਹੇ, ਉਸ ਸਾਈਡ ਵੀ ਪਾਉਂਦੇ ਰਹੇ ਵੀ ਅਸੀਂ ਦੂਸਰੀ ਸਾਈਡ ਬਚਾਉਂਦੇ ਰਹੇ। ਹੁਣ ਬੈਡ ਸੋਲਸ ਕਿੰਨੇ ਨੇ ਹੁਣ ਬੈਡ ਸੋਲ ਹੀ ਇਹਦੇ 4 ਹੈਗੇ ਜੀ ਇਸ ਟਾਈਮ। ਵੱਡੇ ਨਹੀਂ ਸਰਜਰੀ ਹੋ ਗਈ ਹੈ ਜੀ ਇੱਕ ਦੀ ਤਾਂ ਫਰੀਦਕੋਟ ਮੈਡੀਕਲ 'ਚ ਜੀ। ਭਾਜੀ ਜਿਵੇਂ ਅੰਕਲ ਜੀ ਨੇ ਵੀ ਦੱਸਿਆ ਵੀ ਡਾਕਟਰਸ ਜੋ ਨੇ ਉਹ ਦੱਸਦੇ ਨਹੀਂ ਮਤਲਬ ਕਿਵੇਂ ਤੁਸੀਂ ਪਾਣਾ ਹੈ। ਕਹਿੰਦੇ 1 ਘੰਟੇ ਬਾਅਦ ਪਲਟਾ ਰਾਈਟ ਸਾਈਡ ਨੂੰ ਕਰ ਦਿਓ, 1 ਘੰਟੇ ਬਾਅਦ ਲੈਫਟ ਸਾਈਡ ਨੂੰ ਕਰ ਦਿਓ। ਕਿ ਇਹ ਇਲਾਜ ਹੈ ਜਾਂ ਇਹਦਾ ਇਸ ਤਰ੍ਹਾਂ ਬੰਦਾ ਬੈਡ ਸੋਲਸ ਨੂੰ ਠੀਕ ਕਰ ਸਕਦਾ ਹੈ? ਇਸ ਤਰ੍ਹਾਂ ਤੁਸੀਂ ਬੈਡ ਸੋਰ ਨਾਲ ਬਚਾਅ ਕੀਤਾ ਜਾ ਸਕਦਾ। ਪ੍ਰੀਕਾਸ਼ਨ ਨੇ ਕਿ ਇਹ ਸਾਨੂੰ ਲਗਾਤਾਰ ਸਾਈਡ ਚੇਂਜ ਕਰਨੀ ਪਏਗੀ ਤਾਂ ਕਿ ਇੱਕੋ ਜਗ੍ਹਾ ਵੇਜ਼ ਦੇ ਉੱਪਰ ਪ੍ਰੈਸ਼ਰ ਨਾ ਆਏ ਔਰ ਇਹ ਬੈਡ ਸੋਰ ਵਧਣ ਨਾ। ਅੱਛਾ, ਇਹਨਾਂ ਬਾਰੇ ਤੁਸੀਂ ਸ਼ਾਮ ਜੀ ਬਾਰੇ ਥੋੜ੍ਹਾ ਜਿਹਾ ਦੱਸੋ ਇਹਨਾਂ ਦੇ, ਕਿਉਂਕਿ ਤੁਸੀਂ ਪੈਰ ਵੀ ਬੰਨੇ ਹੋਏ ਨੇ, ਪੈਰ ਕਿਉਂ ਬੰਨੇ ਨੇ ਤੇ ਸੈਂਸੇਸ਼ਨ ਇਹਨੇ ਬੋਲਿਆ ਨਹੀਂ ਹੈਗੀ ਕਿਤੇ ਵੀ। ਭਾਜੀ ਇਹ ਇੱਕ ਚਮਚਾ ਵੀ ਨਹੀਂ ਫੜ ਸਕਦਾ ਮੁੰਡਾ, ਇੱਕ ਚਮਚਾ ਨਹੀਂ ਫੜ ਸਕਦਾ, ਇੱਕ ਬ੍ਰਸ਼ ਨਹੀਂ ਫੜ ਸਕਦਾ। ਇਹਦਾ ਫਾਦਰ ਸਾਹਿਬ ਵੀ ਕਰਵਾਉਂਦੇ ਹੋਣਗੇ। ਮਲ ਮੂਤਰ ਦਾ ਕੋਈ ਕੰਟਰੋਲ ਨਹੀਂ ਹੋਏਗਾ। ਜਿਹੜੀ ਸਰਜਰੀ ਕੀਤੀ ਗਈ ਹੈ ਜੋ ਪਿੱਛੇ ਜੋ ਫਲੈਪਿੰਗ ਦੀ, ਉਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਇਹ ਸਟੂਲ ਕਲੈਕਟਿੰਗ ਬੈਗ ਹੈ। ਹੁਣ ਜੋ ਪਖਾਨਾ ਹੈ ਉਹ ਵੀ ਅਲੱਗ ਤੋਂ ਕੰਟਰੋਲ ਇਕੱਠਾ ਹੋ ਰਿਹਾ। ਮੁੜ ਕੇ ਹੁਣ ਇਹਦੀ ਵੀ ਸਰਜਰੀ ਕਰਾਓ। ਤੁਸੀਂ ਸਮਝ ਰਹੇ ਹੋ ਸ਼ਾਰਟਕਟਸ ਦੇ ਚੱਕਰ ਦੇ ਵਿੱਚ ਡਾਕਟਰ ਸਾਹਿਬ ਜੋ ਹੁੰਦੇ ਨਾ ਉਹ ਇਹ ਵੀ ਮਤਲਬ ਫਲਸ਼ ਦਾ ਰਸਤਾ ਬਦਲਤਾ, ਆਪਰੇਟ ਕੀਤਾ ਹੈ ਤੇ ਹੁਣ ਇੱਥੇ ਹੀ ਸਾਰਾ ਕੁਝ ਇਕੱਠਾ ਹੋ ਰਿਹਾ। ਹਾਂਜੀ ਬਿਲਕੁਲ ਬੈਗ ਲੱਗਿਆ ਹੋਇਆ ਉੱਪਰ। ਨਹੀਂ, ਇਸ ਦਾ ਰੀਜ਼ਨ ਕੀ ਹੈ? ਇਹ ਕਿਉਂ ਕਰਨਾ ਪਿਆ? ਪਿਛਲੇ ਪਾਸੇ ਕੋਈ ਉਸ ਜਗ੍ਹਾ ਦੇ ਨੇੜੇ ਤੇੜੇ ਕਿਤੇ ਬੈਡ ਸੋਲ ਹੈ? ਹਾਂਜੀ, ਜੋ ਜਿੱਥੋਂ ਸਾਡਾ ਸਟੂਲ ਪਾਸ ਹੁੰਦਾ ਹੈ ਨਾ, ਜੋ ਉੱਥੇ ਇਹਨਾਂ ਦਾ ਕਾਫੀ ਬੜਾ ਬੈਡ ਸੋਰ ਹੋਏਗਾ। ਔਰ ਜਦ ਮਲ ਨਿਕਲਦਾ ਹੈ ਨਾ, ਸਾਡਾ ਜੋ ਸਟੂਲ ਪਾਸ ਹੋਇਆ ਉਹ ਬੈਡ ਸੋਰ ਦੇ ਵਿੱਚ ਚਲ ਜਾਏਗਾ ਔਰ ਇਨਫੈਕਸ਼ਨ ਹੋ ਜਾਏਗਾ। ਉਸ ਨੂੰ ਬਚਾਉਣ ਲਈ ਉਹਨਾਂ ਨੇ ਜੋ ਸਟੂਲ ਪੈਸੇਜ ਸੀਗਾ ਉਹ ਬਾਹਰ ਕੱਢਤਾ ਹੈ। ਸੋ ਔਰ ਉੱਥੇ ਫਲੈਪਿੰਗ ਕਰਤੀ ਹੈ। ਸੋ ਇਹ ਲੌਂਗ ਟਰਮ ਦੇ ਵਿੱਚ ਕਾਮਯਾਬ ਨਹੀਂ ਹੋ ਪਾਉਂਦੀ। ਤੇ ਅੱਛਾ, ਪੈਰ ਵੀ ਤੁਸੀਂ ਬੰਨੇ ਹੋਏ ਨੇ? ਹਾਂਜੀ ਬਿਲਕੁਲ, ਇਹ ਇਹਨਾਂ ਦੀ ਫਿਜ਼ੀਓਥੈਰੇਪੀ ਸੈਸ਼ਨ ਚੱਲ ਰਹੇ ਨੇ ਔਰ ਇਹਨਾਂ ਦੀ ਜੋ ਨਸਾਂ ਨੇ ਉਹ ਕੰਟਰੈਕਟ ਹੋ ਕੇ ਇਕੱਠੀਆਂ ਲੱਤਾਂ ਹੋਣੀ ਸ਼ੁਰੂ ਹੋ ਜਾਂਦੀਆਂ। ਅਲਟੀਮੇਟਲੀ ਉਹ ਬਿਲਕੁਲ ਇਕੱਠੀਆਂ ਹੋ ਜਾਣਗੀਆਂ। ਇਹ ਜੋ ਸਰੀਰ ਜੋ ਸੈਂਸੇਸ਼ਨਲੈਸ ਹੈ ਇਹਨੂੰ ਜ਼ਿੰਦਾ ਵੀ ਰੱਖਣਾ ਹੈ। ਹਲੇ ਆਏ ਨੇ ਇਹਨਾਂ ਦੇ ਅੱਗੇ ਗਾਈਡੈਂਸ ਚੱਲਦੀ ਰਹੇਗੀ। ਮਤਲਬ ਸਿਰਫ ਬੈਡ ਸੋਲਸ ਹੀ ਨਹੀਂ, ਮਤਲਬ ਤੁਸੀਂ ਕਿਵੇਂ ਇਹਨਾਂ ਦੀ ਪੂਰੀ ਬਾਡੀ ਨੂੰ ਵੀ ਮੇਨਟੇਨ ਕਰਨਾ ਹੈ ਜਾਂ ਠੀਕ ਕਰਨਾ ਹੈ, ਉਹ ਵੀ ਤੁਸੀਂ ਇਹਨਾਂ ਨੂੰ ਕੋਸ਼ਿਸ਼ ਕਰ ਰਹੇ ਹੋ ਕਿ ਸਿਖਾਇਆ ਜਾ ਸਕੇ। ਹਾਂਜੀ, ਇਹ ਕਹਾਣੀ ਸਿਰਫ ਬੈਡ ਸੋਰ 'ਤੇ ਨਹੀਂ ਮੁੱਕਦੀ। ਬੈਡ ਸੋਰ ਦੁਬਾਰਾ ਕਿਵੇਂ ਨਾ ਹੋਣ ਦਿੱਤੇ ਜਾਣ, ਕਿਵੇਂ ਜ਼ਿੰਦਗੀ ਅੱਗੇ ਵਧਾਉਣੀ ਹੈ। ਇਹ ਜੋ ਪੇਸ਼ੈਂਟਸ ਆਉਂਦੇ ਹੈ ਕਈ ਸਾਲ ਮੈਂਟਲ ਡਿਪਰੈਸ਼ਨ ਦੇ ਵਿੱਚੋਂ ਆਉਂਦੇ ਨੇ ਕਿਉਂਕਿ ਇਹਨਾਂ ਕੋਲ ਸਿਰਫ 4 ਕੰਧਾਂ ਔਰ ਛੱਤ ਦੇਖਣ ਨੂੰ ਰਹਿ ਜਾਂਦੀ ਹੈ। ਉਹ ਆਸਿਫ ਬੈਠਾ 3.5 ਸਾਲ ਬਾਅਦ ਬਾਹਰ ਨਿਕਲਿਆ। ਸੋ ਇਹਨਾਂ ਦਾ ਮੈਂਟਲ ਕਾਉਂਸਲਿੰਗ ਵੀ ਹੁੰਦੀ ਹੈ, ਇਹਨਾਂ ਦੀ ਫਿਜ਼ੀਕਲ ਵੀ ਦੇਖਿਆ ਜਾਂਦਾ। ਬੈਡ ਸੋਰ ਦੀ ਟ੍ਰੀਟਮੈਂਟਸ ਹੁੰਦੀ ਹੈ ਔਰ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਇਹ ਟੋਟਲੀ ਮੁਫਤ ਹੁੰਦੀ ਹੈ, ਸੰਗਤ ਦੇ ਸਹਿਯੋਗ ਦੇ ਨਾਲ ਹੁੰਦੀ ਹੈ। ਇਹ ਤਾਂ ਚੀਜ਼ ਮੈਨੂੰ ਪਤਾ ਹੈ ਬਿਲਕੁਲ, ਕਿਉਂਕਿ ਜਿੱਥੇ ਤੁਸੀਂ ਲਿਖਿਆ ਹੈ ਮਨੁੱਖਤਾ ਦੀ ਸੇਵਾ ਰੱਬ ਦੀ ਸੇਵਾ, ਉਹ ਮੈਨੂੰ ਪਤਾ ਹੈ ਤੁਸੀਂ ਚਾਰਜ ਨਹੀਂ ਲੈਂਦੇ ਕਿਸੇ ਕੋਲੋਂ। ਬਾਕੀ ਸਰ ਕੋਲੋਂ ਵੀ ਪੁੱਛ ਲਾਂਗੇ ਕਿਉਂਕਿ ਪੁੱਛਣ 'ਚ ਚੰਗਾ ਰਹਿੰਦਾ ਹੈ। ਸਰ ਤੁਹਾਡਾ ਕੋਈ ਪੈਸਾ ਲੱਗਿਆ ਇੱਥੇ? ਨਹੀਂ ਜੀ, 1 ਰੁਪਿਆ ਨਹੀਂ ਲੱਗਾ ਜੀ। ਤੇ ਰੋਟੀ ਪਾਣੀ? ਰੋਟੀ ਪਾਣੀ ਵੀ ਭਾਜੀ ਦਾ ਹੀ, ਪੱਟੀ ਜੋ ਵੀ ਹੈ ਸਭ ਕੁਝ ਭਾਜੀ ਦਾ ਹੀ ਹੈ ਜੀ। ਇੱਥੇ ਇਹਨਾਂ ਨੇ ਇਹ ਸਭ ਕੁਝ, ਸੰਸਥਾ ਨੇ ਸਾਰਾ ਕੁਝ ਇੱਥੇ ਦਿੱਤਾ ਹੀ ਸਾਨੂੰ। ਉੱਥੇ ਤਾਂ ਅਸੀਂ ਬੜੇ ਪੈਸੇ ਪੱਟੇ ਜੀ, ਨਾ ਕੋਈ ਸਾਨੂੰ ਰਾਹ ਪਾਇਆ ਨਾ ਕੋਈ ਗੱਲ ਜੀ। ਕੱਚਲ ਖਰਾਬ ਸੀ, ਜੋ ਪੈਸਾ ਸੀ ਗੁੰਜੀ ਸੀ ਉਹ ਵੀ ਲੱਗ ਗਈ। ਇੱਥੇ ਸਾਡਾ 1 ਰੁਪਿਆ ਨਹੀਂ ਲੱਗ ਰਿਹਾ ਜੀ। ਕੋਈ 5 ਰੁਪਏ ਵੀ ਕਹਿ ਦਈਏ ਬਿਲਕੁਲ ਹੀ ਨਹੀਂ, ਜਮਾਂ ਹੀ। ਰੋਟੀ ਪਾਣੀ ਵੀ ਫਰੀ ਹੈ ਜੀ, ਪੱਟੀ ਪੁੱਟੀ ਜੋ ਕੁਝ ਵੀ ਚਾਹੀਦਾ। ਸਾਫ ਸਫਾਈ ਠੀਕ ਹੈ ਇੱਥੇ? ਬਿਲਕੁਲ ਜੀ, ਬਹੁਤ ਵਧੀਆ ਜੀ, ਬਹੁਤ ਸਫਾਈ ਦਾ ਪੂਰਾ ਮਾਹੌਲ ਹੈ, ਤੁਸੀਂ ਦੇਖ ਹੀ ਰਹੇ ਹੋ। ਬਹੁਤ ਵਧੀਆ ਜੀ ਸਾਰਾ ਕੁਝ। ਦੋਸਤੋ ਪੇਸ਼ੈਂਟਸ ਬਹੁਤ ਜ਼ਿਆਦਾ ਨੇ, ਸਾਰੇ ਨਾਲ ਮਿਲਵਾਵਾਂਗੇ। ਭਾਜੀ ਬੈਡ ਸੋਲ ਕੋਈ ਆਪਾਂ ਜੇ ਦੇਖ ਸਕਦੇ ਹਾਂ, ਜੇ ਕੋਈ ਇਹਨਾਂ ਨੂੰ ਪ੍ਰੋਬਲਮ ਨਾ ਹੋਵੇ ਜਾਂ ਕਿਸੇ ਭਾਜੀ ਨੂੰ ਪੁੱਛ ਲੈਂਦੇ ਹਾਂ। ਹਾਂਜੀ, ਦੋਸਤਾਂ ਨੂੰ ਕੋਸ਼ਿਸ਼ ਕਰਾਂਗੇ ਦਿਖਾਈਏ ਕਿ ਆਖਿਰ ਬੈਡ ਸੋਲਸ ਜਿਹੜੇ ਨੇ ਕਿਵੇਂ ਇੱਥੇ ਠੀਕ ਕੀਤੇ ਜਾਂਦੇ ਨੇ ਜਾਂ ਕਿਸ ਹਾਲਤ ਵਿੱਚ ਜੋ ਪੇਸ਼ੈਂਟਸ ਨੇ ਉਹ ਇਹਨਾਂ ਦੇ ਕੋਲ ਇੱਥੇ ਪਹੁੰਚਦੇ ਨੇ। ਬੜਾ ਔਖਾ ਹੁੰਦਾ। ਚਲੋ ਜਿਨ੍ਹਾਂ ਦਾ ਦਿਲ ਕਮਜ਼ੋਰ ਹੈ ਉਹ ਨਾ ਦੇਖਿਓ ਤਾਂ ਜ਼ਿਆਦਾ ਚੰਗਾ ਹੈ। ਇਹ ਕਿਹੜੇ ਗ੍ਰੇਡ ਦਾ ਭੈਣ ਜੀ? ये 3rd ग्रेड पे है। 3rd ग्रेड, ਕਾਫੀ ਡੀਪ ਹੋਏਗਾ ਜੀ। ਡਰੈਸਿੰਗ ਡੇਲੀ ਚੇਂਜ ਹੁੰਦੀ ਹੈ? 2 टाइम्स मॉर्निंग इवनिंग। ਅੱਛਾ, ਇੱਕ ਦਿਨ ਵਿੱਚ 2 ਵਾਰ? हाँ जी ਤੇ ਤੁਸੀਂ ਕਰਦੇ ਹੋ ਸਾਰਾ ਕੁਝ? हाँ जी ਇਹ ਤੁਹਾਡਾ ਨਾਮ ਦੀਪਿਕਾ ਜੀ? हाँ जी। ਇਹ ਦੀਪਿਕਾ ਜੀ ਨੇ ਡਰੈਸਿੰਗ ਜਿੰਨੀ ਵੀ ਇੱਥੇ ਪੇਸ਼ੈਂਟਸ ਨੇ ਸੇਵਾ ਜਿੰਨੀ ਵੀ ਡਰੈਸਿੰਗ ਦੀ ਹੈਗੀ ਹੈ ਸਾਰਾ ਕੁਝ ਇਹ ਕਰਦੇ ਨੇ ਤੇ ਬੜੇ ਹੌਸਲੇ ਵਾਲਾ ਕੰਮ ਹੈ। ਤੁਹਾਨੂੰ ਕਦੇ ਹੁੰਦਾ ਨਹੀਂ? ਤੁਸੀਂ ਕਦੋਂ ਤੋਂ ਭਾਜੀ ਉਹਨਾਂ ਦੇ ਨਾਲ ਇੱਥੇ ਆਏ ਹੋ NGO ਦੇ ਵਿੱਚ ਸੇਵਾ ਕਰਨ? जनवरी। ਇਸੇ ਜਨਵਰੀ ਨੂੰ? हाँ जी।
ਤੇ ਤੁਹਾਨੂੰ ਕਦੇ ਲੱਗਿਆ ਨਹੀਂ ਵੀ ਮੈਂ ਤੁਸੀਂ ਕੀਤਾ ਕੀ ਕੁਆਲੀਫਿਕੇਸ਼ਨ ਕੀ ਤੁਹਾਡੀ? BSc नर्सिंग। ਨਰਸਿੰਗ ਵੀ ਮੈਂ ਕਿਤੇ ਵਧੀਆ ਹਸਪੀਟਲ 'ਚ ਲੱਗਦੀ ਪ੍ਰਾਈਵੇਟ 'ਚ? नहीं ऐसा कभी कुछ। ਤੇ ਇੱਥੇ ਤੁਸੀਂ ਜਦੋਂ ਕਰਦੇ ਹੋ ਸੇਵਾ ਕਿਉਂਕਿ ਬੈਡ ਸੋਲਸ ਮਤਲਬ ਕਿ ਦੇਖਿਆ ਵੀ ਨਹੀਂ ਜਾਂਦਾ ਜੋ ਜ਼ਖਮ ਤੁਸੀਂ ਉਹ ਠੀਕ ਕਰਨ ਦੇ ਵਿੱਚ ਮਦਦ ਕਰਦੇ ਹੋ ਸੇਵਾ ਕਰਦੇ ਹੋ ਤਾਂ ਕਦੇ ਦਿਲ ਵਿੱਚ ਆਇਆ ਨਹੀਂ ਹੈ ਵੀ ਨਹੀਂ ਬਹੁਤ ਹੋ ਗਿਆ ਕੁਝ ਹੋਰ ਦੇਖ ਲੈਂਦੀ ਹੈ? नहीं ऐसा नहीं होता, जब क्लीन करना शुरू हो जाता है और जब ये कवर करता है तो अच्छा लगता है कि हाँ अब ठीक हो रहा है। ਚੰਗਾ ਲੱਗਦਾ ਵੀ ਮਿਹਨਤ ਰੰਗ ਲਿਆ ਰਹੀ ਹੈ ਤੇ ਮਰੀਜ਼ ਠੀਕ ਹੋ ਰਿਹਾ ਹੈ। ਖੁਸ਼ੀ ਦੇਖ ਕੇ ਤੁਹਾਨੂੰ ਵੀ ਬੜਾ ਸਕੂਨ ਮਿਲਦਾ ਹੋਣਾ। हाँ जी। ਅੱਛਾ ਇਹ ਭਾਜੀ ਬੈਡ ਸੋਲ ਜਿਹੜੇ ਨੇ ਕੋਈ ਜੇ ਡਰੈਸਿੰਗ ਹਟਾ ਕੇ ਦੇਖ ਸਕਦੇ ਹਾਂ ਕਿੰਨਾ ਕੁ ਜ਼ਖਮ ਹੈਗਾ ਹੈ? ਹਾਂਜੀ ਤੁਹਾਨੂੰ ਦਿਖਾਵਾਂਗੇ ਕਿ ਆਖਰ ਕਿੰਨਾ ਅੱਛਾ ਟੋਟਲ ਕਿੰਨੀ ਕਪੈਸਿਟੀ ਹੈਗੀ ਹੈ ਇੱਥੇ ਜਿੱਥੇ ਤੁਸੀਂ NGO ਚਲਾ ਰਹੇ ਹੋ ਇਹ ਜਗ੍ਹਾ ਤੁਹਾਡੀ ਤੁਸੀਂ ਮੁੱਲ ਲਈ ਹੈ ਕਿਵੇਂ ਹੈ? ਨਹੀਂ ਇਹ ਟੀਮ ਮੈਂਬਰ ਨੇ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਇਹ ਜੱਦੀ ਇਹ ਪ੍ਰੋਪਰਟੀ। ਕਾਂਗਰਸੀ ਲੀਡਰ ਤਾਂ ਨਹੀਂ ਕਿਤੇ? ਨਹੀਂ ਕਾਂਗਰਸ ਲੀਡਰ ਨਹੀਂ, ਇਹ ਨਵਜੋਤ ਸਿੰਘ ਸਿੱਧੂ ਸਾਡਾ 올ਡ ਚਾਈਲਡਹੁੱਡ ਫਰੈਂਡ ਹੈ ਤੇ ਉਹਨਾਂ ਦੀ ਇਹ ਜੱਦੀ ਪ੍ਰੋਪਰਟੀ ਹੈ ਤੇ ਉਹਨਾਂ ਦੇ ਦਾਦੇ ਜੀ ਚਾਹੁੰਦੇ ਸੀਗੇ ਇੱਥੇ ਸੇਵਾ ਦਾ ਕੰਮ ਹੋਵੇ ਤੇ ਜਿਵੇਂ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਤੇ ਸੇਵਾ ਸ਼ੁਰੂ ਹੋ ਗਈ। ਬਹੁਤ ਸੋਹਣਾ। ਦੇਖੋ ਅੱਜ ਕੱਲ੍ਹ ਭਰਾ ਦੇ ਨਾਲ ਲੜ ਪੈਂਦੇ ਨੇ ਮਾਰ ਵੀ ਦਿੰਦੇ ਨੇ ਕਈ ਅਜਿਹੇ ਮਾਮਲੇ ਸਾਹਮਣੇ ਆਏ ਨੇ। ਕਰੋਨਾ ਕਾਲ ਦੇ ਵਿੱਚ ਹੀ ਬਹੁਤ ਲੋਕਾਂ ਨੇ ਇੱਕ ਦੂਜੇ ਨੂੰ ਜ਼ਮੀਨ ਕਰਕੇ ਮਾਰਤਾ ਪਰਿਵਾਰ ਦੇ ਲੋਕਾਂ ਨੇ ਤੇ ਇਹ ਸਿਰਫ ਸੇਵਾ ਦੇ ਲਈ ਕਿਉਂਕਿ ਬਜ਼ੁਰਗਾਂ ਨੇ ਕਿਹਾ ਸੀ ਵੀ ਇਹ ਜਿਹੜੀ ਜ਼ਮੀਨ ਹੈਗੀ ਹੈ ਜਾਂ ਘਰ ਹੈਗਾ ਉਹ ਸੇਵਾ ਦੇ ਲੇਖੇ ਲੱਗੇ ਤਾਂ ਮੇਰੇ ਖਿਆਲ ਇਸ ਤੋਂ ਵੱਡੀ ਕੋਈ ਸੇਵਾ ਨਹੀਂ ਹੋ ਸਕਦੀ। ਤੇ ਨਵਜੋਤ ਭਾਜੀ ਹੁਣੀ ਵੀ ਇੱਥੇ ਆਉਂਦੇ ਨੇ? ਹਾਂਜੀ ਆਉਂਦੇ ਆ। ਉਹ ਥੋੜੀ ਜਿਹੀ ਇੰਜਰੀ ਹੋ ਰੱਖੀ ਉਹਨਾਂ ਦੀ ਉਹ ਜੋ ਨੀ ਲਿਗਾਮੈਂਟ ਉਹ ਰੈਪਚਰ ਹੋ ਰੱਖਿਆ ਤਾਂ ਉਹ ਆ ਨਹੀਂ ਪਾ ਰਹੇ ਅੱਜ ਕੱਲ੍ਹ। ਉਹਨਾਂ ਨੂੰ ਸੱਟ ਕਿਵੇਂ ਲੱਗੀ? ਬਸ ਥੋੜਾ ਮਿਸ ਹੈਪਨਿੰਗ ਹੋ ਗਈ ਘਰ ਦੇ ਵਿੱਚ। ਪਰਮਾਤਮਾ ਤੰਦਰੁਸਤੀ ਦੇਵੇ। ਤੇ ਕੈਮਰਾ ਪਰਸਨ ਨੂੰ ਕਹਾਂਗਾ ਇੱਕ ਵਾਰ ਤੁਸੀਂ ਦੇਖੋ ਜ਼ਰੂਰ ਭਾਈ ਥੋੜ੍ਹਾ ਜਿਹਾ ਇਸ ਬਾਰੇ ਦੱਸਿਓ ਵੀ ਜਦੋਂ ਆਏ ਸੀ ਇੰਨਾ ਹੀ ਸੀ ਜਾਂ ਕਿਵੇਂ? दीपिका बहन जी कितने % रिकवर हो चुके हैं? ये 10% रिकवर है। जब पहले आया था तो इसमें काफ़ी डेड सेल्स थे, अब सिर्फ लास्ट वाली लेयर पे हल्के रहते हैं। बाकी ये जो साइड वाली स्किन आई है ये रिकवरी है। ਤੁਹਾਨੂੰ ਕੁਝ ਪਤਾ ਨਹੀਂ ਲੱਗਦਾ ਦਰਦ ਵਗੈਰਾ ਕੁਝ? ਨਹੀਂ ਸਰ ਜੀ ਕੁਝ ਨਹੀਂ ਪਤਾ ਲੱਗਦਾ ਜੀ। ਨਹੀਂ ਜੀ। ਦੇਖੋ ਮਤਲਬ ਕੁਦਰਤ ਦੇਖੋ ਜ਼ਖਮ ਕਿੰਨਾ ਹੈ ਮੇਰੇ ਖਿਆਲ ਤੁਸੀਂ ਵੀ ਦੇਖਿਆ ਹੋਣਾ ਹੈ ਕਈਆਂ ਦਾ ਦਿਲ ਮੈਂ ਕਹਿੰਦਾ ਕਿ ਦਹਿਲ ਜਾਂਦਾ ਹੈ ਤੇ ਲੇਕਿਨ ਸ਼ਾਮ ਵੀਰ ਨੂੰ ਕੋਈ ਸੈਂਸੇਸ਼ਨ ਨਹੀਂ ਹੈ ਭਾਜੀ। ਹਰ ਕੇਸ ਵਿੱਚ ਇੱਦਾਂ ਹੁੰਦਾ ਸੈਂਸੇਸ਼ਨ ਚਲੀ ਜਾਂਦੀ ਹੈ ਜਾਂ ਕੁਝ ਕੇਸਿਸ ਵਿੱਚ ਇਹ ਹੁੰਦਾ? ਨਹੀਂ ਸੈਂਸੇਸ਼ਨ ਚਲੇ ਜਾਂਦੀ ਹੈ ਨਹੀਂ ਚੱਲਦਾ ਪਿੱਤਾ। ਤੁਸੀਂ ਜਸਪਾਲ ਪਿੱਛੇ ਬੈਠਾ ਹੈ ਇਹ ਸਰਦੀਆਂ ਦੇ ਵਿੱਚ ਅੱਗ ਸੇਕ ਰਿਹਾ ਸੀ ਠੰਡ ਲੱਗ ਰਹੀ ਸੀ ਔਰ ਇਹ ਅੱਗ ਦੇ ਨੇੜੇ ਬਿਠਾ ਦਿੱਤਾ ਗਿਆ ਸਾਰੀ ਲੱਤਾਂ ਜਲ ਗਈਆਂ ਇਹਨੂੰ ਕੋਈ ਵੀ ਸੈਂਸੇਸ਼ਨ ਨਹੀਂ ਸੀ। ਤੁਸੀਂ ਦੇਖ ਸਕਦੇ ਹੋ ਇਹ ਸਾਰੀ ਜਲੀਆਂ ਹੋਈ ਸੀ ਸਾਡੇ ਕੋਲ ਆਇਆ ਸੀ ਇਹਨੂੰ ਕੁਝ ਨਹੀਂ ਮਹਿਸੂਸ ਹੋਇਆ ਥੱਲੇ। ਸੋ ਇਸ ਤਰੀਕੇ ਨਾਲ ਹੋ ਜਾਂਦਾ ਇਹ ਬਹੁਤ ਜ਼ਿਆਦਾ ਪਰੇਸ਼ਾਨੀ ਹੈ। ਦਰਦ ਹੋਣਾ ਦਰਦ ਦੀ ਜੋ ਸੈਂਸੇਸ਼ਨ ਹੈ ਬਹੁਤ ਜ਼ਰੂਰੀ ਹੈ ਸਾਡੇ ਲਈ। ਤੁਸੀਂ ਦੇਖ ਸਕਦੇ ਹੋ ਵੀ ਜਲੀਆਂ ਹੋਈਆਂ ਲੱਤਾਂ ਨੇ ਤੇ ਭਾਜੀ ਕੋਲੋਂ ਵੀ ਪੁੱਛਾਂਗੇ ਕਿ ਇਹਨਾਂ ਨੂੰ ਕਦੋਂ ਤੋਂ ਪ੍ਰੋਬਲਮ ਹੈਗੀ ਹੈ। ਭਾਜੀ ਤੁਹਾਨੂੰ ਕਦੋਂ ਤੋਂ ਰੀੜ੍ਹ ਦੀ ਹੱਡੀ ਦੀ ਪ੍ਰੋਬਲਮ ਹੈ ਤੇ ਬੈਡ ਸੋਲਸ ਦੀ? ਸਾਨੂੰ 5 ਸਾਲ ਹੋ ਗਿਆ। ਕਰੰਟ ਲੱਗ ਗਿਆ ਸੀ, ਕਰੰਟ ਦੀ ਵਜ੍ਹਾ ਨਾਲ ਰੀੜ੍ਹ ਦੀ ਹੱਡੀ ਦੀ ਪ੍ਰੋਬਲਮ ਹੋ ਗਈ ਆ। ਤੁਹਾਡੀ ਲੱਤਾਂ ਜਲੀਆਂ ਹੋਈਆਂ ਨੇ ਕਦੋਂ ਜਲੀਆਂ ਤੇ ਤੁਹਾਨੂੰ ਪਤਾ ਨਹੀਂ ਲੱਗਿਆ? ਸਰਦੀਆਂ 'ਚ ਅੱਗ ਸੇਕ ਰਿਹਾ ਸੀ, ਲੱਤਾਂ ਜਲ ਗਈਆਂ, ਥੱਲਿਓਂ ਪਤਾ ਨਹੀਂ ਲੱਗਾ। ਨਹੀਂ ਲੱਤਾਂ ਜਲੀਆਂ ਤੁਹਾਨੂੰ ਦਰਦ ਮਹਿਸੂਸ ਨਹੀਂ ਹੋਈ ਵੀ ਜਲਦਾ ਪਿਆ ਕੁਝ? ਨਾ ਮਾਸਾ ਮਹਿਸੂਸ ਨਹੀਂ ਹੋਇਆ, ਕੁਛ ਮਹਿਸੂਸ ਨਹੀਂ ਹੋਇਆ ਵੀ ਕੀ ਹੋਣ ਡਿਆ ਕੀ ਨਹੀਂ ਹੋਣ ਡਿਆ। ਫਿਰ ਮੇਰੀ ਭਾਬੀ ਜੀ ਲਾਗੇ ਬੈਠੇ ਸੀ, ਉਹਨਾਂ ਦੱਸਿਆ ਵੀ ਤੇਰੇ ਲੱਤਾਂ ਨੂੰ ਸੇਕ ਲੱਗ ਗਿਆ, ਪਾਸੇ ਹੋ ਜਾ। ਫਿਰ ਛਾਲੇ ਬਣ ਗਏ ਆ, ਬਹੁਤ ਪਾਣੀ ਵਗਦਾ, ਬਹੁਤ ਬੁਰਾ ਹਾਲ ਸੀ। ਸਾਨੂੰ ਕੋਈ ਉਮੀਦ ਨਹੀਂ ਵੀ ਇਹ ਵਜਣਗੇ ਪੈਰ, ਵੀ ਪੈਰ ਲਵਾਉਣੇ ਹੀ ਪੈਣੇ ਆ। ਪਰ ਇੱਥੇ ਆਣ ਕੇ ਵੀ ਬਹੁਤ ਵਧੀਆ ਇਲਾਜ ਹੋਇਆ ਤੇ ਬਹੁਤ ਵਧੀਆ ਕੇਅਰ ਹੋਈ ਆ ਤੇ ਪ੍ਰਮਾਣ ਆ ਗਿਆ। ਤੁਸੀਂ ਆਪ ਦੇਖ ਸਕਦੇ ਹੋ ਮਤਲਬ ਕਿਸ ਲੈਵਲ ਤੱਕ ਤੁਸੀਂ ਮਾਤਾ ਜੀ ਹੋ। ਮਾਤਾ ਜੀ ਜਦੋਂ ਲੱਤਾਂ ਸੜੀਆਂ ਜਾਂ ਜਦੋਂ ਮਤਲਬ ਕਿ ਸਾਨੂੰ ਕੋਈ ਮੜੇ ਜੀ ਕੀੜੀ ਵੀ ਕੱਟੇ ਸਾਨੂੰ ਦਰਦ ਹੁੰਦੀ ਹੈ, ਜਦੋਂ ਲੱਤਾਂ ਜਲ ਗਈਆਂ ਤੁਸੀਂ ਉੱਥੇ ਨੇੜੇ ਸੀ ਕਿਤੇ? ਨਹੀਂ ਉਹ ਤਾਂ ਅਸੀਂ ਦੂਰ ਹਾਂ ਤੇ ਇਹਨਾਂ ਦੀ ਪਹਿਲਾਂ ਬਾਥਰੂਮ ਦਾ ਪੈਪ ਨਹੀਂ ਪੈਂਦਾ ਤੇ ਬਾਥਰੂਮ ਇਹਦਾ ਨਿਕਲਦਾ ਸੀ ਤੇ ਇਹਦੇ ਕੱਪੜੇ ਬਹੁਤ ਗਿੱਲੇ ਹੋ ਗਏ। ਪਤਾ ਤੇ ਇਹਨੂੰ ਇੱਥੋਂ ਕੁ ਤੱਕ ਲੱਗਦਾ, ਥੱਲੇ ਕੋਈ ਭਾਵੇਂ ਕਰਦਾ ਮਾਰੀ ਜੋ ਮਰਜ਼ੀ ਇਹਨੂੰ ਪਤਾ ਨਹੀਂ ਲੱਗਦਾ। ਇਹ ਮੈਨੂੰ ਕਹਿੰਦਾ ਵੀ ਮੰਮੀ ਤੂੰ ਧੂੰਆਂ ਲਾ ਦੇ ਤੇ ਪਹਿਲਾਂ ਮੈਂ ਜਰੀ ਕਿ ਇਹਨੂੰ ਵੀ ਆਖਿਆ ਨਹੀਂ ਲਾਉਣਾ। ਮੁੜ ਕੇ ਮੇਰੇ ਮਨ 'ਚ ਆਈ ਵੀ ਆਖ ਮੈਥੋਂ ਆਪ ਤੋਂ ਤਾਂ ਬਾਹਰ ਅੰਦਰ ਹੋਇਆ ਨਹੀਂ ਜਾਂਦਾ। ਇਹ ਵੀਲ ਚੇਅਰ 'ਤੇ ਬਹਿ ਗਿਆ ਬੈੱਡ ਤੋਂ ਤੇ ਇਹਨੂੰ ਬਾਹਰ ਲੈਂਦਾ। ਗਿੱਲੀ ਜਿਹੀ ਪਰਾਲੀ ਇਹ ਉੱਤੇ ਰੱਖ ਦਿੱਤੀ ਆ। ਮੁੜ ਕੇ ਪਾਥੀਆਂ ਥੋੜ੍ਹੀਆਂ ਜਿਹੀਆਂ ਰੱਖ ਦਿੱਤੀਆਂ, ਮੈਂ ਅੰਦਰ ਨੂੰ ਆ ਗਈ ਹਾਂ।
ਇਹਦੀ ਭਰਜਾਈ ਪਹਿਲੋਂ ਆਈ, ਉਹ ਵੀ ਬੈਠੀ ਰਹੀ, ਇਹਦੇ ਸਾਰੇ ਜਣੇ ਘਰ ਦੇ ਧੂੰਆਂ ਸੇਕਣ ਡਿਆ ਪਿਆ। ਉੱਤੇ ਉਹਨਾਂ ਹੋਰ ਅੱਗ ਬਾਲ ਦਿੱਤੀ, ਇਹਦੇ ਇਹ ਲਾਗੇ ਬੈਠਾ ਰਿਹਾ। ਇਹਦੇ ਲਾਗਿਆਂ ਨੂੰ ਇਹਨੂੰ ਪਤਾ ਨਹੀਂ ਵੀ ਇਹਨੂੰ ਪਤਾ ਨਹੀਂ ਨਾ ਚੱਲਦਾ, ਇਹਦੇ ਕਿੰਨੇ ਪੈਰਾਂ ਨੂੰ ਲੰਬ ਪੈ ਗਈ। ਤੇ ਮੁੜ ਕੇ ਇਹਨੂੰ ਅਸੀਂ, ਇਹਦੀ ਭਰਜਾਈ ਆਂਦੀ ਵੀ ਤੇਰੇ ਪੈਰਾਂ ਨੂੰ ਜਸਪਾਲ ਲੰਬ ਪੈ ਗਈ ਆ। ਇਹ ਕਹਿੰਦਾ ਨਹੀਂ ਤੈਨੂੰ ਉਤਰਾ ਜਾਪਦਾ, ਆਂਦੀ ਵਿੱਚੋਂ ਪਾਣੀ ਵਗਣ ਡਿਆ ਪਿਆ ਪੈਰਾਂ 'ਚ, ਲੱਤਾਂ 'ਚੋਂ। ਮੁੜ ਕੇ ਇਹਨੂੰ ਉੱਥੋਂ ਅਸੀਂ ਧੂਏ ਤੋਂ ਘਰ ਲਿਆਂਦਾ, ਥੋੜ੍ਹੀ ਜਿਹੀ ਛਾਂ ਅਸੀਂ ਘਰ ਤੋਂ ਧੂੰਆਂ ਲਾਇਆ ਤੇ ਲਿਆਂਦਾ। ਤੇ ਮੁੜ ਕੇ ਇਹ ਨਾ ਬੜਾ ਪੈਰਾਂ ਨੂੰ ਵੇਖ ਕੇ ਨਾ ਪੁੱਤ ਬੜਾ ਰੋਣ ਡਿਆ ਪਿਆ। ਮੰਮੀ ਮੁੜ ਕੇ ਪੁੱਤ ਰਹਿਣਾ ਰੋਣ ਡਿਆ ਵੀ ਆ। ਸਾਨੂੰ ਇਹ ਮਹਿਸੂਸ ਮੈਨੂੰ ਦਿਲ 'ਚ ਹੋਇਆ ਵੀ 2 ਆ ਬੇਟੇ, ਤੇ ਦੂਜੇ ਬੇਟੇ ਦਾ ਵੀ ਐਕਸੀਡੈਂਟ ਹੋਇਆ ਹੈ। ਮੁੜ ਕੇ ਸਾਡੇ ਕੋਲ ਪੈਸੇ ਧੇਲੇ ਨਹੀਂ ਹੈਗੇ। ਲੋਹੜੀ ਨੂੰ ਇਹਨੂੰ ਸੱਟ ਲੱਗੀ ਹੈ, ਲੋਹੜੀਆਂ 4 ਕੁ ਦਿਨ ਪਹਿਲਾਂ ਲੱਗੀ ਆ। ਮੁੜ ਕੇ ਇਹ ਵੀ ਮੁੜ ਕੇ ਵੀਲਚੇਅਰ ਤੇ ਰੋਂਦਾ ਰਿਹਾ, ਤੇ ਮੈਨੂੰ ਵੀ। ਤੇ ਮੁੜ ਕੇ ਸਾਰੇ ਲਾਗੇ ਕਿੰਨੇ ਕਾਫੀ ਇਕੱਠੇ ਕਹਿੰਦੇ ਹੁੰਦੇ ਵੀ ਉਹ ਤੁਸੀਂ ਲਾਗੇ ਸਾਰੇ ਜਣੇ ਰੋਣ ਡਏ ਵੀ ਜੋ ਕਰਦੇ ਵੀ ਉਹਦੇ ਮਨ 'ਚ ਜੋਨ ਹੋ ਗਿਆ ਵੀ ਠੀਕ ਹੋ ਗਿਆ ਵੀ ਪੈਰ ਕਿਹੜਾ ਰਮਾਨ ਹੋ ਜਾਣਾ। ਮੈਨੂੰ ਪੁੱਤ ਇਹ ਮਹਿਸੂਸ ਹੋਇਆ ਵੀ ਸਾਡੇ ਕੋਲ ਤੇ ਹੁਣ ਪੈਸਾ ਧੇਲਾ ਨਹੀਂ ਕੋਈ ਹੈਗਾ ਵੀ ਇਹਨਾਂ ਦਾ ਇਲਾਜ ਕਿਸ ਤਰ੍ਹਾਂ ਹੋਊਗਾ, ਕਿਸ ਤਰ੍ਹਾਂ ਅਸੀਂ ਕਰਾਵਾਂਗੇ ਇਲਾਜ, ਵੀ ਅਸੀਂ ਘਰ ਦੀ ਵਰਤੋਂ ਸੌਦੇ ਦੀ ਕਰਾਂਗੇ। ਤੇ ਇਹਦੀਆਂ ਪੱਟੀਆਂ ਪੁੱਟੀਆਂ ਵੀ ਬਹੁਤ ਅੱਗੇ ਅਸੀਂ ਜਦੋਂ ਇਹਨੂੰ ਸੱਟ ਲੱਗੀ ਵਰਤੀਆਂ ਕਰਾਈਆਂ, ਸਾਡੇ 10,000 ਦੀਆਂ ਪੱਟੀਆਂ ਲੱਗੀਆਂ ਸੀ। ਪੁੱਤ ਪਹਿਲੀ ਗੱਲ ਹੈ ਜਦੋਂ ਇਹਨੂੰ ਕਰੰਟ ਲੱਗਾ ਸੀ ਨਾ, ਮੇਰੇ ਦੇ ਚੱਕਰ ਪਹੁੰਚ ਜਾਂਦੇ। ਉਹ ਤੈਨੂੰ ਗੱਲ ਦਾ ਦੀ ਇਹਨੂੰ ਅਸੀਂ ਅੰਮ੍ਰਿਤਸਰ ਲੈ ਗਏ ਹਾਂ, ਗੁਰੂ ਨਾਨਕ ਹਸਪਤਾਲ। ਤੇ ਇੱਥੋਂ ਮੋਢਾ ਸਾਰਾ ਸੜ ਗਿਆ, ਇਹ ਲੱਤ ਵੀ ਸੜੀ। ਉੱਥੇ ਫ੍ਰੀ ਇਸ ਤਰ੍ਹਾਂ ਪੱਟੀਆਂ ਵਾਲਾ ਨਾ ਸੀ, ਜਿੱਥੇ ਆ ਦੀਪਕਾ ਪੁੱਤ ਜਿਸ ਤਰ੍ਹਾਂ ਪੱਟੀਆਂ ਕਰਦੀ ਇਸ ਤਰ੍ਹਾਂ ਫ੍ਰੀ ਡਾਕਟਰ ਸੀ। ਉਹ ਤੂੰ ਮੈਨੇ ਆਖਣਾ ਮਾਤਾ ਜਾ ਕੇ ਆਖ ਵੀ ਉਹ ਬਾਂਹ ਮੋਢੇ 'ਤੇ ਪੱਟੀ ਕਰੇ, ਲੱਤ 'ਤੇ ਕਰੇ। ਮੈਂ ਕਿੰਨੀ ਵਾਰ ਨਾ ਲੈਣ ਜਾਣਾ, ਉਹਨਾਂ ਅੱਗੋਂ ਆਉਣਾ ਨਾ, ਉਹਨਾਂ ਤੀਜੇ ਦਿਨ ਇਹਦੀ ਪੱਟੀ ਪੁੱਟੀ ਕਰ ਦੇਣੀ। ਫਿਰ 10 ਕੁ ਦਿਨ ਅਸੀਂ ਘਰ ਆ ਗਏ, ਫਿਰ ਅਸੀਂ ਪਿੰਡੋਂ ਡਾਕਟਰ ਮੰਗਾਉਣਾ। ਤੇ ਹੁਣ ਠੀਕ ਨੇ, ਹੁਣ ਤੁਹਾਡਾ ਬੇਟਾ ਠੀਕ ਹੈ? ਹੁਣ ਪੁੱਤ ਸਾਡਾ ਬੇਟਾ ਬੜਾ ਠੀਕ ਆ। ਸਾਨੂੰ ਤੇ ਉਮੀਦ ਨਹੀਂ ਵੀ ਅਸੀਂ ਹੁਣ ਕਿੱਧਰ ਨੂੰ ਜਾਣਾ ਹੈ। ਇਹਨਾਂ ਪੁੱਤ ਇੱਥੇ ਸਾਨੂੰ ਲੈ ਆਂਦਾ। ਤੁਹਾਨੂੰ ਤਰਨਤਾਰਨ ਤੋਂ ਲੈ ਕੇ ਵੀ ਆਪ ਆਏ ਨੇ? ਹਾਂ, ਤਰਨਤਾਰਨ ਤੋਂ ਲਾਗੇ ਭਾਈ ਲੱਦੂ ਗਾਂ ਪਿੰਡ ਆ, ਤਰਨਤਾਰਨ ਤੋਂ ਕਾਫੀ ਦੂਰ ਆ। ਫਿਰ ਸਾਨੂੰ ਘਰੋਂ ਨੇ ਲੈ ਕੇ ਜਾ ਕੇ ਆਏ ਆ। ਮੁੜ ਕੇ ਜਰੀ ਸਾਨੂੰ ਹਾਲੀ ਨਹੀਂ ਹੌਸਲਾ, ਜਦੋਂ ਸਾਨੂੰ ਇੱਥੇ ਲਏ, ਇੱਥੇ ਦੀ ਬੜੀ ਬਹੁਤ ਕੇਅਰ ਹੋਈ ਆ, ਪੈਰਾਂ ਦਾ ਕੋਈ ਹਾਲ ਨਹੀਂ। 7 ਮਹੀਨੇ 'ਚ ਹੁਣ ਫਰਕ ਪਿਆ ਮਾਤਾ ਜੀ? ਹੁਣ ਪੁੱਤ ਬਹੁਤ ਸਹੀ ਹੋ ਗਿਆ ਇਹਦਾ। ਤੇ ਪੁੱਤ ਮੈਂ ਬੋਲਦੀ ਹਾਂ ਫਿਰ ਮੇਰੇ ਦਿਮਾਗ 'ਚ ਇਹਦਾ ਤੇ ਹੱਡੀਆਂ ਦੇ ਰੂਪ ਸਾਈਆਂ ਉੱਡੀਆਂ ਹੁੰਦੀਆਂ। ਮੇਰਾ ਵੀ ਕੋਈ ਹਾਲ ਨਹੀਂ ਸੀ, ਹੁਣ ਸਾਡਾ ਸਰੀਰ ਵੀ ਠੀਕ ਹੋ ਗਿਆ। ਇਹਦਾ ਜਸਪਾਲ ਦਾ ਕੋਈ ਹਾਲ ਨਹੀਂ, ਹੁਣ ਸਿਹਤ ਵੀ ਬਹੁਤ ਵਧੀਆ ਬਣ ਗਈ ਹੈ। ਬੜੀ ਸਿਹਤ ਖਰਾਬ ਹੀ ਇਹਦੀ, ਜ਼ਖਮਾਂ ਦੀ ਵੀ ਖਰਾਬ ਹੀ, ਉਸ ਤਰ੍ਹਾਂ ਵੀ ਸਿਹਤ ਖਰਾਬ ਬੜੀ ਸਾਡੀ। ਤੁਸੀਂ ਵੀ ਹੌਸਲਾ ਰੱਖਣਾ ਮਾਤਾ ਜੀ, ਦੇਖੋ ਬਿਲਕੁਲ ਠੀਕ ਹੋ ਕੇ ਜਾਣਗੇ। ਮੇਰੀ ਦਵਾਈ ਬਹੁਤ ਮਹਿੰਗੀ ਆਉਂਦੀ ਆ, ਮੈਨੂੰ ਵੀ ਨਾਲ ਕੱਲੀ ਜਸਪਾਲ ਨੂੰ ਨਹੀਂ ਦਿੰਦੇ, ਮੈਨੂੰ ਵੀ ਨਾਲ ਦਵਾਈ ਦਿੰਦੇ। ਇਹਨਾਂ ਦੇ ਇੰਨਾ ਧੰਨਵਾਦ ਆ, ਇਹਨਾਂ ਮਾਪਿਆਂ ਨੂੰ ਸਾਨੂੰ ਬਚਾ ਦਿੱਤਾ। ਸਾਡੀ ਬਹੁਤ, ਮੇਰੀ ਕੱਲੀ ਜਸਪਾਲ ਦੀ ਨਹੀਂ, ਮੇਰੀ ਵੀ ਨਾਲ ਬਹੁਤ ਮੰਦੀ ਹਾਲਤ ਹੋਈ। ਉਹਦੀ ਤੇ ਮੈਂ ਤੁਰ ਨਹੀਂ ਹੈ ਸਕਦੀ ਪੁੱਤ, ਮੈਂ ਹੀ ਇਹ ਮੰਜੀ ਤੇ ਪਿਆ ਸੀ। ਮੇਰੀ ਵੀ ਤੂੰ ਆਖਣਾ ਪੁੱਤ ਜਾਨੀ ਵੀ ਮੰਮੀ ਮੰਜੀ ਤੇ ਬੈਠੀ। ਹਾਂ, ਮਾਵਾਂ ਨੂੰ ਦੁੱਖ ਹੁੰਦਾ ਹੈ। ਸੁਰਨ ਭਾਜੀ, ਇਹਨਾਂ ਨੂੰ ਬੈਡ ਸੋਲਸ ਕਿੰਨੇ ਨੇ? ਇਹਨਾਂ ਨੂੰ 2 ਬੈਡ ਸੋਰ ਨੇ। ਇਹਨਾਂ ਦਾ ਜੋ ਯੂਰਿਨ ਪੈਸੇਜ ਹੈ ਉਹ ਚੇਂਜ ਹੋ ਰੱਖਿਆ ਹੈ, ਉਹ ਬਿਲਕੁਲ ਐਨਸ ਦੇ ਕੋਲੋਂ ਪਾਇਆ ਹੋਇਆ ਹੈ। ਸੋ ਇੱਕ ਇਹਦਾ ਆਪਰੇਸ਼ਨ ਵੀ ਹੋਣਾ ਪੀਜੀਆਈ ਦੇ ਵਿੱਚ ਵੀ, ਉਹ ਵੀ ਸੇਵਾ ਸਾਰੀ ਫ੍ਰੀ ਆਫ ਕਾਸਟ ਦਿੱਤੀ ਜਾਂਦੀ ਹੈ। ਜੋ ਆਪਰੇਸ਼ਨ ਮਟੀਰੀਅਲ ਤੋਂ ਲੈ ਕੇ ਮੈਡੀਸਿਨ ਖਰਚਾ ਉਹ ਸਾਰਾ ਸੇਵਾ ਦੇ ਵਿੱਚ ਦਿੱਤਾ ਜਾਂਦਾ ਹੈ। ਐਂਬੂਲੈਂਸ ਸੇਵਾ ਨਾਲ ਦਿੱਤੀ ਜਾਂਦੀ ਹੈ। ਮਾਤਾ ਜੀ ਨੇ ਦੱਸਿਆ ਵੀ ਤੁਸੀਂ ਇਹਨਾਂ ਨੂੰ ਮੇਰੇ ਖਿਆਲ ਪਿੰਡ ਤੋਂ ਜਾ ਕੇ ਲੈ ਕੇ ਵੀ ਆਏ ਹੋ? ਹਾਂਜੀ, ਜਦ ਐਕਚੁਅਲੀ 60 to 70 ਕਿਲੋਮੀਟਰ ਤੱਕ ਅਸੀਂ ਐਂਬੂਲੈਂਸ ਸੇਵਾ ਦਿੰਦੇ ਹਾਂ, ਪਿਕ ਐਂਡ ਡ੍ਰੌਪ ਵੀ ਦਿੰਦੇ ਹਾਂ। ਪਰ ਜਦ ਚਾਹੇ 200 ਕਿਲੋਮੀਟਰ ਹੋਵੇ ਚਾਹੇ 400 ਹੋਵੇ, ਜਦ ਸਾਹਮਣੇ ਵਾਲੇ ਦੀ ਹਾਲਾਤ ਹੀ ਨਹੀਂ ਹੈ, ਫਿਰ ਅਸੀਂ ਉਸ ਕੇਸਿਸ 'ਚ ਲੈਣ ਔਰ ਛੱਡਣ ਵੀ ਚਲੇ ਜਾਂਦੇ ਹਾਂ। ਅਗਲੇ ਪਾਸੇ ਚੱਲੀਏ, ਅਗਲੇ ਬੈਡ ਕੋਲ ਅੱਗੇ ਚਲਦੇ ਹਾਂ। ਹਾਂਜੀ, ਭਾਜੀ ਦਾ ਨਾਮ ਪੁੱਛਦੇ ਹਾਂ। ਤੁਹਾਡਾ ਨਾਮ? श्री राम यादव। अच्छा, आप कहाँ से हैं यादव जी? मैं उत्तर प्रदेश गाजीपुर जिला, यहाँ से 1400 किलोमीटर दूर से आए हूँ। अच्छा यादव जी, आपको कब ये दिक्कत कब हुई, बेड सोल्स कब हुए, और क्या उत्तर प्रदेश में कोई इसका इलाज नहीं हुआ?
नहीं, इस रीढ़ का हड्डी का जो रीढ़ टूट गया था हड्डी, इसका ऑपरेशन हुआ था। इसके बाद वहाँ पे डॉक्टर बोले भाई अब जो हमारा काम था हम कर चुके हैं, अब अपना काम अपना स्वयं घर पे रहो। इसके बाद बेड शोर के बारे में नहीं बताए थे वो, और हम लोग वहाँ पे अपने घर पे इलाज कर रहे थे और बेड शोर का ध्यान नहीं दिया और बेड शोर बहुत ज़्यादा गड्ढा हो गया था। इसके बाद मैं वहाँ गया, बेंगलोर गया। बेंगलोर वहाँ पे गए तो वहाँ 1 हफ्ते रहे, वहाँ पे 30,000 रुपये लगा था 1 हफ्ते का, और बोले कि यहाँ पे भी बेड शोर का 4 लाख रुपए लगेगा, अगर है तो बताओ। तो नहीं, हमारे पास पैसे भी नहीं था, जो पैसे था ज़मीन बेच के इलाज मतलब ऑपरेशन करवाए थे। इसके बाद पैसे नहीं थे, वहाँ से फिर घर आ गए। घर आए यहाँ, इसके बाद फिर बनारस दिखाए। बनारस दिखाने के बाद फिर वहाँ भी 6 महीने दवा चला, मतलब जब तक गिरे हैं, जब तक बेहोश हुआ है, आज तक दवा नहीं छोड़े हैं। हाँ, अब बहुत ज़्यादा घर इतना बेकार हो गया है कि घर मिट्टी का घर है, और वहाँ जब बारिश होता है तो हम लोग 2 बच्चे हैं, मेरे 2 बेटी हैं और बीवी हैं, मैं हूँ। तो जब बारिश होता है तो हम लोग कच्चे मकान में रहते हैं, और जब बारिश होता है तो उस पर बेड पे हो जाते हैं और पानी मतलब गिरता है, टपकता है जी। तो इसके बारे में जो एनजीओ के बारे में आपको कैसे पता चला? ये फेसबुक के थ्रू चला जी। फेसबुक पे देखा कि यहाँ पे बहुत ऐसे ऐसे हो रहा है, तो मैं भैया से बात किया तो भैया बोले ठीक है चले आओ। तो लॉकडाउन लग गया, इसके वजह से मैं टिकट भी नहीं मिल रहा था। तो 3 महीने बात हुआ था भैया से। इसके बाद 3 महीने के बाद फिर मैं फ़ोन किया, मेरा ज़्यादा बेड शोर बहुत ज़्यादा हड्डी पकड़ रखा था, उसमें बहुत ज़्यादा फंस आने लगा था। तो जब वहाँ से बात हुआ तो बोले भैया कि ठीक है चले आओ। तो अपनी पत्नी को लिया और मैं टिकट कराया, भैंस बेच के टिकट कराया। जो भैंस दूध खाते थे ना उसको बेच के और यहाँ पे आए टिकट। ਭੈਣ ਜੀ ਇਹਨਾਂ ਨੂੰ ਕਿੰਨੇ ਬੈਡ ਸੋਲਸ ਹੈਗੇ ਨੇ? ज्योति जी ਇਹਨਾਂ ਨੂੰ ਕਿੰਨੇ ਬੈਡ ਸੋਲਸ ਹੈਗੇ ਨੇ? बैड सोल्स कितने हैं इनको? इनके 3 बेड सोल है, एक 4th ग्रेड पे है, बाकी 2 1st ग्रेड पे है। तो कितना टाइम हो चुका है इनको यहाँ पे? अभी इन्हें 5-6 डेज हुए हैं। अभी कम ही टाइम हुआ है। तो आपको कुछ फ़र्क महसूस हो रहा है? फ़र्क यहाँ महसूस हो रहा है, बहुत अच्छा यहाँ पे इलाज चल रहा है। और जो मेरा बेड शोर से पानी आ रहा था, वो बेड शोर में पानी नहीं आ रहा है, बिल्कुल सूखा है। हाँ, यहाँ पे बहुत अच्छा इलाज चल रहा है। ये नहीं है कि मतलब यहाँ पे बहुत छोटा भी संस्था है, लेकिन बहुत ज़्यादा चल रहा है। हम लोग सोच रहे हैं कि ये संस्था आगे बढ़े और हम लोगों को व्हीलचेयर अच्छी रहे। रिहैब का भी सेंटर खोला जाए, जैसे कि हम लोग अगर बेड शोर अच्छा कर लेते हैं, फिर हम लोग व्हीलचेयर पे अपना ज़िंदगी बिताएं, रिहैब ले लें। ये सब अगर हो जाए तो हम लोगों के लिए एक ज़िंदगी बहुत अच्छी है, हम लोगों को एक पंख मिल जाएगा। जी जी। ਭਾਜੀ ਕਹਿੰਦੇ ਵੀ ਹਸਪਤਾਲ ਵਾਲਿਆਂ ਨੇ ਮਨਾ ਕਰਤਾ, ਜਵਾਬ ਦਿੱਤਾ, ਫਿਰ ਜੇ ਹਸਪਤਾਲ ਨੇ ਮਨਾ ਕਰਤਾ ਫਿਰ ਤੁਸੀਂ ਇਲਾਜ ਕਿਵੇਂ ਕਰ ਰਹੇ ਹੋ? ਭਾਜੀ ਸਾਡੇ ਕੋਲ ਗ੍ਰੇਡ 4 ਔਰ ਗ੍ਰੇਡ 4 ਤੋਂ ਵੀ ਕ੍ਰਾਸ ਕੀਤੇ ਹੋਏ ਪੇਸ਼ੈਂਟਸ ਆਉਂਦੇ ਨੇ। ਇਹਨਾਂ ਨੂੰ ਪੀਜੀਆਈ ਜਾਂ 32 ਸੈਕਟਰ ਵਾਲੇ ਤੱਕ ਜਵਾਬ ਦੇ ਦਿੰਦੇ ਹਸਪੀਟਲਸ ਵਾਲੇ, ਗਵਰਨਮੈਂਟ ਹਸਪੀਟਲ। ਕਿਉਂ ਦੇ ਦਿੰਦੇ? ਕਿਉਂਕਿ ਜਦ ਪੇਸ਼ੈਂਟ ਪੂਰਾ ਖਤਮ ਹੋ ਜਾਂਦਾ ਫਿਰ ਇਹ ਹਸਪੀਟਲ ਪਹੁੰਚ ਜਾਂਦੇ ਆ। ਬਟ ਅਸੀਂ ਸੇਵਾ ਰੂਪ ਦੇ ਵਿੱਚ ਜਵਾਬ ਨਹੀਂ ਦਿੰਦੇ ਜੀ, ਬਿਲਕੁਲ ਐਂਡ ਸਮਾਂ ਜੋ ਆਰਾਮ ਨਾਲ ਕਟਾਇਆ ਜਾ ਸਕਦਾ ਸੀ ਉਹ ਵੀ ਨਾਲ ਕਟਾਉਂਦੇ ਆ। ਬਟ ਇਹ ਉਸ ਕੰਡੀਸ਼ਨ ਦੇ ਵਿੱਚ ਨਹੀਂ, ਇਹ ਤਾਂ ਠੀਕ ਹੋ ਜਾਣਗੇ। ਠੀਕ ਹੋ ਜਾਣਗੇ, ਹਾਂਜੀ, ਤੰਦਰੁਸਤ ਹੋ ਕੇ ਘਰ ਜਾਣਗੇ। ਬਿਲਕੁਲ ਜੀ, 100%। ਅੱਗੇ ਚੱਲੀਏ। ਭਾਜੀ ਤੁਸੀਂ ਕਿੱਥੋਂ? ਮੁਕਤਸਰ ਸਾਹਿਬ ਤੋਂ। ਸ਼੍ਰੀ ਮੁਕਤਸਰ ਸਾਹਿਬ ਤੋਂ। ਹਾਂਜੀ ਤੇ ਬਾਬਾ ਜੀ ਤੁਹਾਡੇ ਬੇਟੇ ਨੇ ਇਹ? ਹਾਂਜੀ ਬੇਟੇ ਨੇ। ਬਾਬਾ ਜੀ ਦੇ ਨੇੜੇ ਜਾ ਕੇ ਗੱਲ ਕਰੀਏ। ਕੈਮਰਾ ਪਰਸਨ ਨੂੰ ਕਹਾਂਗਾ ਇੱਥੇ ਨੂੰ ਆ ਮਾੜਾ ਜਿਹਾ। ਬਾਬਾ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬਾਬਾ ਜੀ ਕਦੋਂ ਪ੍ਰੋਬਲਮ ਆਈ ਤੁਹਾਡੇ ਬੇਟੇ ਨੂੰ? ਕਦੋਂ ਤੋਂ ਦਿੱਕਤ ਹੈ? ਇਹਨਾਂ ਨੂੰ 1.5 ਸਾਲ ਹੋ ਗਿਆ ਜੀ। ਅੱਛਾ ਜੀ। ਤੇ 1 ਮਹੀਨੇ ਜਿਹਦੇ ਆਪਰੇਸ਼ਨ 2 ਹੋ ਗਏ ਸੀ ਉੱਥੇ। ਜੀ। ਪਿੰਡ ਵਾਲਿਆਂ ਪੈਸਾ ਇਕੱਠਾ ਕੁੱਠਾ ਕਰਕੇ ਲਾਤਾ। ਉਦੋਂ ਬਾਅਦ ਚੌਥੇ 5ਵੇਂ ਮਹੀਨੇ ਦੇ ਬੈੱਡ ਸੋਲ ਬਣ ਲੱਗ ਪਏ ਜੀ। ਮੁੜ ਕੇ ਪਤਾ ਲੱਗਾ ਨੈਟ ਰਾਹੀਂ ਸਾਨੂੰ, ਫਿਰ ਇਹਨਾਂ ਜਾ ਕੇ ਲਿਆਂਦਾ। ਜੀ। ਬਹੁਤ ਜ਼ਿਆਦਾ ਹੋ ਗਏ। ਫਿਰ ਇੱਥੇ ਆਣ ਕੇ ਬਚਿਆ, ਬਾਕੀ ਡਾਕਟਰ ਤਾਂ ਕੋਈ ਹੱਥ ਨਹੀਂ ਲਾਉਂਦਾ। ਉਦੋਂ ਲੱਤ ਵੜਦੇ ਸੀ ਇੱਥੋਂ। ਤੇ ਬਜ਼ੁਰਗੋਂ ਤੁਸੀਂ ਨਾਲ ਹੀ ਆਏ ਹੋ ਫਿਰ ਜਦੋਂ ਤੇ ਤੁਹਾਡਾ ਬੇਟਾ ਆਇਆ? ਨਾਲ ਹੀ ਨਾਲ ਆਇਆ। ਹਾਂਜੀ, ਇਕੱਠੇ ਆਏ ਹਾਂ। ਤੁਹਾਡੀ ਕਿੰਨੀ ਕੁ ਉਮਰ ਹੈ? ਮੇਰੀ 65-66 ਸਾਲ ਹੈਗੀ। ਭਾਜੀ ਗੋਡੇ ਦੇ ਬੈਡ ਸੋਲ ਜਿਹੜਾ ਇਹਨਾਂ ਨੂੰ ਹੋਇਆ ਇਹ, ਤੇ ਇਹ ਪਹਿਲਾ ਹੀ ਕੇਸ ਹੈਗਾ? ਇਦਾਂ ਦੇ ਪਹਿਲਾਂ ਵੀ ਨੀ ਤੇ ਜਿਹੜੇ ਹੋਏ ਆ ਪਹਿਲਾਂ ਵੀ ਆਏ ਨੇ? ਜਦ ਇਹ ਸਾਈਡ ਲੈ ਕੇ ਇਕੱਠੇ ਪੈਂਦੇ ਆ ਤੇ ਇਹ ਆਪਸ ਦੇ ਵਿੱਚ ਰੱਬ ਕਰਦੇ ਆ ਦੋਨੋਂ ਨੀਜ਼, ਔਰ ਇਹ ਬੈਡ ਸੋਲ ਹੋ ਜਾਂਦਾ ਹੁੰਦਾ ਨੀਜ਼ ਦੇ ਵਿੱਚ। ਇਹ ਵਲਨਰੇਬਲ ਜਗ੍ਹਾ ਇੱਕ। ਮੈਂ ਬਾਬਾ ਜੀ ਬਾਰੇ ਇੱਕ ਐਡ ਕਰੂੰਗਾ ਗੱਲ। ਬਾਬਾ ਜੀ ਸਿਰਫ ਆਪਣੇ ਮੁੰਡੇ ਦਾ ਨਹੀਂ, ਇੱਥੇ 2-3 ਬੰਦਿਆਂ ਦੀ ਹੋਰਾਂ ਦੀ ਵੀ ਬਹੁਤ ਸੇਵਾ ਕਰਦੇ ਆ। ਕੀ ਬਾਤ ਹੈ, ਬਹੁਤ ਵਧੀਆ ਬਾਬਾ ਜੀ। ਉਹ ਮਤਲਬ ਜੋ ਮਤਲਬ ਆਪਣਾਪਨ ਕਹਿ ਲਓ ਜਾਂ ਪਿਆਰ ਕਹਿ ਲਓ ਜੋ ਪਹਿਲਾਂ ਹੁੰਦਾ ਸੀ, ਮਤਲਬ ਜੋ ਜਿਵੇਂ ਬਾਬਾ ਜੀ ਨੇ, ਉਹ ਅੱਜ ਦੀ ਜੋ ਪਨੀਰੀ ਜਨਰੇਸ਼ਨ ਹੈਗੀ ਆ ਉਹ ਨਹੀਂ। ਤੇ ਜਿਵੇਂ ਅੱਛਾ ਬਜ਼ੁਰਗੋ ਤੁਸੀਂ ਆਪਣਾ ਵੀ ਧਿਆਨ ਰੱਖਦੇ ਹੋ? ਹਾਂਜੀ ਹਾਂਜੀ, ਪੂਰਾ 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 ਸਾਰਿਆਂ ਦਾ। ਸਾਰਿਆਂ ਦਾ? ਸਾਰਿਆਂ ਦਾ ਜੀ।
ਬਹੁਤ ਚੰਗਾ ਲੱਗਦਾ ਹੈ ਭਾਜੀ ਹੋਣੀ ਕਿ ਤੁਹਾਡੀ ਬੜੀ ਤਾਰੀਫ ਕਰ ਰਹੇ ਨੇ, ਕਹਿੰਦੇ ਆਪਣੀ ਬੇਟੀ ਦਾ ਹੀ ਨਹੀਂ ਹੋਰਾਂ ਦਾ ਵੀ ਬਹੁਤ ਧਿਆਨ ਰੱਖਦੇ ਨੇ ਬਾਬਾ ਜੀ। ਕੋਲ ਵੇਖ ਕੇ ਰਿਹਾ ਨਹੀਂ ਜਾਂਦਾ, ਫਿਰ ਇਹ ਕਰਨਾ ਪੈਂਦਾ ਸਾਰਾ ਕੁਝ। ਬਜ਼ੁਰਗੋਂ ਆਪਣਾ ਵੀ ਧਿਆਨ ਰੱਖਣਾ ਹੈ। ਹਾਂਜੀ ਧਿਆਨ ਰੱਖਿਆ, ਹਾਂਜੀ ਭਾਜੀ ਹੋਣੀ ਰੱਖਦੇ ਨੇ ਧਿਆਨ ਤੁਹਾਡਾ? ਰੱਖਦੇ ਬਹੁਤ ਜ਼ਿਆਦਾ। ਇਹਦਾ ਹਰ ਟਾਈਮ ਪੁੱਛਦੇ ਰਹਿੰਦੇ ਕੀ ਹਾਲ ਜੇ ਤੁਹਾਡਾ। ਤੇ ਰੋਟੀ ਪਾਣੀ ਬਾਕੀ ਸਭ ਚੀਜ਼ਾਂ ਠੀਕ, ਸਾਫ ਸਫਾਈ? ਬੜਾ ਕੁਛ, ਸਫਾਈ ਬਹੁਤ, ਰੋਟੀ ਪਾਣੀ ਬਹੁਤ ਵਾਧੂ। ਹਾਂਜੀ, ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਹੈਗਾ, ਸਾਰੀ ਖੁਰਾਕ ਦਿੰਦੇ ਨੇ। ਬਹੁਤ ਚੰਗੀ ਗੱਲ ਹੈ ਬਾਬਾ ਜੀ, ਤੇ ਤੰਦਰੁਸਤ ਹੋ ਜਾਣਗੇ ਭਾਜੀ ਤੇ ਜਲਦੀ ਤੁਸੀਂ ਆਪ ਦੇ ਘਰੇ ਜਾਓਗੇ। ਹਾਂਜੀ ਹਾਂਜੀ ਠੀਕ ਹੈ। ਛੇਤੀ। ਤੇ ਭਾਜੀ ਨਾਲ ਗੱਲ ਕਰਦੇ ਭਾਈ, ਤੁਸੀਂ ਕਿੱਥੋਂ? ਪਟਿਆਲੇ ਤੋਂ ਭਾਈ। ਪਟਿਆਲੇ ਤੋਂ। ਤੇ ਤੁਹਾਨੂੰ ਕਦੋਂ ਤੋਂ ਪ੍ਰੋਬਲਮ ਆਈ ਹੈ? ਮੈਨੂੰ ਬੈੱਡ ਸੋਰ ਤਾਂ ਵੀਰ ਜੀ 4 ਸਾਲ ਹੋ ਗਏ। ਅੱਛਾ ਜੀ। ਹੈ ਛੋਟਾ ਹੀ ਸੀ ਤੇ ਕਾਲਜ ਜਾਣ ਲੱਗ ਗਿਆ ਸੀ, ਉੱਥੇ ਬੈਠਦੇ ਸੀ ਨਾ ਕਾਲਜ 'ਚ, ਪੁੱਛ ਆਪਣੀ ਕਰਦੇ ਸੀ। ਭਾਈ ਪਟਿਆਲੇ ਤਾਂ ਮਗੀ ਰਜਿੰਦਰਾ ਹਸਪੀਟਲ ਹੈ, ਔਰ ਮਗੀ ਉਹਦਾ ਕੈਪਟਨ ਸਾਹਿਬ ਦਾ ਆਪਣਾ ਸ਼ਹਿਰ ਹੈ, ਕੋਈ ਟ੍ਰੀਟਮੈਂਟ ਉੱਥੇ ਨਹੀਂ ਹੋਇਆ? ਉੱਥੇ ਭਾਜੀ ਇੱਕ ਡਾਕਟਰ ਨੇ, ਉਹਨਾਂ ਕੋਲ ਮੈਂ ਗਿਆ ਸੀ, ਉਹਨਾਂ ਨੇ ਡਰੈਸਿੰਗ ਕਰਤੀ ਸੀ ਤੇ ਇੱਕ ਟਿਊਬ ਦਿੱਤੀ ਸੀ ਉਹਨਾਂ ਨੇ ਮੈਨੂੰ, ਕਹਿੰਦੇ ਵੀ ਇਹ ਲਾਏ ਤੁਸੀਂ ਘਰੇ, ਪਰ ਹੋਇਆ ਨਹੀਂ ਸੀ ਠੀਕ ਉਹਦੇ ਨਾਲ। ਨਹੀਂ ਭਾਜੀ ਹੁਣੀ ਇੱਥੇ ਸਵਰਨਜੀਤ ਭਾਜੀ ਹੁਣੀ ਠੀਕ ਕਰ ਰਹੇ ਨੇ ਕੰਮ? ਹਾਂਜੀ ਹਾਂਜੀ, ਹੁਣ ਤਾਂ ਬਿਲਕੁਲ ਛੋਟਾ ਜਿਹਾ ਰਹਿ ਗਿਆ ਜੀ, 10-15 ਦਿਨ। ਕਿੰਨੇ ਟਾਈਮ ਦੇ ਤੁਸੀਂ ਇੱਥੇ? ਹੁਣ 1.5 ਮਹੀਨਾ ਹੋ ਗਿਆ ਜੀ। 1.5 ਮਹੀਨੇ 'ਚ ਤੁਸੀਂ ਠੀਕ ਹੋ, ਫਰਕ ਪੈ ਗਿਆ? ਜੀ ਹਾਂਜੀ, 15 ਦਿਨ ਲੱਗਣਗੇ ਹੋਰ ਬਸ। 15 ਦਿਨ ਹੋਰ ਲੱਗਣਗੇ। ਬਹੁਤ ਬਹੁਤ ਚੰਗੀ ਗੱਲ ਹੈ, ਰੱਬ परमात्मा ਤੁਹਾਨੂੰ ਤੰਦਰੁਸਤ करे, जल्दी ठीक होवो। ਤੁਹਾਡਾ ਕੀ ਹਾਲ है? अच्छा हूँ जी। आप कहाँ से? जी यूपी से, खेकड़ा गाँव। यूपी से। आपकी क्या उम्र है? उम्र 24 साल जी। तो आपको कब दिक्कत आई, प्रॉब्लम कब हुई आपको? मैं जी 15 साल का था तब एक्सीडेंट हो गया था जी, तो स्पाइनल कॉर्ड इंजरी हो गई थी जी। और मेरे जो पेट के हाथ है वो भी फट गई थी, तो उस टाइम पेट का ऑपरेशन हुआ, उसके बाद भी एक ऑपरेशन फिर से पेट का हुआ, दिक्कत हो गई थी ज़्यादा। तो मतलब बहुत 10 साल से इसी चीज़ से जूझ रहे हैं जी। तो यहाँ पे कितना टाइम हुआ आपको? यहाँ पे जी 2 महीने हो गए। अब फ़र्क है यहाँ पे कुछ आकर? 5 बेड सोल थे जी, 2 बिल्कुल ठीक हो गए, एक ज़रा सा रह रहा है, 2 हैं अभी, वो भी जल्दी ठीक हो जाएंगे। भाई 5 ਬੈੱਡ ਸੋਲਸ ਕਹਿ ਰਹੇ ਨੇ, ਜੋਤੀ ਤੁਸੀਂ ਦੱਸ ਸਕਦੇ ਹੋ ਠੀਕ ਕਿਹੜੇ ਹੋਏ, ਰਿਕਵਰ ਕਿਹੜੇ ਹੋਏ ਨੇ? ਕਿਉਂਕਿ ਮੇਰੇ ਖਿਆਲ 'ਚ ਤੁਸੀਂ ਇੱਧਰਲੇ ਪਾਸੇ ਆਣਾ, ਕਿਉਂਕਿ ਕਹਿੰਦੇ 5 ਬੈੱਡ ਸੋਲ ਸੀਗੇ, ਹੁਣ ਕਹਿੰਦੇ 2 ਠੀਕ ਹੋ ਚੁੱਕੇ ਨੇ। ਹਾਂਜੀ ਬਿਲਕੁਲ, ਸਿਰਫ 3 ਰਹਿ ਗਏ ਸ਼ਾਇਦ। ਕੈਮਰਾ ਪਰਸਨ ਨੂੰ ਕਹਾਂਗਾ ਵੀ ਥੋੜਾ ਜਿਹਾ ਇੱਥੇ ਨੂੰ ਕਰਕੇ ਦਿਖਾਵੇ। ਤੁਸੀਂ ਦੇਖ ਸਕਦੇ ਹੋ ਜ਼ਖਮ ਕਿੰਨੇ ਡੂੰਘੇ ਤੇ ਕਿੰਨੇ, ਮਤਲਬ ਭਾਜੀ ਇਹਨਾਂ ਨੂੰ ਸੈਂਸੇਸ਼ਨ ਹੈਗੀ ਹੈ ਕਿ ਨਹੀਂ? ਨਹੀਂ ਸੈਂਸੇਸ਼ਨ ਨਹੀਂ ਹੈ। ਨਹੀਂ ਹੈ। ਨਹੀਂ, ਥੱਲੇ ਕੋਈ ਸੈਂਸੇਸ਼ਨ ਨਹੀਂ ਛਾਤੀ ਥੱਲੇ। ਨਾਲ ਮਾਤਾ ਜੀ ਬੈਠੇ ਨੇ, ਨਾਲ ਇਹਨਾਂ ਦੇ ਮੰਮੀ। माता जी ने गल करते हैं। माता जी आपको जब ये ज़ख़म, क्योंकि इनके नीचे मेरे ख्याल से कुछ महसूस भी नहीं होता है ना, तो आपको जब अपने बेटे को ऐसे देखते हो तो पहले, अब तो चलो 2 महीने हो गया, यहाँ ठीक भी हो गया काफ़ी, तो अब अभी कैसा महसूस होता है आपको? अच्छा लगता है। अब ठीक है? हाँ ठीक है। वहाँ पर जहाँ से आप आए हैं वहाँ अस्पतालों में कहीं ट्रीटमेंट नहीं हुआ इस चीज़ का? नहीं जी, वहाँ कहीं नहीं, अपने घर पे करती, मैं ही करती थी। पट्टी वट्टी अपने समान मंगा के अपने घर पे करते। बड़ा औखा होता है ना मावां दे सामने। एक आंटी जी पहला असीं मिले हैं जो तरन साइड तो आए हुए ने, वो भी बेचारे वो खुद भी बीमार रहंदे ने, उन्हां दा इलाज भी इत्थे चलदा पिया है। सर नाल गल करांगे। सर तुसीं कित्थों? उन्ना दे उन्ने तो तुहानूं कदों प्रॉब्लम आई? 2 साल हो गए जी ऑपरेशन कीते। उस तो बाद बैड सोल हो गया जी। बैड सोल का इलाज किसी ने नहीं कीता जी उत्ता, सब डॉक्टर इनकार कर गया। फिर भाई उनकी मूवी देखी असीं फोन च वीडियो देखी, फिर इन्हां नाल संपर्क होया, फिर इत्थे लिआंदा जी मैनूं, इत्थे बचा हो गया, यानी कि मेरा सारा बिल्कुल मैं ठीक ठाक है, बैड सोल मेरे ठीक ठाक। ठीक है। तो भाजी इन्हां दे नाल कौन आया है? ਭਾਜੀ ਅੱਛੀ ਗੱਲ ਇਹ ਹੈ ਕਿ ਜਿੱਥੇ ਅੱਜ ਕੱਲ੍ਹ ਰਿਸ਼ਤੇ ਖੋਖਲੇ ਹੁੰਦੇ ਜਾ ਰਹੇ ਹਨ, ਬੱਚੇ ਆਪਣੇ ਮਾਪਿਆਂ ਨੂੰ ਨਹੀਂ ਪੁੱਛਦੇ, ਉੱਥੇ ਇੱਕ ਬੇਟੀ ਆਪਣੇ ਡੈਡੀ ਦਾ ਸਾਰੀ ਟੇਕ ਕੇਅਰ ਕਰ ਰਹੀ ਹੈ। ਇੱਥੇ ਭਾਜੀ 6 ਤੋਂ 8 ਸਟੇਟਸ ਦੇ ਪੇਸ਼ੈਂਟਸ ਹੁੰਦੇ ਹੈ, ਔਰ ਸਾਰੀ ਜੋ ਜਿੰਨੇ ਵੀ ਆਪਾਂ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਧਰਮਾਂ ਦੇ ਲੋਕ ਨੇ, ਸਿਰਫ ਇੱਥੇ ਇਨਸਾਨੀਅਤ ਨੂੰ ਮੁੱਖ ਰੱਖਦੇ ਹੋਏ ਇਹ ਸੇਵਾਵਾਂ ਚੱਲਦੀਆਂ ਹਨ। ਬਿਲਕੁਲ, ਤੁਸੀਂ ਨਾਮ ਵੀ ਉੱਦਾਂ ਹੀ ਰੱਖਿਆ ਨਾ ਜੀ, ਮਨੁੱਖਤਾ ਦੀ ਸੇਵਾ ਰੱਬ ਦੀ ਸੇਵਾ। ਤੇ ਬਿਲਕੁਲ, ਤੇ ਅੱਛਾ ਇਹ ਇਹਨਾਂ ਦੀ ਬੇਟੀ ਨੇ ਭਾਜੀ ਸਰ ਹੋਣਾ ਦੀ, ਤੇ ਅੱਛਾ ਤੁਸੀਂ ਨਾਲ ਆਏ ਹੋ? ਹਾਂਜੀ। ਬਹੁਤ ਚੰਗੀ ਗੱਲ ਹੈ ਸੇਵਾ ਕਰਨੀ ਮਾਪਿਆਂ ਦੀ।
ਤੇ ਮੇਰੇ ਖਿਆਲ ਦੇ ਵਿੱਚ ਇਸ ਤੋਂ ਵੱਡੀ ਕੋਈ ਸੇਵਾ ਨਹੀਂ, ਠੀਕ ਹੈ ਕਿ ਨਹੀਂ? हाँ जी। ਭਾਈ ਤੁਸੀਂ ਕਿੱਥੋਂ? ਮੈਂ ਹੁਸ਼ਿਆਰਪੁਰੋਂ ਜੀ। ਹੁਸ਼ਿਆਰਪੁਰ ਤੋਂ। ਤੇ ਤੁਹਾਨੂੰ ਕਦੋਂ ਤੋਂ ਪ੍ਰੋਬਲਮ ਆਈ ਹੈ? ਮੈਨੂੰ 2016 ਚ ਸੱਟ ਲੱਗੀ ਜੀ। ਅੱਛਾ ਬਿਜਲੀ ਦਾ ਛੋਟ ਲੱਗਾ ਜੀ ਮੈਨੂੰ, ਬਿਜਲੀ ਦਾ ਕੰਮ ਕਰਦਾ ਸੀ ਮੈਂ। ਜੀ। ਹਾਂਜੀ, ਉਹ ਤੋਂ ਛੋਟ ਲੱਗਾ ਸੀ। ਮੇਰੀ ਇੰਜਰੀ ਰੀੜ੍ਹ ਦੀ ਹੱਡੀ ਟੁੱਟ ਗਈ ਜੀ। ਅੱਛਾ, ਰੀੜ੍ਹ ਦੀ ਹੱਡੀ ਟੁੱਟ ਗਈ ਸੀ ਬਿਲਕੁਲ? ਹਾਂਜੀ ਹਾਂਜੀ, 3 ਟੁਕੜੇ ਹੋ ਗਏ ਸੀ ਇਹਦੇ। ਫਿਰ ਪੀਜੀ ਡਾਕਟਰ ਨੇ ਬੋਲਿਆ ਵੀ ਹੁਣ ਕੁਦਰਤੀ ਗੱਲ ਹੈ, ਇਹ ਚੱਲ ਪਏ ਤਾਂ ਚੱਲ ਪਏ, ਨਹੀਂ ਚੱਲੇ ਤਾਂ ਨਹੀਂ। ਹਾਂ तो फिर मेरा हौसला टूट गया एकदम। हाँ। मेरा बैट सोल बन गया। हाँ। फिर मैं एकदम गिर गया नीचे। मैं क्या हुण मैं कुछ नहीं कर सकता, मेरे हाथ से कुछ नहीं है। पर मैनू वीडियो पता लगी वीर जी दी, तो मैं कनैक्ट किया नैट ते। फिर मैनू पता लगा इत्थे सर्विंग गोड़ है जी। फिर मैं इत्थे आया जी। फिर इत्थे मेरे बैट सोल 6 बैट सोल सी, मेरे 6 बैट सोल सारे ठीक होए, एक रह गया छोटा जिहा। अच्छा। हाँ जी, तो मैनू इत्थे सब कुछ सिखाया गया भी किद्दां अगे लाइफ किद्दां जीनी है, क्या करना अगे जाके। मैनू वो सब कुछ मेरे च हौसला दिता ना मैंने पूरा, किद्दां अगे लाइफ व्यतीत करनी है। क्योंकि मेरी लाइफ हले बहुत है, मेरी उम्र कुछ नहीं हले। हाँ जी, वो 20-22 साल उम्र है मेरी, हले कुछ नहीं उम्र, मैं कुछ नहीं देखा। तो इस करके मैनू हौसला दिता, इत्थे सब कुछ सिखाया गया किद्दां अपने शरीर की साफ साफ आप खुद कर सकते ਆਪਾਂ। ਉਹ ਬਿਲਕੁਲ ਸਹੀ ਮਾਨੇ ਵਿੱਚ ਸਿਖਾਇਆ ਗਿਆ ਮੈਨੂੰ ਪੂਰਾ ਸਭ ਕੁਝ। ਇੱਥੇ ਆਉਣ ਤੋਂ ਪਹਿਲਾਂ ਕੋਈ ਦਿਮਾਗ ਤੇ ਬਹੁਤ ਸੀ ਸਟ੍ਰੈਸ ਸੀਗਾ ਇੱਥੇ ਆਉਣ ਤੋਂ ਪਹਿਲਾਂ? ਮੇਰੇ ਦਿਮਾਗ ਤੇ ਬਹੁਤ ਸੀ। ਮੈਂ ਬੋਲੇ ਕੁਝ ਨਹੀਂ ਕਰ ਸਕਦਾ, ਮੈਂ ਡੈਡ ਹੋ ਗਿਆ ਇੱਕਦਮ। ਹੁਣ ਕੋਈ ਮੇਰੇ ਕੰਮ ਹੈ ਨਹੀਂ, ਆਪਣਾ ਕੰਮ ਮੈਂ ਖੁਦ ਨਹੀਂ ਕਰ ਸਕਦਾ, ਕੁਝ ਨਹੀਂ ਕਰ ਸਕਦਾ ਆਪਣਾ। ਮੈਂ ਸਾਫ ਸਫਾਈ ਨਹੀਂ ਕਰ ਸਕਦਾ, ਆਪਣਾ ਮੂੰਹ ਹੱਥ ਨਹੀਂ ਧੋ ਸਕਦਾ, ਰੋਟੀ ਕਿੱਦਾਂ ਖਾਵਾਂਗਾ ਮੈਂ ਟੁੱਟ ਚੁੱਕਿਆ ਅੰਦਰੋਂ। ਪਰ ਨਹੀਂ, ਮੈਨੂੰ ਇੱਥੇ ਆ ਕੇ ਪਤਾ ਲੱਗਾ ਨਹੀਂ ਮੈਂ ਸਭ ਕੁਝ ਕਰ ਸਕਦਾ ਜੀ। ਉਹ ਮੈਂ ਵੀ ਕਿਹਾ, ਮੇਰੇ ਨਾਲ ਦੇ ਜਿੰਨੇ ਵੀ ਮੇਰੇ ਸਾਰਿਆਂ ਨੂੰ ਦੱਸਿਆ ਗਿਆ ਇੱਦਾਂ ਵੀ ਸਭ ਕੁਝ ਸਿਖਾਇਆ ਕਿੱਦਾਂ ਆਪਾਂ ਕਰਨੇ, ਆਪਣਾ ਆਪਣੀ ਸਫਾਈ ਕਿੱਦਾਂ ਕਰ ਸਕਦੇ, ਆਪਾਂ ਕਿੱਦਾਂ ਬਤੀਤ ਕਰ ਸਕਦੇ, ਅੱਗੇ ਲਾਈਫ ਕਿੱਦਾਂ ਜੀ ਸਕਦੇ ਆਪਾਂ, ਸਭ ਕੁਝ ਸਿਖਾਇਆ ਗਿਆ ਇੱਥੇ ਸਾਨੂੰ। ਭਾਜੀ ਇਹਨਾਂ ਦੇ ਕਹਿੰਦੇ 6 ਸੀਗੇ ਤੇ ਠੀਕ ਹੋ ਚੁੱਕੇ ਨੇ, ਇੱਕ ਰਹਿ ਗਿਆ ਸਿਰਫ। ਹਾਂਜੀ ਭਾਜੀ, ਇਹ ਜੋ ਪੇਸ਼ੈਂਟ 95% ਤੱਕ ਰਿਕਵਰ ਕਰ ਚੁੱਕਿਆ ਹੈ। ਇਹ ਸਿਰਫ ਤੁਸੀਂ ਮੈਂਟਲ ਸਟੇਟ ਦੇਖ ਰਹੇ ਹੋ ਇਹਨਾਂ ਦੀ, ਕਿੰਨੀ ਮਾਨਸਿਕ ਅਵਸਥਾ ਵਧੀਆ ਹੋ ਚੁੱਕੀ ਹੈ ਜ਼ਿੰਦਗੀ। ਇਹ ਵੀ ਮੇਰਾ ਸਵਾਲ ਸੀ ਐਕਚੁਅਲੀ, ਜਦੋਂ ਬੰਦਾ ਇੱਥੇ ਆਉਂਦਾ ਬੜਾ ਸਟ੍ਰੈਸ ਦੇ ਵਿੱਚ ਹੁੰਦਾ ਹੈ, ਚਾਹੇ ਪਰਿਵਾਰ ਵੱਲੋਂ ਹੋਵੇ ਚਾਹੇ ਆਪਣੇ ਫਿਜ਼ੀਕਲ ਕੰਡੀਸ਼ਨ ਵੱਲੋਂ ਹੋਵੇ, ਤੇ ਇੱਥੇ ਆ ਕੇ ਤੁਹਾਡੇ ਵਾਸਤੇ ਕਿੰਨਾ ਚੈਲੰਜਿੰਗ ਹੁੰਦਾ ਹੈ ਕਿ ਇਹਨਾਂ ਨੂੰ ਆਪਾਂ ਬੂਸਟ ਅਪ ਵੀ ਕਰੀਏ, ਮੈਂਟਲੀ ਬੂਸਟ ਅਪ ਕਰੀਏ। ਭਾਜੀ ਇੱਥੇ ਟਾਈਮ ਟੂ ਟਾਈਮ ਇੱਦਾਂ ਦੇ ਪੇਸ਼ੈਂਟਸ, ਸਪਾਈਨਲ ਕੋਰਡ ਪੇਸ਼ੈਂਟਸ ਜਿਨ੍ਹਾਂ ਨੇ ਇੰਜਰੀ ਤੋਂ ਬਾਅਦ ਜ਼ਿੰਦਗੀ 'ਚ ਨਵੇਂ ਮੁਕਾਮ ਹਾਸਿਲ ਕੀਤੇ, ਉਹ ਇਹਨਾਂ ਨੂੰ ਮੋਟੀਵੇਟ ਕਰਨ ਲਈ ਆਉਂਦੇ ਰਹਿੰਦੇ ਸੀਗੇ। ਬਟ ਕੋਵਿਡ-19 ਕਰਕੇ ਹੁਣ ਇੱਥੇ ਉਹ ਲੋਕ ਨਹੀਂ ਆ ਰਹੇ। ਸੋ ਇਹ ਇੱਕ ਪਰੇਸ਼ਾਨੀ ਦਾ ਸਾਹਮਣਾ ਤਾਂ ਅਸੀਂ ਵੀ ਕਰ ਰਹੇ ਹਾਂ ਇੱਥੇ। ਮਾਤਾ ਜੀ ਤੁਹਾਡਾ ਬੇਟਾ ਹੈ? ਹਾਂਜੀ। ਤੇ ਇੱਥੇ ਠੀਕ ਹੈ, ਹੁਣ ਰਿਕਵਰ ਹੋਇਆ? ਹਾਂਜੀ। ਉੱਥੇ ਹੁਸ਼ਿਆਰਪੁਰ, ਤੁਸੀਂ ਹੁਸ਼ਿਆਰਪੁਰ ਵਿੱਚ ਵੀ ਹਸਪਤਾਲ ਹੈਗੇ ਨੇ ਜਾਂ ਪੰਜਾਬ 'ਚ ਹੋਰ ਵੀ ਤੁਹਾਡੇ ਨਾਲ ਜਲੰਧਰ 'ਚ ਵੀ ਹੈਗੇ ਨੇ, ਕਿਤੇ ਉੱਥੇ ਟ੍ਰੀਟਮੈਂਟ ਨਹੀਂ ਹੋਇਆ? ਹੁਸ਼ਿਆਰਪੁਰ ਨੀਤਾ ਸੀ, ਉਹਨਾਂ ਨੇ ਮਨਾ ਕਰਤਾ ਹੈਗਾ। ਉਹ ਬੋਲੇ ਅੰਮ੍ਰਿਤਸਰ ਲੈ ਜਾਓ, ਇਹ ਪਲਾਸਟਿਕ ਸਰਜਰੀ ਹੋਣੀ ਹੈ। ਫਿਰ ਅਸੀਂ ਬੋਲੇ ਅਸੀਂ ਨਹੀਂ, ਅਸੀਂ ਪੀਜੀਆਈ 'ਤੇ ਉਹ ਕਰਦੇ ਹਾਂ ਦਵਾਈ। ਤੇ ਹੁਸ਼ਿਆਰਪੁਰ ਤੁਹਾਨੂੰ ਡਾਕਟਰ ਨੇ ਮਨਾ ਕਰਤਾ ਤੇ ਸਰਨਜੀਤ ਭਾਜੀ ਉਹਨਾਂ ਨੇ ਮਨਾ ਨਹੀਂ ਕੀਤਾ? ਨਹੀਂ ਜੀ, ਇਹਨਾਂ ਨੇ ਨਹੀਂ ਮਨਾ ਕੀਤਾ। ਕੀ ਕਹਿੰਦੇ? ਇਹ ਬੋਲਦੇ ਲੈ ਆਓ ਇੱਥੇ, ਠੀਕ ਹੈ ਅਸੀਂ ਕਰਾ ਲੈਂਦੇ, ਦੇਖ ਲੈਂਦੇ। ਠੀਕ ਹੋਏ? ਹਾਂਜੀ, ਠੀਕ ਹੋ ਗਏ ਭਾਜੀ। ਤੇ ਹੁਣ ਇੱਕ ਰਹਿ ਗਿਆ ਮੇਰੇ ਖਿਆਲ 'ਚ? ਹਾਂਜੀ, ਇੱਕ ਰਹਿ ਗਿਆ। ਚਲੋ, ਉਹ ਵੀ ਪਰਮਾਤਮਾ ਜਲਦੀ ਠੀਕ ਕਰੇਗਾ। ਭਾਜੀ ਤੁਸੀਂ ਇਹ ਮੇਨਟੇਨ ਕੀਤਾ ਹੋਇਆ, ਇਹ ਕੀ ਹੈ ਜੀ? ਇਹ ਭਾਜੀ ਜੋ ਪੇਸ਼ੈਂਟਸ ਨੇ ਉਹਨਾਂ ਦਾ ਬੈੱਡ ਦੇ ਅਕੋਰਡਿੰਗ ਨਾਮ ਲਿਖੇ ਹੋਏ ਨੇ, ਜੋ ਜਿਸ ਬੈੱਡ ਤੇ ਜਾਂ ਕਿਹੜੀ ਡੇਟ ਨੂੰ ਆਇਆ ਸੀਗਾ, ਉਹ ਰਿਕਾਰਡ ਸਾਡਾ ਅਸੀਂ ਸਾਰਾ ਮੇਨਟੇਨ ਕਰਦੇ ਹਾਂ। ਨਹੀਂ, ਰਿਕਾਰਡ ਤੁਹਾਡੇ ਕੋਲੋਂ ਥੋੜਾ ਹੋਰ ਵੀ ਪੁੱਛਣਾ ਆਇਆ ਸੀ, ਬਾਅਦ ਚੋਂ ਪੁੱਛਾਂਗੇ, ਪਹਿਲਾਂ ਪੇਸ਼ੈਂਟਸ ਨੂੰ ਮਿਲ ਲਈਏ। ਤੇ ਇਹ ਕਿੱਥੋਂ ਨੇ? ਇਹ ਭੈਣ ਜੀ ਖੜੇ ਆ, ਇਹ ਬੰਟੀ ਹੈ ਜਲਾਲਾਬਾਦ। ਜੀ ਜੀ। ਤੇ ਕਦੋਂ ਪ੍ਰੋਬਲਮ ਆਈ ਇਹਨਾਂ ਨੂੰ? ਇਹਨਾਂ ਨੂੰ 1.5 ਮਹੀਨਾ ਹੋ ਗਿਆ ਵਿੱਚ। ਹਾਂਜੀ। ਤੇ ਬਿਲਕੁਲ ਵੀ ਮਤਲਬ ਸੈਂਸੇਸ਼ਨ ਬਾਡੀ ਨੂੰ ਮਹਿਸੂਸ ਹੁੰਦੀ ਹੈ, ਦਰਦ ਵਗੈਰਾ ਹੁੰਦੀ ਹੈ? ਨਹੀਂ ਜੀ, ਇੱਥੋਂ ਹੁਣ ਦਰਦ ਜਿੱਦਾਂ ਦੇ ਇੱਥੋਂ ਆਉਣ ਲੱਗੇ ਆ, ਕਮਰ 'ਚ ਦਰਦ ਬਹੁਤ ਹੁੰਦੀ ਆ, ਇਹਨਾਂ ਬੈਕ ਸਾਈਡ ਸਾਰੇ ਬਹੁਤ ਹੁਣ ਦਰਦ ਹੁੰਦੀ ਆ। ਮਤਲਬ ਮਹਿਸੂਸ ਸੈਂਸੇਸ਼ਨ ਹੈ, ਮਤਲਬ ਪਾਰਸ਼ਲ ਸੈਂਸੇਸ਼ਨ ਹੈ। ਅੱਛਾ। ਹਾਂ, ਜੋ ਮੋਟਰੀ ਮੂਵਮੈਂਟ ਹੁੰਦੀ ਹੈ, ਆਪਣੇ ਲੈਗ ਉਹ ਲਿਫਟ ਨਹੀਂ ਕਰ ਸਕਦਾ, ਬਟ ਉਸ ਵਿੱਚ ਦਰਦ ਦੀ ਸੈਂਸੇਸ਼ਨ ਹੈਗੀ, ਲਿਫਟ ਨਹੀਂ ਕਰੇਗਾ ਇਹ। ਤਾਂ ਇਹਨਾਂ ਦੀ ਇੱਕ ਕਦੋਂ ਤੱਕ ਮਤਲਬ, ਕਿਉਂਕਿ ਇਹ ਦਿਨ ਕਿੰਨਾ ਟਾਈਮ ਹੋਇਆ ਇਹਨਾਂ ਨੂੰ? ਦੀਪਿਕਾ ਭੈਣ ਜੀ ਸੁਪਰਵਿਜ਼ਨ ਦੇ ਅੰਡਰ ਚੱਲ ਰਿਹਾ ਹੈ। ਕਿੰਨਾ ਟਾਈਮ ਹੋਇਆ ਇਹਨਾਂ ਨੂੰ ਦੀਪਿਕਾ ਜੀ? 12 दिन हो गया। 12 ਦਿਨ। ਤੇ ਇੰਜਰੀ ਲੈਵਲ ਕੀ ਹੈ ਤੇ ਕਿੰਨੇ ਟਾਈਮ ਤੱਕ ਇਹ ਠੀਕ ਹੋ ਸਕਦੇ ਨੇ? रिकवर हो जाएंगे, 15-20 दिन और लगेंगे, और कमर से नीचे नहीं पता चलेगा, सेंसेशन नहीं होगा। ਅੱਛਾ, ਵੈਸੇ ਦੇਖੋ ਕਿੰਨੀ ਹੈਰਾਨੀ ਵਾਲੀ ਗੱਲ ਹੈ ਨਾ, ਜਿਹੜੇ ਪ੍ਰਾਈਵੇਟ ਹਸਪੀਟਲਸ ਹੁੰਦੇ ਨੇ, ਮੇਰੇ ਕੋਲ ਇੱਦਾਂ ਦੇ ਕਈ ਕੇਸਿਸ ਅਸੀਂ ਦੇਖੇ ਵੀ ਨੇ, ਸ਼ਿਕਾਇਤਾਂ ਵੀ ਆਉਂਦੀਆਂ ਨੇ ਕਿ ਕਹਿੰਦੇ ਨੇ ਕਿ ਬੰਦੇ ਵਿੱਚ ਕੁਝ ਵੀ ਨਹੀਂ ਹੁੰਦਾ, ਉਹਨੂੰ 4-4 ਦਿਨ ਵੈਂਟੀਲੇਟਰ 'ਤੇ ਰੱਖਦੇ ਨੇ ਸਿਰਫ ਆਪਣਾ ਬਿੱਲ ਬਣਾਉਣ ਦੇ ਲਈ। ਤੇ ਮੈਮ ਨੇ ਦੱਸਿਆ ਇੱਦਾਂ ਹੁਣ 10-15 ਦਿਨ 'ਚ ਠੀਕ ਹੋ ਜਾਣਗੇ। ਹਸਪਤਾਲ ਵਾਲੇ ਤਾਂ ਮੇਰੇ ਖਿਆਲ ਕਦੀ ਵੀ ਨਹੀਂ ਕਹਿੰਦੇ ਵੀ 15 ਦਿਨ ਤੁਸੀਂ ਠੀਕ ਹੋ ਜਾਓਗੇ। ਭਾਜੀ ਪਹਿਲਾਂ ਡਾਕਟਰਸ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਸੀਗਾ, ਕੋਈ ਜ਼ਮਾਨਾ ਇੱਦਾਂ ਦਾ ਸੀਗਾ, ਬਟ ਐਥੀਕਲੀ ਔਰ ਮੋਰਲੀ
ਇਹ ਓਪਨ ਟਰੁੱਥ ਹੈ ਕਿ ਜੋ ਡਾਕਟਰੀ ਪ੍ਰੋਫੈਸ਼ਨ ਹੈ ਕਿੰਨਾ ਕੁ ਜ਼ਿਆਦਾ ਲੋ ਆ ਚੁੱਕਿਆ ਹੈ। ਇਹ ਹੁੰਦਾ ਸਾਰੇ ਜਾਣਦੇ ਕਿ ਵੈਂਟੀਲੇਟਰ ਤੇ ਕਈ ਦਿਨ ਪੇਸ਼ੈਂਟ ਲੱਗਿਆ ਰਹਿੰਦਾ, ਬਟ ਅਲਟੀਮੇਟਲੀ ਡੈਥ ਹੋ ਚੁੱਕੀ ਹੁੰਦੀ ਹੈ। ਅੱਗੇ ਚੱਲੀਏ ਕੀ ਗੱਲਬਾਤ ਕਰੀਏ। ਜ਼ਰੂਰ ਭਾਜੀ ਇਹਨਾਂ ਨਾਲ ਮਿਲਵਾਓ, ਮੇਰੇ ਖਿਆਲ 'ਚ ਪਹਿਲਾਂ ਜਦੋਂ ਮੈਂ ਆਇਆ ਸੀ ਉਦੋਂ ਵੀ ਮਿਲੇ ਸੀ ਅਸੀਂ। ਹਾਂਜੀ ਭਾਜੀ, ਇਹ ਆਸਿਫ ਹੈ, ਇਹਨੂੰ ਹਾਥਰਸ ਉੱਤਰ ਪ੍ਰਦੇਸ਼ ਤੋਂ ਲੈ ਕੇ ਆਏ ਸੀਗੇ। 450 ਕਿਲੋਮੀਟਰ ਇੱਕ ਸਾਈਡ ਪੈਂਦੀ ਹੈ, ਔਰ ਇਹਨੇ ਸਲਮਾਨ ਖਾਨ ਤੋਂ ਲੈ ਕੇ ਸ਼ਾਹਰੁਖ ਖਾਨ ਨੂੰ ਸਾਰਿਆਂ ਨੂੰ ਇਹਨਾਂ ਨੇ ਚਿੱਠੀਆਂ ਵੀ ਲਿਖੀਆਂ ਸੀ ਆਪਣੀ ਹੈਲਪ ਲਈ। ਇਹ ਜਿਸ ਕਮਰੇ ਦੇ ਵਿੱਚ ਪਿਆ ਸੀ 3.5 ਸਾਲ ਤੋਂ ਕਮਰੇ ਦੇ ਵਿੱਚ ਪਿਆ ਸੀ, ਮਲ ਮੂਤਰ 'ਚ ਲਿਬੜਿਆ ਹੋਇਆ ਪਿਆ ਸੀ, ਕੋਈ ਨਹੀਂ ਪੁੱਛ ਰਿਹਾ ਸੀ। ਮਾਲ ਨਿਊਟ੍ਰੀਸ਼ਨ ਇੰਨਾ ਜ਼ਿਆਦਾ ਸੀਗਾ, 5 ਬੈੱਡ ਸੋਰ ਸੀ ਬੜੇ, ਗ੍ਰੇਡ 3 ਔਰ ਗ੍ਰੇਡ 4 ਦੇ, ਮਤਲਬ ਫਰੋਮ ਨੋਵੇਅਰ, ਕੋਈ ਹੋਪ ਨਹੀਂ ਉਸ ਹੋਪਲੈਸ ਕੇਸ ਤੋਂ। ਪਰਮਾਤਮਾ ਦੀ ਇੰਨੀ ਕੁ ਮਿਹਰ ਹੈ ਜੀ, ਹੈ ਨਾ, ਬਾਣੀ ਦਾ ਇੰਨਾ ਪ੍ਰਤਾਪ ਹੈ, ਇਹ ਵਾਪਸ ਇਹ ਮੇਨ ਸਟ੍ਰੀਮ ਸੁਸਾਇਟੀ ਦੇ ਵਿੱਚ ਐਡਜਸਟ ਹੋ ਗਿਆ। ਤੁਸੀਂ ਆਪਣੇ ਆਪ ਦੀ ਸਿਹਤ ਦੇਖ ਸਕਦੇ ਹੋ, ਸਪੈਸ਼ਲ ਵੀਲ ਚੇਅਰ ਦੀ ਸਾਰੀ ਸੇਵਾਵਾਂ ਦਿੱਤੀ ਗਈ। ਮੈਨੂੰ ਯਾਦ ਹੈ ਜਦੋਂ ਮੈਂ ਪਿਛਲੀ ਵਾਰ ਆਇਆ ਸੀ, ਆਸਿਫ ਨੂੰ ਮਿਲਿਆ ਸੀ, ਇਹ ਅੰਦਰ ਕਮਰੇ ਦੇ ਵਿੱਚ ਜਿੱਥੇ ਬਾਕੀ ਪੇਸ਼ੈਂਟਸ ਨੇ, ਉੱਥੇ ਮੇਰੇ ਖਿਆਲ 'ਚ ਦੂਜੇ ਨੰਬਰ ਬੈੱਡ 'ਤੇ, ਜੇ ਆਪਾਂ ਦੀਵਾਰ ਵਾਲੇ ਪਾਸੇ ਤੋਂ ਦੂਜੇ ਨੰਬਰ ਬੈੱਡ 'ਤੇ ਆਸਿਫ ਪਿਆ ਹੋਇਆ ਸੀ ਤੇ ਹੱਥ ਵਿੱਚ ਚਿੱਠੀ ਵੀ ਸੀ। आसिफ पंजाबी में बोलूँ कि हिंदी में बोलूँ? हिंदी में बोलूँ। जो आपने चिट्ठी लिखी थी शाहरुख खान को, सलमान खान को, तो कोई जवाब आया उसका? नहीं आया, उसका कोई जवाब नहीं आया। तो आपने स्वरंजीत पाजी को चिट्ठी लिखी थी कोई? नहीं, इनको कोई चिट्ठी नहीं लिखी, बट इन्होंने खुद मेरे को कांटेक्ट किया और मैं हर रोज़ मलमूत्र में पड़ा हुआ खुदा से दुआ करता था कि कोई तेरी बनाई हुई दुनिया में कोई भी ऐसा बंदा नहीं है जो मुझे इस दर्द से निकाल सके। अगर नहीं है ऐसा कोई बंदा तो इस दुनिया से मुझे रुखसत कर ले। तो खुदा ने अपने ये 2 फरिश्ते भेजे जो मेरे को घर से लेके आए और आज मेरा यहाँ पे लेके आए। 6 महीने से इलाज भी किया, मेरे को यहाँ 7 महीने हो गए और मैं यहाँ पे सारी माताएं ने सारों ने मेरा सहयोग दिया, बहुत कुछ किया है ना। नहीं वैसे ना यही जी तस्वीर है आसिफ की ते स्वरनजीत भाजी की, मैं कहांगा भाजी तुसीं बिल्कुल नाल खड़े होवो। तो ये तस्वीर देख के ना मतलब कई वो लोग जो मजहब के नाम पर सियासत करते हैं या जिन्हां दियां रोटियां पकाइयां जांदियां ने मजहब के नाम पर सियासत के नाम पर, उन्होंने मूँह ते करारी चपेड़ है। आसिफ कह रहा है कि स्वरनजीत भाजी फरिश्ता बन के आए तो इन्हां दी जिंदगी बचाई। ये अपने आप के विच बहुत वड्डी गल है जे कोई बंदा समझ सके ता। अच्छा आसिफ ये बताओ कि अब आप जिसको भी बैड सोल है, भगवान करे किसी को ना हो, लेकिन जिसको भी है, आप क्या मैसेज देना चाहेंगे कि उनको चिट्ठी सलमान खान या शाहरुख खान को लिखनी चाहिए या फिर स्वरनजीत पाजी को लिखनी चाहिए? जी, यहाँ स्वरणवीर जी को चिट्ठी लिखना चाहिए, इनको कांटेक्ट कराना चाहिए उनको। तो क्यों 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 सलमान खान और शाहरुख खान जो वैसे इतनी मदद करते हैं बट उन्होंने मेरी मदद नहीं की थी, और जो पेशेंट हैं बेड सूल के तो उनकी क्या करेंगे, उनकी नहीं। बड़ी बात ये भी है ना, तो यहाँ से जवाब आ भी जाता है, वहाँ से तो मेरे ख्याल से जी वहाँ से कोई जवाब नहीं आता, यहाँ से जवाब मिल जाता है। एक दिल में राहत हो जाती है कि हाँ ये वो बंदे हैं जो आपने काफ़ी सुना होगा कि सड़क से उठा के ज़िंदगी देते हैं, पर ये वो बंदे के मेरे को घर से उठा के ज़िंदगी दी। आप खुद देख रहे हो कि जब मैं यहाँ पे आया था तो मेरी हालत क्या थी और आज क्या है मेरी हालत, जबकि यहाँ कोई भेदभाव नहीं है। सलमान खान सर ने एक गाना बनाया है जो हिंदू मुस्लिम सिख ईसाई, हिंदू मुस्लिम हमें भाई भाई, बट उन्होंने ये बोल गए हिंदू मुस्लिम सिख ईसाई, ये बोलना था उनको पूरा, हिंदू मुस्लिम सिख ईसाई हमें सब भाई भाई। यहाँ देखो कोई किसी का भी भेदभाव नहीं है, मैं मुस्लिम ये। और एक मिनट मैं आपको दिखाना चाहूँगा, ये वो दीदी हैं, ये वो है अपने भारत की, ये वो बेटियाँ हैं। आपने ये तो सुना होगा कि कोई किसी बेटी ने जहाज़ चलाया, एरोप्लेन चलाया, बट ये वो दीदी जो इन्होंने एक हमारे मलमूत्र साफ़ करे, इन्होंने क्यों करे, इनका क्या रिश्ता है हमसे? कोई रिश्ता नहीं है। मैं इनको जानना चाहूँगा दोस्तों, आपको भी बताना चाहूँगा और आप सुनना है इस बात को। वीर जी मैं आपसे पूछना चाहता हूँ, दोस्तों को बताओ कि आखिर में हमारा तुम्हारा क्या रिश्ता है, क्यों करते हो आप ये? ਕਰਮਾਂ ਦੀ ਗੱਲ ਹੈ ਜੀ, ਇਹ ਆਪਣੇ ਕਰਮ ਦੇ ਰਹੇ, ਮੈਂ ਆਪਣੇ ਕਰਮ ਪਤਾ ਨਹੀਂ ਕਿਹੜੇ ਜਨਮ ਤੇ ਲਿਖੇ ਹੋਣਗੇ। ਬਿਲਕੁਲ ਆਸਿਫ ਇਮੋਸ਼ਨਲ ਬਹੁਤ ਹੁੰਦਾ ਹੈ ਜਦੋਂ ਬੰਦੇ ਨਾਲ ਆਪ ਬੀਤੀ ਹੋਵੇ ਨਾ, ਤਾਂ ਬੰਦਾ दसा भावुक हो जाता है। आसिफ कभी परिवार की कमी महसूस हुई आपको यहाँ पे? जी यहाँ पे मेरे को कोई परिवार की महसूस नहीं, यहाँ पे माता जी हैं, पिताजी का भी धर्म मिला। ये बापू जी मैं आपको दिखाना चाहूँ, बापू जी एक मिनट आप आ सकते हैं। बापू जी ने बड़ी सेवा की है।
वाकई बापू जी सारी तारीफां कर रहे हैं। दोस्तों ये 70 साल के जो इन्होंने मेरे मल मूत्र सारा कुछ किया। आप हर बार में ये सोचते होंगे कि मैं हर बार में ये क्यों बताता हूँ, नया नया बंदा क्यों दिखाता हूँ कि मेरे मल मूत्र साफ करते हैं, क्योंकि दोस्तों मेरे नाल कोई नहीं है, मेरे साथ ही कोई नहीं था। जो भी है सारा कुछ यही परिवार है मेरा। इन्होंने कोई ना कोई मेरी मदद हेल्प यहाँ कर देता है। ये एनजीओ नहीं है, एक खुदा का घर है ये। यहाँ पे हमेशा मुझे ज़िंदगी दी। और दोस्तों इस वीडियो को ज़्यादा से ज़्यादा शेयर करें, क्योंकि एक आपका एक शेयर करने से किसी की ज़िंदगी मिल सकती है, किसी को जीने का सहारा मिल सकता है। मैं जानता हूँ कि ये एक टिकटॉक या कोई डांस की वीडियो नहीं है, पर फिर भी इस वीडियो को रिक्वेस्ट करता हूँ, हाथ जोड़ के विनती करता हूँ, इसको ज़रूर शेयर करना, किसी को ज़िंदगी मिल जाए जैसे कि मुझे मिली। बिल्कुल बिल्कुल बहुत वड्डी गल है बापू जी। देखो ਤੁਹਾਡੀਆਂ ਤਾਰੀਫਾਂ ਕਿੰਨੀਆਂ ਕਰਦੇ ਨੇ ਹੈ। ਬਿਲਕੁਲ ਕਰਨੀ ਚਾਹੀਦੀ ਤੁਸੀਂ ਆਪਣਾ ਧਿਆਨ ਵੀ ਰੱਖੋ, ਮੈਨੂੰ ਤੁਹਾਡੀ ਚਿੰਤਾ ਹੈ। ਹਾਂਜੀ ਨਹੀਂ ਠੀਕ ਠੀਕ ਉਹ परमात्मा बिल्कुल 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 ਤੁਸੀਂ बैठो प्लीज़ बैठो ਤੁਸੀਂ भाजी ये। हाँ जी मैसेज देना चाहूँगा मैं सरकार को, जो ये जो करते हैं इनका कोई प्राइवेट या कोई सरकार की तरफ से दोस्तों ये कुछ नहीं होता है। ये केवल एक अपने इनकम में से 10% कुछ भी एक उनके लिए, हम गरीबों के लिए करते हैं। अपने काम में से 10% निकाल के जो हम गरीबों के लिए करते हैं। सरकार से रिक्वेस्ट करता हूँ कि आपने बहुत से सरकारी हॉस्पिटलों में इतनी दवाइयाँ बेची, सारा कुछ किया, पर हमारी कोई हेल्प नहीं होती है वहाँ पे। क्योंकि जब मेरे को, मैं हाथरस से अपने बागला हॉस्पिटल में जब मैं गया, वहाँ पे मेरे को भेज दिया कि नहीं इसका इलाज नहीं हो सकता। तो आज अगर मैं बागला के हॉस्पिटल की भरोसे रहता तो आज मैं कब का ज़िंदगी से ऊपर मर गया होता मैं। ये तो एक वीर जी हैं जो कि इन्होंने ऐसा क्या सोचा, एक बोल रहे हैं कि परमात्मा जी, ये परमात्मा नहीं, एक इंसानियत के नाते सारा कुछ कर रहे हैं। ਭਾਈ ਮੇਰੇ ਖਿਆਲ 'ਚ ਮੈਨੂੰ ਬੋਲਣ ਵਾਸਤੇ ਛੱਡਿਆ ਨਹੀਂ ਕੁਛ, ਇਹਨਾਂ ਨੇ ਸਾਰਾ ਕੁਝ ਆਪ ਹੀ ਬੋਲਤਾ ਹੈ। ਤੇ ਚਲੋ ਅੱਛਾ ਮੈਨੂੰ ਚੇਅਰ ਬਾਰੇ ਦੱਸੋ ਭਾਜੀ, ਇਹ ਚੇਅਰ ਕੋਈ ਸਪੈਸ਼ਲ ਚੇਅਰ ਹੈਗੀ ਹੈ ਜਾਂ ਨਾਰਮਲ ਵੀਲ ਚੇਅਰ ਹੈ? ਭਾਜੀ ਸਾਡੇ ਕੋਲ ਲਗਭਗ 200 ਤੋਂ ਉੱਪਰ ਇਨ ਡਿਮਾਂਡ ਪੇਸ਼ੈਂਟ ਨੇ ਜੋ ਵੇਟਿੰਗ ਲਿਸਟ ਦੇ ਵਿੱਚ ਨੇ, ਔਰ 200 ਵੀਲ ਚੇਅਰ ਦੀ ਹੀ ਡਿਮਾਂਡ ਹੈ ਸਾਡੇ ਕੋਲ। ਕੀ ਖਾਸੀਅਤ ਹੈ ਇਸ ਵੀਲ ਚੇਅਰ ਦੀ? ਇਹ ਸਪੈਸ਼ਲ ਐਸਸੀਆਈ ਵੀਲ ਚੇਅਰ ਹੁੰਦੀ ਹੈ ਭਾਜੀ। ਇਹ ਜਸਟ ਅ ਕਲਿੱਕ ਆਫ ਬਟਨ ਨਾਲ ਇਹ ਵੀਲ ਬਾਹਰ ਆ ਜਾਏਗਾ ਜੀ। ਪੇਸ਼ੈਂਟ ਨੇ ਜੇ ਸਟੂਲ ਪਾਸ ਕਰਨ ਲਈ ਪੌਡ ਦੇ ਉੱਪਰ ਸ਼ਿਫਟ ਹੋਣਾ, ਇਹ ਸਾਈਡ ਖੁੱਲ ਜਾਏਗੀ ਬਟਨ ਨਾਲ। ਇਹ ਸ਼ਿਫਟ ਪੇਸ਼ੈਂਟ ਬੈੱਡ ਤੇ ਸ਼ਿਫਟ ਹੋ ਸਕਦਾ ਹੈ, ਨਹਾ ਸਕਦਾ, ਆਪਣੀ ਰੋਜ਼ ਦੀ ਕਿਰਿਆ ਕਰ ਸਕਦਾ ਹੈ। ਇਹਦਾ ਕਲਿੱਕ ਆਫ ਬਟਨ ਨਾਲ ਇਹ ਬਾਹਰ ਆ ਜਾਂਦੇ ਹੈ। ਇਹਦੇ ਜੋ ਫੁੱਟਰੈਸਟ ਨੇ ਇਹ ਪੂਰੀ ਫੋਲਡ ਹੋ ਕੇ ਬੜੇ ਈਜ਼ੀਲੀ ਕਾਰ ਜਾਂ ਕਿਸੇ ਵਹੀਕਲ ਦੇ ਵਿੱਚ ਈਜ਼ੀਲੀ ਲੈ ਕੇ ਜਾਈ ਜਾ ਸਕਦੀ ਹੈ। ਔਰ ਇਹ ਬਹੁਤ ਹੀ ਲਾਈਟ ਵੇਟ ਹੁੰਦੀ ਹੈ। ਇਹ ਸਪੈਸ਼ਲੀ ਡਿਜ਼ਾਈਨ ਹੁੰਦੀ ਹੈ ਸਪਾਈਨਲ ਕੋਰਡ ਪੇਸ਼ੈਂਟਸ ਲਈ। ਇਹ ਲੋਕ ਇੱਕ ਆਮ ਵੀਲ ਚੇਅਰ ਜੋ ਪੋਲੀਓ ਵਾਲੀ ਹੁੰਦੀ ਹੈ ਜਾਂ ਅਸੀਂ ਕੁਛ ਮਹੀਨੇ ਲਈ ਸਾਡੀ ਕੋਈ ਲੱਤ ਟੁੱਟ ਜਾਵੇ ਅਸੀਂ ਘਰ ਦੇ ਵਿੱਚ ਯੂਜ਼ ਕਰਦੇ ਹਾਂ, ਪੇਸ਼ੈਂਟ ਉਹੀ ਯੂਜ਼ ਕਰਦੇ ਰਹਿੰਦੇ, ਉਹਨਾਂ ਨੂੰ ਇਸ ਵੀਲ ਚੇਅਰ ਬਾਰੇ ਪਤਾ ਹੀ ਨਹੀਂ ਹੁੰਦਾ। ਤੇ ਇਹ ਵੀ ਸੇਵਾ ਹੀ ਹੈ ਸਾਰੀ? ਇਹ ਵੀ ਸੇਵਾ ਦੇ ਵਿੱਚ ਦਿੱਤੀ ਜਾਂਦੀ ਜੀ। ਇਹ ਭਾਈ ਸਾਹਿਬ ਉਨੀ ਸਭ ਕਹਿ ਰਹੇ ਕਿ ਮੈਂ ਕਰ ਰਿਹਾ, ਮੈਂ ਤੁਹਾਨੂੰ ਬਾਰ-ਬਾਰ ਦੱਸ ਰਿਹਾ, ਮੇਰਾ ਸਿਰਫ ਇੱਕ ਫੇਸ ਹੈ, ਪਿੱਛੇ ਬਹੁਤ ਬੜੀ ਟੀਮ ਹੈ ਵੀਰਾਂ ਭੈਣਾਂ ਦੀ ਜੋ ਇਹ ਸਾਰੀ ਸੇਵਾਵਾਂ ਚੱਲਦੀਆਂ ਨੇ। ਬਿਲਕੁਲ ਬਿਲकुल ਆਸਿਫ ਜੀ ਨਾਲ ਮਿਲ ਕੇ ਵਾਕਈ ਬੜਾ ਦਿਲ ਖੁਸ਼ ਹੁੰਦਾ ਜਦੋਂ ਅਸੀਂ ਦੇਖਦੇ ਹਾਂ ਵੀ ਜਦੋਂ ਬੰਦੇ ਇਹਨਾਂ ਦੀ ਕੰਡੀਸ਼ਨ ਜਦੋਂ ਮੈਂ ਦੇਖੀ ਸੀ ਨਾ, ਮਤਲਬ ਦੇਖੀ ਨਹੀਂ ਜਾਂਦੀ ਸੀ, ਮੈਂ ਆਪ ਇਸ ਦਾ ਗਵਾਹ ਹਾਂ। ਪਰ ਅੱਜ ਜੋ ਮੈਂ ਦੇਖਿਆ ਹੈ ਬਿਲਕੁਲ ਇੱਕ ਬਦਲਿਆ ਹੋਇਆ ਆਸਿਫ ਹੈ। ਤੇ ਮੇਰੇ ਖਿਆਲ 'ਚ ਮਿਸਾਲ ਹੈ ਉਹਨਾਂ ਲੋਕਾਂ ਦੇ ਲਈ ਜੋ ਹਿੰਮਤ ਵੀ ਹਾਰੇ ਨੇ। ਹਾਲਾਂਕਿ ਅੰਦਰ ਇੱਕ ਸਾਡਾ ਇੱਕ ਵੀਰ ਹੁਸ਼ਿਆਰਪੁਰ ਤੋਂ ਜੋ ਪਿਆ ਹੈ, ਉਹ ਬੜੇ ਹੀ ਜਜ਼ਬੇ ਵਾਲੇ ਨੇ। ਕਹਿੰਦੇ ਭਾਜੀ ਉਹਨਾਂ ਨੇ ਮੇਰੇ ਜਜ਼ਬਾ ਭਰਿਆ ਹੈ ਵੀ ਅੱਗੇ ਜ਼ਿੰਦਗੀ ਨੂੰ ਕਿਵੇਂ ਕੰਟੀਨਿਊ ਕਰਨਾ ਹੈ, ਅਸੀਂ ਇੱਕ ਦਰਵਾਜ਼ਾ ਜੇ ਰੱਬ ਨੇ ਬੰਦ ਕੀਤਾ ਤਾਂ 10 ਖੁੱਲ੍ਹੇ ਕਿਵੇਂ ਨੇ ਇਹ ਅਸੀਂ ਦੇਖੀਏ। ਤੇ ਆਸਿਫ ਬਹੁਤ ਮਤਲਬ ਜਿੰਦੀ ਜਾਗਦੀ ਇੱਕ ਮਿਸਾਲ ਨੇ। ਭਾਜੀ ਅੰਦਰ ਚਲੀਏ, ਪੇਸ਼ੈਂਟਸ ਬਹੁਤ ਨੇ ਤੇ ਅਲੱਗ-ਅਲੱਗ ਸਟੇਟਸ ਤੋਂ ਆਏ ਹੋਏ ਨੇ। ਤੁਹਾਨੂੰ ਸਾਰਿਆਂ ਨਾਲ ਤਕਰੀਬਨ ਕੋਸ਼ਿਸ਼ ਕਰਾਂਗੇ, ਵੀਡੀਓ ਮੇਰੇ ਖਿਆਲ ਦੇ ਵਿੱਚ ਲੰਬੀ ਹੋ ਜਾਏਗੀ ਲੇਕਿਨ ਤੁਸੀਂ ਦੇਖਿਓ ਜ਼ਰੂਰ ਕਿਉਂਕਿ ਤੁਹਾਡੇ ਦੇਖਣ ਵਾਲੀ ਹੈ। ਭਾਜੀ ਕੀ ਹਾਲ ਹੈ? ਠੀਕ ਹੈ ਸਰ, ਬੜੀ। ਭਾਜੀ ਕਿੱਥੋਂ ਨੇ? ਇਹ ਵੀ ਹਿਮਾਚਲ ਪ੍ਰਦੇਸ਼ ਤੋਂ ਨੇ, ਇਹਨਾਂ ਦੇ ਮਾਤਾ ਜੀ ਨਾਲ ਨੇ। ਭਾਈ ਤੁਹਾਨੂੰ ਕਦੋਂ ਤੋਂ ਪ੍ਰੋਬਲਮ आई है? मेरे को सर आज 6 साल पहले इंजरी हुई थी, स्पाइनल इंजरी की, तो बट बेड सोल भी 1-1.5 महीने में हो गए थे। फिर उसके बाद काफ़ी इलाज करवाया, काफ़ी हॉस्पिटल में भी गया, बट नहीं कोई आराम नहीं आया। फिर मैं एक दिन फेसबुक चला रहा था, तभी मैंने वीर जी की वीडियो देखी, तो मैंने कांटेक्ट किया इनसे, फिर मैं यहाँ पे आया। और सर सच बोलूँ कि मतलब इतना ज़्यादा मतलब मेरे को बेनिफिट है, इतना मतलब जितना रिकवरी मेरे को वहाँ पे 1.5 साल में होनी थी, यहाँ पे 3 महीने हुई। और यहाँ पे बिल्कुल जो भी इलाज है वो फ्री ऑफ कॉस्ट किया जाता है, कोई भी पैसा नहीं है, जो भी है सेवा की जाती है यहाँ पे। ਅੱਛਾ ਫ੍ਰੀ ਦੇ ਚੱਕਰ 'ਚ ਕਿਤੇ ਇਦਾਂ ਤਾਂ ਨਹੀਂ ਵੀ ਖਿਆਲ ਨਾ ਰੱਖਿਆ ਜਾਂਦਾ ਹੋਵੇ ਜਾਂ ਟਾਈਮ ਦੀ ਤੁਹਾਡੀ ਮਲਮ ਪੱਟੀ ਨਾ ਹੁੰਦੀ ਹੋਵੇ? नहीं जी, ऐसा कुछ नहीं है भाई, ऐसा कुछ नहीं है, पूरी केयर की जाती है भाई जी। और बिल्कुल परिवार की तरह यहाँ पे रहते हैं सभी जी।
कोई भी दिक्कत नहीं है, किसी को कोई परेशानी नहीं है, सब मिल बांट के रहते हैं जी। ਬਿਲਕੁਲ ਹਿਮਾਚਲ ਪ੍ਰਦੇਸ਼ ਤੋਂ ਨੇ ਭਾਜੀ। ਮੇਰੇ ਖਿਆਲ 'ਚ ਹਿਮਾਚਲ ਤੋਂ 2-3 ਪੇਸ਼ੈਂਟਸ ਹੋ ਗਏ। ਹਾਂਜੀ ਹਾਂਜੀ 3 ਪੇਸ਼ੈਂਟ ਇਸ ਟਾਈਮ ਹਿਮਾਚਲ ਪ੍ਰਦੇਸ਼ ਤੋਂ ਨੇ। ਠੀਕ ਕਹਿ ਰਹੇ ਨੇ। ਤੇ ਇਹ ਕਦੋਂ ਤੱਕ ਤੁਹਾਨੂੰ ਲੱਗਦਾ ਹੈ ਕਿ ਰਿਕਵਰ ਹੋ ਜਾਣਗੇ? ਇਹ ਆਉਣ ਵਾਲੇ ਆਈ ਥਿੰਕ 20 ਤੋਂ 25 ਦਿਨ ਮੈਕਸਿਮਮ ਠੀਕ ਹੋ ਜਾਣਗੇ। ਹਾਂਜੀ। ਤੇ ਫਿਰ ਤੁਸੀਂ ਵਾਪਸ ਘਰ, ਤੇ ਜਿੰਨਿਆਂ ਨੂੰ ਹੋ ਸਕੇ ਦੱਸਿਓ ਜ਼ਰੂਰ ਜੇ ਤੁਹਾਨੂੰ ਫਰਕ ਪਿਆ ਵੀ ਹੈ ਨਾ। ਜ਼ਰੂਰ ਰਿਕੁਐਸਟ ਕਰਦਾ ਸਾਰਿਆਂ ਨੂੰ ਕਿ ਮਤਲਬ ਤੁਸੀਂ ਜ਼ਰੂਰ ਆਓ ਇੱਥੇ ਇੱਕ ਵਾਰ, ਕਿਉਂਕਿ ਸਪਾਈਨਲ ਇੰਜਰੀ ਇਦਾਂ ਹੀ ਚੋਟ ਹੈ ਨਾ, ਤੇ ਉਹਦੇ ਬਾਅਦ ਬੈੱਡ ਸੋਲ ਤਾਂ ਮਤਲਬ ਜ਼ਿੰਦਗੀ ਖਤਮ ਕਰ ਦਿੰਦੇ ਆ। ਜੋ ਮਤਲਬ ਹਿੰਮਤ ਕਰਦਾ ਵੀ ਹੈ ਉਹ ਬੈੱਡ ਸੋਲ ਨਹੀਂ ਹੋਣ ਦਿੰਦੇ ਆ। ਸੋ ਇਸ ਕਰਕੇ ਇਹਦਾ ਰਿਕਵਰ ਹੋਣਾ ਬਹੁਤ ਜ਼ਰੂਰੀ ਹੈ। ਸੋ ਮੈਂ ਬੇਨਤੀ ਕਰਦਾ ਜ਼ਰੂਰ ਆਓ, ਸੇਵਾ ਲਓ, ਤੁਸੀਂ ਖੁਦ ਦੇਖੋਗੇ ਤੇ ਤੁਹਾਨੂੰ ਪਤਾ ਲੱਗੇਗਾ ਜੀ। ਬਿਲਕੁਲ ਮਗੇ ਇਹ ਭਾਜੀ ਹੁਣੀ ਖੁਦ ਮਤਲਬ ਇੱਥੇ ਇਲਾਜ ਕਰਵਾਉਣ ਆਏ ਨੇ, ਦੱਸ ਰਹੇ ਨੇ ਕਿ ਅਸੀਂ ਕਹੀਏ ਉਸ ਤੋਂ ਵਧੀਆ ਵੀ ਜਿਵੇਂ ਉਹ ਦੱਸ ਰਹੇ ਨੇ। ਤੇ ਮਨੀਸ਼ ਭਾਜੀ ਨੂੰ ਵੀ ਪਹਿਲਾਂ ਮਿਲ ਲਈਏ। ਭਾਜੀ ਕੀ ਹਾਲ ਹੈ? ਵਧੀਆ ਠੀਕ ਠਾਕ ਹੋ? ਹਾਂਜੀ। ਅੱਛਾ ਭਾਜੀ ਹੁਣੀ ਵੀ ਸੇਵਾ ਵੀ ਕਰਦੇ ਨੇ। ਭਾਜੀ ਹੁਣੀ ਭਾਈ ਤੁਸੀਂ ਇੱਥੇ ਨੂੰ ਆਓ, ਲਾਈਟ ਤੁਹਾਡੇ ਚਿਹਰੇ ਤੇ ਪ੍ਰੋਪਰ ਪਵੇ, ਦਰਸ਼ਕਾਂ ਨੂੰ ਦਿਖੇ ਵੀ ਤਾਂ ਸਹੀ। ਹਾਂ ਤੇ ਭਾਜੀ ਹੁਣੀ ਸੇਵਾ ਵੀ ਕਰਦੇ ਨੇ। ਦੇਖੋ ਭਾਜੀ ਅਪਰ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦਾ ਹੈ ਜੀ। ਇਹ ਵੀ ਘਰੇ ਬੈਠ ਕੇ ਏਸੀ 'ਚ ਆਰਾਮ ਨਾਲ ਰਿਮੋਟ ਦੇ ਚੈਨਲ ਚੇਂਜ ਕਰਦਾ ਹੋਇਆ ਟੀਵੀ ਦੇਖ ਸਕਦਾ ਸੀਗਾ, ਜਾਂ ਫੋਨ ਸਕਰੋਲ ਕਰਦਾ ਹੋਇਆ ਫੇਸਬੁੱਕ ਤੇ ਲਾਈਕ ਔਰ ਡਿਸਲਾਈਕ ਕਰ ਸਕਦਾ ਸੀ। ਬਟ ਇਹ ਫਿਜ਼ੀਕਲੀ ਪਾਰਟਿਸਿਪੇਟ ਕਰਦਾ, ਪੇਸ਼ੈਂਟਸ ਨੂੰ ਵੀਲ ਚੇਅਰ ਤੇ ਨਾਲ ਐਂਬੂਲੈਂਸ 'ਚ ਬੈਠ ਕੇ ਪੀਜੀਆਈ ਦੇ ਵਿੱਚ ਉਹਨਾਂ ਦੇ ਕਾਰਡਸ ਬਣਾਉਣੇ, ਉਹਨਾਂ ਦੇ ਨਾਲ ਜਾਣਾ, ਡਾਕਟਰ ਨਾਲ ਕੰਸਲਟ ਕਰਨਾ, ਇੱਥੇ ਅਲੱਗ-ਅਲੱਗ ਸੇਵਾਵਾਂ ਦੇ ਵਿੱਚ ਹਿੱਸਾ ਲੈ ਕੇ ਪੇਸ਼ੈਂਟਸ ਨੂੰ ਮੈਂਟਲੀ ਬੂਸਟ ਕਰਨਾ। ਇਸ ਤਰ੍ਹਾਂ ਦੀ ਅਣਗਿਣਤ ਮਲਟੀਪਲ ਰੋਲ ਹੈ ਇਸ ਸੇਵਾ ਦੇ ਵਿੱਚ। ਮਨੀਸ਼ ਭਾਈ ਤੁਸੀਂ ਕਿੱਥੋਂ ਹੋ ਵੈਸੇ? ਖਰੜ ਤੋਂ ਜੀ। ਅੱਛਾ ਤੁਸੀਂ ਨੇੜੇ ਹੀ ਤੁਸੀਂ ਰਹਿੰਦੇ ਹੋ? ਹਾਂਜੀ ਹਾਂਜੀ। ਤੇ ਤੁਸੀਂ ਫਿਰ ਸ਼ਾਮ ਨੂੰ ਘਰੇ ਜਾਂਦੇ ਹੋ? ਨਹੀਂ, ਜ਼ਿਆਦਾਤਰ ਇੱਥੇ ਹੀ ਰਹਿੰਦਾ ਹਾਂ। ਅੱਛਾ ਸੇਵਾ ਕਰਦੇ ਹੋ? ਹਾਂਜੀ ਹਾਂਜੀ। ਤੇ ਕਦੇ ਤੁਹਾਨੂੰ ਇਹ ਨਹੀਂ ਹੁੰਦਾ ਵੀ ਜਿਵੇਂ ਭਾਜੀ ਨੇ ਕਿਹਾ ਤੁਸੀਂ ਵੀ ਰੈਸਟ ਕਰੋ? ਹਾਂਜੀ ਕਰਦਾ ਹੈਗਾ ਪਰ ਬਹੁਤ ਘੱਟ ਹੈ। ਚਲੋ ਅੱਛਾ ਕਦੇ ਜਿਵੇਂ ਹੁਣ ਅੰਦਰ ਭਾਜੀ ਨੂੰ ਅਸੀਂ ਮਿਲੇ ਸੀ, ਉਹ ਕਹਿੰਦੇ ਸੀ ਮੈਂ ਬੜਾ ਡੀਮੋਟੀਵੇਟ ਹੋ ਗਿਆ ਸੀ, ਲੇਕਿਨ ਜਦੋਂ ਇੱਥੇ ਆਇਆ ਤਾਂ ਬੜਾ ਮੈਨੂੰ ਮੋਟੀਵੇਸ਼ਨ ਮਿਲੀ ਭਾਜੀ ਉਹਨਾਂ ਕੋਲੋਂ ਵੀ ਸਾਡੇ ਵਾਸਤੇ ਵੀ ਰਾਹ ਖੁੱਲ੍ਹੇ ਨੇ, ਅਸੀਂ ਵੀਲ ਚੇਅਰ 'ਤੇ ਬੈਠ ਕੇ ਵੀ ਕਾਫੀ ਕੁਝ ਕਰ ਸਕਦੇ ਹਾਂ। ਤੇ ਤੁਸੀਂ ਜਿਵੇਂ ਹੁਣ ਮੈਂ ਦੇਖ ਰਿਹਾ ਤੁਸੀਂ ਮਤਲਬ ਕਿ ਸਹਾਰਾ ਲੈ ਕੇ ਚੱਲ ਰਹੇ ਹੋ, ਤੇ ਕਦੋਂ ਤੋਂ ਤੁਸੀਂ ਮਤਲਬ ਤੁਹਾਨੂੰ ਪ੍ਰੋਬਲਮ ਹੈ? ਤੇ ਮੈਨੂੰ 2013 ਤੋਂ ਆਈ ਇਹ ਪ੍ਰੋਬਲਮ। ਤੇ ਮੈਂ ਕਾਫੀ ਕਰਦੇ ਨੇ ਮਤਲਬ ਇਲਾਜ ਕਰਵਾਇਆ ਹੈਗਾ, ਫਿਜ਼ੀਓਥੈਰੇਪੀ ਵਗੈਰਾ ਕਰਵਾਈ ਹੈਗੀ ਹੈ, ਬਸ ਸਟਿੱਕ ਦੇ ਨਾਲ ਚੱਲ ਲੈਂਦਾ ਹੈਗਾ। ਪਰ ਇਹ ਤੋਂ ਅੱਗੇ ਨਹੀਂ ਇੰਪਰੂਵਮੈਂਟ ਹੋਣੀ ਹੈਗੀ, ਇਹ ਸੱਟ ਹੀ ਇੱਦਾਂ ਦੀ ਹੈਗੀ ਹੈ। ਹਾਂਜੀ ਚਲੋ ਤੁਸੀਂ ਕਈਆਂ ਨਾਲੋਂ ਚੰਗੇ ਹੋ। ਹਾਂਜੀ ਹਾਂਜੀ ਕਈਆਂ ਨਾਲੋਂ ਚੰਗੇ। ਇਹ ਪੇਸ਼ੈਂਟ ਵੀਲ ਚੇਅਰ 'ਤੇ ਬੈਠ ਕੇ ਗੇਮ 'ਚ ਵੀ ਪਾਰਟੀਸਪੇਟ ਕਰ ਸਕਦੇ ਆ, ਬਾਸਕਟਬਾਲ ਹੋ ਗਿਆ, ਬਾਕੀ ਹੋਰ ਕਾਫੀ ਤਰ੍ਹਾਂ ਦੀ ਵੀਲ ਚੇਅਰ ਕ੍ਰਿਕਟ ਟੀਮ ਵੀ ਹੈਗੀ ਹੈ, ਤਾਂ ਬਾਕੀ ਹੋਰ ਤਰ੍ਹਾਂ ਦੀਆਂ ਹੈਗੀਆਂ। ਤਾਂ ਬਿਲਕੁਲ ਇਹੀ ਬਹੁਤ ਵੱਡੀ ਹੈ ਵੀ ਤੁਸੀਂ ਆਪ ਪੀੜੇ ਤੋਂ, ਲੇਕਿਨ ਤੁਸੀਂ ਮਤਲਬ ਕਿ ਖੁਦ ਸੇਵਾ ਵੀ ਕਰ ਰਹੇ ਹੋ, ਜਿਵੇਂ ਭਾਜੀ ਨੇ ਦੱਸਿਆ। ਬਹੁਤ ਚੰਗੀ ਗੱਲ ਹੈ ਭਾਜੀ, ਤੁਹਾਨੂੰ ਦੇਖ ਕੇ ਕਈਆਂ ਨੇ ਠੀਕ ਹੋਣਾ ਇੱਥੇ। ਹਾਂਜੀ ਹਾਂਜੀ ਬਸ ਵੀਰ ਜੀ ਦਾ ਸਹਿਯੋਗ ਹੈਗਾ ਨਾ, ਨਾਲ ਲੱਗ ਕੇ ਕਰਾਈ ਸਹਿਯੋਗ ਦੇ ਨਾਲ ਹੀ ਸਾਰਾ ਕੁਝ ਹੁੰਦਾ। ਹੁਣ ਅੰਦਰ ਚਲੀਏ, ਮੇਰੇ ਖਿਆਲ 'ਚ ਉੜੀਸਾ ਵਾਲੇ ਵੀ ਅੰਦਰ ਨੇ। ਇੱਕ ਸਾਡੀ ਭੈਣ ਹੈਗੀ ਹੈ ਉੜੀਸਾ ਤੋਂ ਹੈ, ਤੇ ਉਹ ਬਹੁਤ ਸੋਹਣੀ ਮਤਲਬ ਕਾਰੀਗਰ ਹੈ ਉਨ ਸਿਲਾਈਆਂ ਦੇ ਨਾਲ ਨਾ, ਤੁਹਾਨੂੰ ਦਿਖਾਵਾਂਗੇ ਤੇ ਮਿਲਵਾਵਾਂਗੇ ਵੀ। कैसे हैं आप? ठीक है। ठीक हो? हाँ। अब पहले से ठीक हो? पहले से बहुत अच्छा है। तो ये किसके लिए बना रहे हो? और ये मीनाक्षी मम्मी के लिए। अच्छा तो स्वर्ण भैया के लिए नहीं बनाया आपने? अभी पैसे लेके कितना ज़्यादा मना, तो भैया के लिए भी कुछ नहीं बनाई हूँ। अच्छा आप कहाँ से हो? उड़ीसा से। उड़ीसा से हो, तो फैमिली सारी उड़ीसा में ही रहती है? हाँ सब उड़ीसा में। अच्छा भाजी ये कदों तो इतने आए हुए ने? ਇਹਨਾਂ ਨੂੰ ਲਗਭਗ 5 ਜਾਂ 6 ਮਹੀਨੇ ਹੋ ਚੁੱਕੇ ਹੈ, ਔਰ ਇਹ ਪਿਛਲੇ 15 ਸਾਲ ਤੋਂ ਬੈੱਡ ਰਿਡਨ ਨੇ। ਹਾਂਜੀ ਤੇ ਇਹਨਾਂ ਦਾ ਜੋ ਬੈੱਡ ਸੂਟ ਸੀਗਾ 100% ਰਿਕਵਰ ਕਰ ਚੁੱਕਿਆ ਹੈ। ਦੇਖੋ ਉੜੀਸਾ ਤੋਂ ਇਹਨਾਂ ਦੇ ਪੇਰੈਂਟਸ ਛੱਡ ਕੇ ਗਏ ਨੇ ਇਹਨਾਂ ਨੂੰ, ਹੈ ਨਾ। ਇੱਕ ਜਵਾਨ ਧੀ ਨੂੰ ਅਦਰ ਸਟੇਟ ਦੇ ਵਿੱਚ, ਜਿਨ੍ਹਾਂ ਨੂੰ ਕਦੇ ਪੰਜਾਬ ਆਏ ਵੀ ਨਹੀਂ, ਉੱਥੇ ਸਾਡੇ ਭਰੋਸੇ ਛੱਡ ਕੇ ਗਏ ਨੇ। ਇਹ ਆਪਣੇ ਆਪ 'ਚ ਇੱਕ ਬਹੁਤ ਅਚੀਵਮੈਂਟ ਹੈਗੀ ਹੈ ਕਿ ਲੋਕ ਸਾਡੇ 'ਤੇ ਇੰਨਾ ਭਰੋਸਾ करते हैं। बिल्कुल बिल्कुल। तो अच्छा ये आपने यहाँ पर आके सीखा है या पहले से आता था? पहले से आता था। आता था पहले से। तो इतना सुंदर कैसे बना लेते हो? मेरा हो जाता है, मैं देख लेती तो हो जाता। कहाँ से देखते हो? ये बोला यूट्यूब का है। अच्छा। और मेरा दिमाग में कौन सा आता मैं भूल लेती। अच्छा यूट्यूब से देख के आप कॉपी कर लेते हो, मतलब बुन लेते हो? नहीं यूट्यूब का पहले डॉल है मोबाइल में, वो बोला मैं मेरा दिमाग से बनाई थी।
ਭਾਜੀ ਇਹ ਲੱਗੇ ਰਹਿੰਦੇ ਨੇ ਮਤਲਬ ਇਦਾਂ ਬਣਾਉਣ ਦੇ ਲਈ? ਹਾਂਜੀ, ਇਹ ਇਹਨਾਂ ਦਾ ਪੈਸ਼ਨ ਹੈ। ਇਹ ਬਹੁਤ ਹੀ ਸੁੰਦਰ ਕਾਰੀਗਰ ਨੇ ਉਨ ਦੀ ਬੁਣਾਈ ਦੇ, ਔਰ ਭੈਣ ਜੀ ਹੁਣੀ ਕੋਆਰਡੀਨੇਟ ਕਰ ਰਹੇ ਆ ਅਮਰੀਕਾ ਦੇ ਵਿੱਚ ਇਹਨੂੰ ਸੇਲ ਆਊਟ ਕਰਨ ਦੇ ਲਈ। ਉੱਥੋਂ ਸ਼ਾਇਦ ਇਹ ਪਹਿਲਾ ਸੈਂਪਲ ਆਰਡਰ ਭੇਜਿਆ ਜਾ ਰਿਹਾ ਹੈ ਇਸ ਉੱਥੇ ਸੈਂਟਾ ਕ੍ਰਿਸਮਸ ਲਈ। ਇਹ ਸੈਂਟਾ ਕਲੌਸ ਬਣਾਇਆ ਹੈ, ਇਹ ਛੋਟਾ ਜਿਹਾ ਬਣਾਇਆ, ਇਹ ਰੇਨਡੀਅਰ ਹੈ। ਸੋ ਇਸ ਤਰੀਕੇ ਦੀ ਇਹ क्राफ्ट के तौर पे भेजा जाएगा। मैंने सेंटा क्लॉस दिखाइए एक मिनट। ये सेंटा क्लॉस आपने बनाया है? ये तो मोटा बना दिया। उनका पेट और मोटू होता है। वो छोटू सिंपल बनाया, बाद में यहाँ के लिए मैं बड़ा वाला बनाऊंगी। अच्छा, बड़ा वाला तो स्वर्ण जी को दोगे? हाँ पक्का? टोपी ऐसी अलग चाहिए उसकी? टोपी अलग से बनाओगे? अलग से पाजी के लिए बनाओगे सेंटा क्लॉस वाली टोपी? वो बड़ी बनेगी ना। बनाना आता, बना लूँगी। बना दोगे? देखो मेरी कितनी मासूमियत है। तो भाजी ये तुसी ज़रूर पकड़ो। तो अच्छा हुन ये ਤੁਸੀਂ ਟਾਈ ਅਪ ਕਰ ਰਹੇ ਹੋ ਕਿ ਇਹ ਬਾਹਰ US ਦੇ ਵਿੱਚ ਸੇਲ ਆਊਟ ਹੋ ਸਕਣ? ਹਾਂਜੀ, ਇੱਕ ਜੋ ਭੈਣ ਜੀ ਹੈਗੇ ਨੇ ਪਲਵੀ ਜੀ, ਉਹਨਾਂ ਨਾਲ ਟਾਈ ਅਪ ਕੀਤਾ। ਉਹਨਾਂ ਨੇ ਉਹ ਕਰਾਫਟਸ ਦੇ ਵਿੱਚ ਕੰਮ ਕਰਦੇ, ਉਹਨੇ USA ਲਈ ਸੈਂਪਲਸ ਮੰਗਾਏ ਤੋਂ ਭੇਜੇ ਜਾ ਰਹੇ ਹਨ। ਸੋ ਹੋਪਫੁਲੀ ਸਭ ਕੁਝ ਪੋਜ਼ਿਟਿਵ ਰਿਹਾ ਤਾਂ ਇੱਕ ਐਮਪਲੋਇਮੈਂਟ ਜਨਰੇਸ਼ਨ ਹੋ ਜਾਏਗਾ ਇਸ ਬੱਚੇ ਲਈ। ਉਹ ਆਪਣੇ ਆਪ ਦੇ ਵਿੱਚ ਇੱਕ ਨਵਾਂ ਮੈਸੇਜ ਹੈ। ਬਿਲਕੁਲ। ਅੱਛਾ, ਮੈਮ ਨਾਲ ਗੱਲ ਕਰਾਂਗੇ। ਮੈਮ ਤੁਸੀਂ ਕੈਮਰਾ ਪਰਸਨ ਨੂੰ ਕਹਾਂਗੇ ਥੋੜਾ ਜਿਹਾ ਸੈੱਟ ਕਰੇ ਕੈਮਰਾ। ਮੈਮ ਤੁਸੀਂ ਕਿੱਥੋਂ? सर मेरा नाम मीनाक्षी है, मैं दिल्ली से आई हूँ। आप दिल्ली से हैं, तो आपको कब ये प्रॉब्लम हुई मैम? मेरे को 2 साल पहले 2018 पे। तो फैमिली में से कोई आया आपके साथ? नहीं, मेरे साथ कोई नहीं है। तो फैमिली में कौन कौन है? मेरी फैमिली में बेटी है मेरी एक, एंड हस्बैंड, और एक बड़ी बेटी एक्सपायर हो गए थे उसमें एक्सीडेंट में। उसी एक्सीडेंट में आपको चोट लगी थी? हाँ जी, हाँ जी। तो आपके जो ससुराल वाले हैं वो आप उन्हीं के साथ रहते हो? नहीं, मम्मी के साथ रहती हूँ, कोई सपोर्ट नहीं करते हैं। ससुराल वाले आपको नहीं पूछते? नहीं, कोई नहीं सपोर्ट करते। तो पाजी, स्वर्ण पाजी और इनकी टीम सारी यहाँ पे ठीक रख रही है आपको? हाँ जी, मैं यहाँ पे बहुत खुश हूँ और बहुत अच्छा लगा यहाँ पे आके। ये लोग बहुत ज़्यादा सपोर्टिव हैं और इतनी केयर करते हैं कि कोई घर पे इतनी केयर नहीं कर सकता जितनी यहाँ पे केयर होती है। और मैं यही चाहती हूँ कि हम जैसे लोगों के लिए मतलब ये लोग बहुत अच्छा काम कर रहे हैं, बहुत अच्छा, और इस चीज़ को काफ़ी बढ़ावा मिले और ये चीज़ बहुत आगे जाए और मतलब हर चीज़ की फैसिलिटी हो, जैसे रिहैब सेंटर ये लोग, और इनका काम मतलब ये जो भी काम कर रहे हैं ना ये बहुत आगे तक जाए। मैं यही चाहती हूँ। मैं हर किसी को बोलूँगी कि यहाँ पे आएँ, यहाँ पे बहुत अच्छा ट्रीटमेंट होता है। एंड जो भी अब मतलब किसी के आसपास अगर ऐसी कोई इंजरी है, कोई ऐसी प्रॉब्लम से गुजर रहा है जिसका कोई सपोर्ट ना हो, तो प्लीज़ यहाँ तक उसको पहुँचाइए। और यहाँ पे बहुत अच्छा सपोर्ट है। इन सब लोगों का बहुत बहुत धन्यवाद जो भी इस संस्था को चला रहे हैं, ज्योति दी, सोरेन भैया, मनीष भैया, जो भी लोग हैं बहुत अच्छा काम कर रहे हैं, बहुत ज़्यादा, और हम लोगों की बहुत केयर करते हैं। हमारा खाने के बाद ये लोग खाना खाते हैं, हमारे सोने के बाद ये लोग सोते हैं, और कभी भी कोई भी दिक्कत आती है तो रात को 2 बज रहे हो चाहे फ़ौरन मतलब हाजिर होते हैं हम लोगों के लिए। बहुत नहीं, बिल्कुल बहुत वड्डी गल है जी। तो ਤੁਸੀਂ ਜਦੋਂ ਮੈਡਮ ਇੱਥੇ ਆਏ ਜਾਂ ਇਹਨਾਂ ਨੂੰ ਲੈ ਕੇ ਕਿ ਆਪ ਖੁਦ ਆਏ ਜਾਂ ਲੈਣ ਗਏ ਸੀ? ਇਹ ਖੁਦ ਆਏ ਸੀ, ਦਿੱਲੀ ਤੋਂ ਆਏ ਸੀ। ਕਿਉਂਕਿ ਇਹ ਤਾਂ ਕਹਿ ਰਹੇ ਨੇ ਕਿ ਫੈਮਿਲੀ ਨਾਲ ਵੀ ਇਹਨਾਂ ਦੀ ਫੈਮਿਲੀ 'ਚ ਕੋਈ ਇਨ-ਲॉज ਦੇ ਵਿੱਚ ਕੋਈ ਸਪੋਰਟ ਨਹੀਂ ਕਰਦਾ? ਨਹੀਂ, ਇਹਨਾਂ ਦੇ ਇਨ-ਲॉज 'ਚ ਕੋਈ ਸਪੋਰਟ ਨਹੀਂ ਕਰਦਾ। ਐਕਚੁਅਲੀ 2018 'ਚ ਇਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਤੇ ਉਹਦੇ ਵਿੱਚ ਹਸਬੈਂਡ ਤੇ ਇੱਕ ਡਾਟਰ ਦੀ ਡੈਥ ਹੋ ਗਈ ਸੀ ਤੇ ਇੱਕ ਡਾਟਰ ਰਹਿ ਗਈ ਤੇ ਉਹ ਇਨ-ਲॉज ਨੇ ਉਹਨਾਂ ਨੂੰ ਸਪੋਰਟ ਕਰਨਾ ਬੰਦ ਕਰਤਾ। ਹੁਣ ਇਹ ਮਤਲਬ ਮੈਕੇ ਵਿੱਚ ਰਹਿੰਦੀ ਹੈ ਆਪਣੀ ਮੰਮੀ ਦੇ ਨਾਲ। ਲੇਕਿਨ ਇੱਥੇ ਮੇਰੇ ਖਿਆਲ 'ਚ ਦੱਸ ਰਹੇ ਨੇ ਇੱਥੇ ਪਰਿਵਾਰ ਦੀ ਕਹਿੰਦੇ ਕਮੀ ਮਹਿਸੂਸ ਨਹੀਂ ਹੁੰਦੀ। ਹਾਂਜੀ, ਉਹ ਤਾਂ ਹੈ, ਉਹ ਸਾਰੇ ਹੀ ਰਲ ਮਿਲ ਕੇ ਆਪਾਂ ਰਹਿੰਦੇ ਹਾਂ ਇੱਥੇ ਨਾ ਇੱਕ ਤੁਹਾਡੀ ਟੀਮ ਲਈ ਮੇਰੇ ਖਿਆਲ ਬਹੁਤ ਵੱਡਾ ਕੰਪਲੀਮੈਂਟ ਹੈ। ਵਾਹਿਗੁਰੂ ਦੀ ਦੇਣ ਹੈ ਜੀ। ਨਹੀਂ, ਬਹੁਤ ਬਹੁਤ ਵਧੀਆ, ਬਹੁਤ ਵਧੀਆ। ਭਾਈ ਅੱਗੇ ਚੱਲੀਏ, ਉਸ ਤੋਂ ਬਾਅਦ ਫਿਰ ਹਿਸਾਬ ਕਿਤਾਬ ਵੀ ਲਵਾਂਗੇ। ਹਿਸਾਬ ਕਿਤਾਬ ਦਾ ਅੱਜ ਕੱਲ੍ਹ ਰੌਲਾ बहुत पै रहा है ना? हाँ जी, बिल्कुल जी। हाँ, नमस्कार अंकल जी। नमस्कार जी। नमस्कार आंटी जी। आप कहाँ से हैं? हम कुरुक्षेत्र से। कुरुक्षेत्र से। आप रेस्ट कीजिए, अंकल जी से बात करता हूँ मैं। अंकल जी, आंटी जी को कब से प्रॉब्लम है ये? लगभग 23 साल हो गए जी। 23 साल? हाँ जी। तो 23 साल से बेड पे हैं? 23 साल बेड पे हैं। 23 साल तो 23 साल से बेड पे ही हैं जी। तो बेड सोल्स कब हुए? बेड सोल 4 साल हो गया जी। तो उसका ट्रीटमेंट कहीं कुरुक्षेत्र में या कहीं आपने और कोशिश नहीं की? एक्चुअली कराया तो था पर वहाँ पे ठीक नहीं हुए, तो कराते कराते मतलब ऐसे 3-4 जगह कराया, ठीक नहीं हुए, तो यहाँ आके थोड़ा ज़्यादा ही फ़र्क पड़ा है जी। यहाँ फ़र्क पड़ गया? हाँ, यहाँ जी। आप हरियाणा, कुरुक्षेत्र हरियाणा से हैं, तो मैंने देखा यहाँ पे कई स्टेट, 4-5-6 स्टेट से तो लोग जो पेशेंट्स आए हुए हैं,
तो यहाँ पे आप क्या जो देख रहे हैं उनको क्या कहना चाहेंगे कि वाकई यहाँ पे इलाज होता है बेड सोल्स का? बिल्कुल सही इलाज हो रहा है यहाँ पे। हाँ जी, जो जो इलाज हो रहा है बिल्कुल सही हो रहा है। बेड सोल का तो मेन इलाज यही पे, हम तो ये सोचेंगे जी, और कहीं नहीं। ना जी। और है तो सही, मतलब बाकी पैसे का सर्जरी कर दी, पैसे ले लिए, बस घर भेज। यहाँ पे पैसे नहीं लगते? यहाँ पैसा कुछ नहीं है जी, यहाँ बिल्कुल अच्छी बात हो रही है जी। हाँ जी, हाँ जी। नहीं, बहुत बहुत चंगी गल हैगी है। ਹੁਣ ਭਾਜੀ ਕੋਲ ਬੈਠਦੇ ਹਾਂ ਤੇ ਭਾਜੀ ਨੇ ਪੁੱਛਾਂਗੇ ਭਾਜੀ ਹਿਸਾਬ ਕਿਤਾਬ। ਭਾਜੀ ਅੰਦਰ ਤਾਂ ਗੱਲਾਂ ਬਾਤਾਂ ਹੋ ਗਈਆਂ ਪੂਰੀਆਂ ਤੇ ਹੁਣ ਅੱਛਾ ਇਹ ਦੱਸੋ ਜਿਹੜਾ ਅੱਜ ਕੱਲ੍ਹ ਰੌਲਾ ਵੀ ਪੈ ਰਿਹਾ ਹੈ ਹਿਸਾਬ ਕਿਤਾਬ ਨੂੰ ਲੈ ਕੇ, ਫੰਡਿੰਗ ਨੂੰ ਲੈ ਕੇ, ਸਰਵ ਹਿਊਮੈਨਿਟੀ ਸਰਵ ਗੋਡ ਜਿਹੜਾ ਤੁਹਾਡਾ ਟਰਸਟ ਹੈ, ਚੈਰੀਟੇਬਲ ਟਰਸਟ ਹੈ, ਇਹਨੂੰ ਫੰਡਿੰਗ ਕਿੱਥੋਂ ਹੁੰਦੀ ਹੈ? ਤੁਸੀਂ ਆਪਣਾ ਜਿਹੜਾ ਖਰਚਾ ਹੈ ਉਹ ਤੁਸੀਂ ਕਿਵੇਂ ਚਲਾਉਂਦੇ ਹੋ? ਭਾਜੀ ਅਸੀਂ ਜੋ ਸਾਡੇ ਨੀਅਰ ਐਂਡ ਡੀਅਰ ਵਨਸ ਨੇ, ਸਾਡੇ ਸਕੂਲਮੇਟ, ਸਾਡੇ ਕਾਲਜਮੇਟ, ਸਾਡੇ ਪ੍ਰੋਫੈਸਰ, ਲੈਕਚਰਰਸ, ਸੇਮ ਸੋਚ ਵਾਲੇ ਸੋਸਾਇਟੀ ਦੇ ਇਨਸਾਨ 15 ਸਾਲ ਤੋਂ ਲੈ ਕੇ 85 ਸਾਲ ਤੱਕ ਦੇ ਡਿਫਰੈਂਟ ਪ੍ਰੋਫੈਸ਼ਨਸ ਤੋਂ ਔਰ ਬਹੁਤ ਜੈਂਡਰਸ ਤੋਂ ਜੁੜੇ ਹੋਏ ਲੋਕ ਨੇ, ਜੋ ਅਸੀਂ ਮੰਥਲੀ ਔਰ ਵੀਕਲੀ ਸੇਵਾਵਾਂ, ਅਲੱਗ-ਅਲੱਗ ਸੇਵਾਵਾਂ ਦੇ ਵਿੱਚ ਸਹਿਯੋਗ ਕਰਦੇ ਹਾਂ। ਅਸੀਂ ਉਹਦੇ ਵਿੱਚ ਟਾਂਕੇ ਵੀ ਲੱਗਦੇ ਨੇ ਸੇਵਾ ਦੇ ਵਿੱਚ? ਬਿਲਕੁਲ ਵੀ ਨਹੀਂ ਭਾਜੀ। ਕਿਵੇਂ ਨਹੀਂ ਲੱਗਦੇ? ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਭਾਜੀ ਬਹੁਤ ਰੌਲਾ ਪਿਆ ਹੋਇਆ। ਮੈਂ ਤਾਂ ਹੀ ਸਵਾਲ ਚੁੱਕਿਆ ਭਾਜੀ, ਕਿਉਂਕਿ ਅੱਜ ਕੱਲ੍ਹ ਰੌਲਾ ਬਹੁਤ ਪਿਆ, ਸਮਾਜ ਸੇਵੀ ਬਹੁਤ ਖੜੇ ਹੋ ਗਏ ਨੇ ਤੇ ਹਿਸਾਬ ਉਹਨਾਂ ਕੋਲੋਂ ਦਿੱਤਾ ਨਹੀਂ ਜਾ ਰਿਹਾ ਤੇ ਇਸ ਕਰਕੇ ਹੁਣ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਤੇ ਮੈਂ ਤਾਂ ਹੀ ਪੁੱਛਿਆ ਤੁਸੀਂ ਕਿਵੇਂ ਇਸ ਚੀਜ਼ ਤੋਂ ਬਚੇ ਹੋਏ ਹੋ? ਦੇਖੋ ਭਾਜੀ, ਮੈਂ ਜੋ ਆਬਜ਼ਰਵ ਕਰ ਪਾ ਰਿਹਾ ਸੋਸ਼ਲ ਮੀਡੀਆ ਤੇ, ਬਹੁਤ ਸਾਰੇ ਜੋ ਪੱਤਰਕਾਰ ਵੀਰ ਨੇ ਉਹਨਾਂ ਨੂੰ ਵੀ ਇਸ ਚੀਜ਼ ਬਾਰੇ ਜਾਣਕਾਰੀ ਨਹੀਂ ਹੁੰਦੀ, ਨਾ ਜਵਾਬ ਦੇਣ ਵਾਲੇ ਨੂੰ ਜਾਣਕਾਰੀ ਹੁੰਦੀ ਹੈ। ਹਰ ਚੀਜ਼ ਲਈ ਇੱਕ ਸਿਸਟਮ ਬਣਿਆ ਹੋਇਆ ਨਾ, ਸਾਨੂੰ ਸਿਸਟਮ ਦੇ ਤਹਿਤ ਹੀ ਚੱਲਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਮੈਂ ਹਮੇਸ਼ਾ ਦੇਖਿਆ ਲੋਕੀ ਆਪਣੇ ਜੋ ਸੋਸਾਇਟੀ ਜਾਂ ਟਰਸਟ ਰਜਿਸਟਰ ਕਰਾਉਂਦੇ ਆ, ਉਹ ਰਜਿਸਟ੍ਰੇਸ਼ਨ ਹੀ ਗਲਤ ਹੁੰਦੀ ਹੈ ਨਾ। ਉਸ ਤੋਂ ਬਾਅਦ ਅਸੀਂ ਇਨਕਮ ਟੈਕਸ ਡਿਪਾਰਟਮੈਂਟ ਪਹੁੰਚਣਾ ਹੈ, ਅਸੀਂ ਆਪਣੇ ਟੈਕਸ ਸਬਮਿਟ ਕਰਨੇ ਆ। ਸਰਵ ਹਿਊਮੈਨਿਟੀ ਸਰਵ ਗੋਡ ਪਿਛਲੇ 4 ਸਾਲ ਤੋਂ ਆਪਣੀ ਟੈਕਸ ਰਿਟਰਨ ਫਾਈਲ ਕਰਦੀ ਹੈ। ਸਾਰੀ ਜੋ ਡੋਨੇਸ਼ਨਸ ਦਿੱਤੀ ਜਾਂਦੀ ਹੈ ਵਾਈਟ ਦੇ ਵਿੱਚ ਲਿੱਤੀ ਜਾਂਦੀ ਹੈ। ਸਾਡੇ ਸਾਰੇ ਪ੍ਰੋਪਰ ਰਿਕਾਰਡਸ ਮੇਨਟੇਨ ਹੁੰਦੇ ਹੈ ਔਰ ਅਸੀਂ ਰੀਸੈਂਟਲੀ FCRA ਅਪਲਾਈ ਕੀਤਾ ਹੈ, ਕਿਉਂਕਿ ਫੋਰਨ ਡੋਨੇਸ਼ਨਸ ਦੀ ਗੱਲ ਹੋ ਰਹੀ ਹੈ। ਉਹਦੇ ਲਈ FCRA ਅਕਾਊਂਟ ਹੁੰਦਾ ਹੈ, ਉਹ ਫੋਰਨ ਕੰਟਰੀਬਿਊਸ਼ਨ ਰੈਗੂਲੇਟਰੀ ਐਕਟ ਬਣਿਆ ਹੋਇਆ ਹੈ ਸੈਂਟਰਲ ਗਵਰਨਮੈਂਟ ਦਾ, ਉਹਦੇ ਤਹਿਤ ਹੁੰਦਾ ਹੈ। ਇਹ ਹੋਮ ਮਿਨਿਸਟਰੀ ਦੇ ਵਿੱਚ ਚੱਲਦਾ ਇਸ਼ੂ ਹੁੰਦਾ। ਤੁਸੀਂ ਇਹ ਸਾਰੇ ਕੁਝ ਡਾਕੂਮੈਂਟਸ ਜੇ ਹੋ ਗਏ ਜਾਂ ਸਰਟੀਫਿਕੇਟਸ ਹੋ ਗਏ ਜਾਂ ਪਰਮਿਸ਼ਨਸ ਹੋ ਗਈਆਂ, ਤੁਸੀਂ ਇਹ ਹਾਂ ਮੈਂ ਇਹੀ ਪੁੱਛਣ ਲੱਗਿਆ ਸੀ, ਇਹ ਤੁਸੀਂ ਕੰਪਾਈਲ ਕਰਕੇ ਵੀ ਰੱਖਦੇ ਹੋ? ਹਾਂਜੀ, ਕਿਉਂਕਿ ਦਿਖਾ ਸਕਦੇ ਹੋ? ਹਾਂਜੀ, ਮੈਂ ਤੁਹਾਨੂੰ ਦਿਖਾਣਾ ਕੰਪਾਈਲ ਕਰਕੇ ਕਿਉਂ ਧਿਆਨ ਨਾਲ ਰੱਖੀਦਾ ਹੁੰਦਾ ਹੈ। ਭਾਜੀ ਅਸੀਂ ਜੋ ਵੀ ਇਨਕਮ ਟੈਕਸ ਡਿਪਾਰਟਮੈਂਟ ਦੀ ਫਾਰਮੈਲਿਟੀਜ਼ ਹੁੰਦੀਆਂ ਅਸੀਂ ਉਹ ਪੂਰੇ ਕਰਦੇ ਹਾਂ। ਸਾਡੇ ਕੋਲ 12AA ਸਰਟੀਫਿਕੇਟ ਹੈ ਇਨਕਮ ਟੈਕਸ ਡਿਪਾਰਟਮੈਂਟ ਗਵਰਨਮੈਂਟ ਆਫ ਇੰਡੀਆ ਦਾ। 12AA ਸਰਟੀਫਿਕੇਟ ਕੀ ਹੁੰਦਾ ਹੈ? 12AA ਸਰਟੀਫਿਕੇਟ ਹੁੰਦਾ ਕਿ ਸਾਡੇ ਅਕਾਊਂਟ ਦੇ ਵਿੱਚ ਚਾਹੇ ਲੱਖ ਰੁਪਇਆ ਆਏ, ਚਾਹੇ 100 ਕਰੋੜ ਰੁਪਇਆ ਆਏ, ਅਸੀਂ ਉਸ 'ਤੇ ਗਵਰਨਮੈਂਟ ਆਫ ਇੰਡੀਆ ਨੂੰ ਟੈਕਸ ਨਹੀਂ ਦੇਵਾਂਗੇ। ਹਾਂ, ਅਸੀਂ ਫਾਰਮ 10B ਹੁੰਦਾ ਹੈ, ਇਸ ਦੇ ਤਹਿਤ ਅਸੀਂ ਆਪਣਾ ਆਡਿਟ ਰਿਪੋਰਟ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ ਸਬਮਿਟ ਕਰਦੇ ਹਾਂ ਹਰੇਕ ਸਾਲ, ਬਟ ਅਸੀਂ ਟੈਕਸੇਬਲ ਨਹੀਂ ਰਹਿੰਦੇ। ਉਸ ਤੋਂ ਬਾਅਦ ਸਰਟੀਫਿਕੇਟ ਇਸ਼ੂ ਹੁੰਦਾ ਹੈ 80G। ਤੁਸੀਂ ਕਿਹਾ ਭਾਜੀ ਚਾਹੇ ਤੁਹਾਡੇ ਕੋਲ 1 ਲੱਖ ਰੁਪਇਆ ਆਵੇ, ਚਾਹੇ 100 ਕਰੋੜ ਰੁਪਇਆ ਆਵੇ ਤੁਹਾਡੀ NGO ਦੇ ਖਾਤੇ ਬੈਂਕ ਅਕਾਊਂਟ ਦੇ ਵਿੱਚ, ਔਰ ਤੁਸੀਂ ਟੈਕਸ ਨਹੀਂ ਦੇਣਾ, ਪਰ ਉਹਦਾ ਚੈੱਕ ਰਹਿੰਦਾ ਵੀ ਉਹ ਆਇਆ ਕਿੱਥੋਂ ਹੈ, ਕ੍ਰਾਸ ਚੈੱਕ ਜੇ ਕਿਸੇ ਨੇ ਕਰਨਾ ਹੋਵੇ। ਸਾਰੀ ਫੰਡਿੰਗ ਵਾਈਟ ਦੇ ਵਿੱਚ ਹੁੰਦੀ ਹੈ ਜੀ, ਟ੍ਰਾਂਜੈਕਸ਼ਨ ਹੁੰਦੀ ਹੈ, ਚੈੱਕ ਕੈਸ਼ ਨਹੀਂ ਐਕਸੈਪਟ ਕਰਦੇ ਅਸੀਂ। ਹਾਂਜੀ, ਤੇ ਉਸ ਤੋਂ ਬਾਅਦ ਸਰਟੀਫਿਕੇਟ ਇਸ਼ੂ ਹੁੰਦਾ ਹੈ 80G ਅਪਲਾਈ ਕਰਨਾ ਪੈਂਦਾ ਹੈ। ਇਹ ਵੀ ਫਾਈਨੈਂਸ ਮਿਨਿਸਟਰੀ ਇਨਕਮ ਟੈਕਸ ਡਿਪਾਰਟਮੈਂਟ ਐਗਜ਼ਾਮਸ਼ਨਸ ਦੇ ਵਿੱਚੋਂ ਇਸ਼ੂ ਹੁੰਦਾ ਹੈ। ਇਹ ਸਰਟੀਫਿਕੇਟ ਭਾਜੀ ਇੰਨੇ ਈਜ਼ੀ ਨਹੀਂ ਹੈਗੇ, ਈਜ਼ੀ ਕਿ ਨੈਕਸਟ ਟੂ ਇੰਪੋਸੀਬਲ ਨੇ। ਔਰ ਅੱਜ ਕੱਲ੍ਹ ਜੋ ਹਾਲਾਤ ਨੇ ਪਿਛਲੇ 10 ਸਾਲ ਦੇ ਵਿੱਚ, ਜਿੱਥੇ 5.5-6 ਲੱਖ NGOs ਦੇ ਲਾਇਸੈਂਸ ਕੈਂਸਲ ਹੋਏ ਨੇ, ਉਸ ਦੇ ਵਿੱਚ ਨੈਕਸਟ ਟੂ ਇੰਪੋਸੀਬਲ ਹੈ। ਸਾਡੇ ਕੋਲ ਸਰਟੀਫਿਕੇਸ਼ਨਸ, ਕਿਉਂਕਿ ਅਸੀਂ ਸਾਰਾ ਜਿੰਨੀ ਵੀ ਸੇਵਾਵਾਂ ਕਰਦੇ ਹਾਂ ਉਹ ਵਾਈਟ ਦੇ ਵਿੱਚ ਕਰਦੇ ਹਾਂ, ਸਾਰਾ ਰਿਕਾਰਡ ਪ੍ਰੋਪਰਲੀ ਮੇਨਟੇਨ ਹੁੰਦਾ ਹੈ। ਤੁਸੀਂ ਉਸ ਤੋਂ ਅੱਗੇ ਦੇਖ ਸਕਦੇ ਹੋ FCRA, ਮਿਨਿਸਟਰੀ ਆਫ ਹੋਮ ਅਫੇਅਰਸ, ਹੈ ਨਾ। ਇਹ ਫੋਰਨ ਕੰਟਰੀਬਿਊਟਰੀ ਰੈਗੂਲੇਟਰੀ ਐਕਟ ਹੈ। ਜੇ ਤੁਸੀਂ ਬਾਹਰੋਂ ਪੈਸੇ ਮੰਗਾਣੇ ਹੈ, ਇਹਦਾ ਅਕਾਊਂਟ ਅਲੱਗ ਹੁੰਦਾ ਹੈ, ਠੀਕ ਹੈ ਜੀ। ਇਹ ਹੋਮ ਮਿਨਿਸਟਰੀ ਇਸ਼ੂ ਕਰਦੀ ਹੈ ਔਰ ਇਸ ਦੇ ਲਈ ਸਾਡੀ ਜਨਵਰੀ ਲਾਸਟ ਵੀਕ ਦੇ ਵਿੱਚ ਇੰਟੈਲੀਜੈਂਸ ਬਿਊਰੋ ਔਰ ਪੰਜਾਬ ਪੁਲਿਸ CID ਰਿਪੋਰਟਸ ਕਲੀਅਰ ਹੋ ਕੇ ਹੋਮ ਮਿਨਿਸਟਰੀ 'ਚ ਗਈਆਂ ਹੋਈਆਂ ਨੇ, ਬਟ ਕੋਵਿਡ-19 ਕਰਕੇ ਸਾਰਾ ਪ੍ਰੋਸੈਸ ਸਲੋ ਡਾਊਨ ਹੋ ਗਿਆ। ਅਦਰਵਾਈਜ਼ ਇਹ ਵੀ ਸਾਡਾ FCRA ਅਕਾਊਂਟ ਵੀ ਸਾਡਾ ਖੁੱਲ੍ਹ। ਤੁਸੀਂ ਜੇ FCRA ਤੁਹਾਡੇ ਕੋਲ ਨਹੀਂ ਹੈਗਾ, ਤੁਸੀਂ ਫਿਰ ਬਾਹਰ ਤੋਂ ਡਾਇਰੈਕਟਲੀ ਕਿਸੇ ਨੇ ਫੋਰਨ ਤੋਂ, ਕੈਨੇਡਾ, USA ਤੋਂ, ਕਿਸੇ ਹੋਰ ਕੰਟਰੀ ਤੋਂ ਤੁਹਾਨੂੰ ਸੇਵਾ ਭੇਜਣੀ ਹੋਵੇ, ਭੇਜ ਸਕਦੇ ਹੋ? ਬਿਲਕੁਲ ਜੀ, ਉਹ ਆਪਣੇ ਰਿਸ਼ਤੇਦਾਰ ਤੋਂ ਭੇਜ ਸਕਦਾ ਜਾਂ ਆਪਣਾ NRA ਅਕਾਊਂਟ ਯੂਜ਼ ਕਰ ਸਕਦਾ ਸਰਵ ਹਿਊਮੈਨਿਟੀ ਦੇ ਅਕਾਊਂਟ 'ਚ ਡੋਨੇਸ਼ਨ ਟ੍ਰਾਂਸਫਰ ਕਰਨ ਲਈ, ਹੈ ਨਾ। ਮਤਲਬ ਡਾਇਰੈਕਟਲੀ ਉਹ ਉੱਥੇ ਤੋਂ ਅਕਾਊਂਟ ਤੋਂ ਨਹੀਂ ਤੁਹਾਨੂੰ ਪਾ ਸਕਦੇ? ਉਸ ਕੰਡੀਸ਼ਨ ਦੇ ਵਿੱਚ ਕਿਹਾ ਅਸੀਂ ਫੇਮਾ ਦੇ ਅੰਡਰ ਆ ਜਾਂਦੇ ਹਾਂ ਔਰ ਉਸ ਦੇ ਵਿੱਚ ਜੇ ਕੋਈ ਸਾਨੂੰ 100 ਰੁਪਏ ਡੋਨੇਟ ਕਰ ਰਿਹਾ ਤਾਂ ਸਾਨੂੰ 200% ਪੈਨਲਟੀ ਹੈ ਉਹਦੀ।
ਅੱਛਾ ਹਾਂ 200 ਰੁਪਏ ਸਾਨੂੰ ਗਵਰਨਮੈਂਟ ਆਫ ਇੰਡੀਆ ਨੂੰ ਵਾਪਸ ਦੇਣੇ ਪੈਣਗੇ। ਮੈਂ ਸੁਣਿਆ ਤੁਹਾਡੀ NGO ਦੀ ਇੱਕ ਤੁਸੀਂ ਬ੍ਰਾਂਚ ਕਹਿ ਲਓ ਜਾਂ ਐਸੋਸੀਏਟਸ ਕਹਿ ਲਓ ਅਮਰੀਕਾ ਦੇ ਵਿੱਚ ਵੀ ਹੈਗੇ ਨੇ। ਹਾਂਜੀ, ਅਸੀਂ ਅਮਰੀਕਾ ਦੇ ਵਿੱਚ ਵੀ ਜੋ ਸਿਆਟਲ ਟੀਮ ਸੀਗੀ ਹੈ ਨਾ, ਅਮਨਦੀਪ ਮਣਕੂ ਔਰ ਬਾਕੀ ਜੋ ਉਹਨਾਂ ਦੇ ਸਾਥੀ ਨੇ, ਉਹਨਾਂ ਨੇ ਸਿਆਟਲ ਦੇ ਵਿੱਚ ਪੂਰੇ ਅਮਰੀਕਾ ਦੇ ਵਿੱਚ ਰਜਿਸਟਰ ਕਰਾਈ ਹੈ। ਜਿਵੇਂ ਇੱਥੇ ਡਿਪਾਰਟਮੈਂਟ ਜੋ ਇਨਕਮ ਟੈਕਸ ਡਿਪਾਰਟਮੈਂਟ ਹੈ ATG ਇਸ਼ੂ ਕਰਦਾ ਹੈ, ਉੱਥੇ ਐਗਜ਼ੈਂਪਸ਼ਨ ਇਸ਼ੂ ਹੁੰਦੀ ਹੈ 501C ਹੈ ਨਾ। ਸਰਵ ਮੈਂਟੀ ਸਰਵ ਗੋਡ ਚੈਰੀਟੇਬਲ ਟਰਸਟ ਜੋ ਅਮਰੀਕਾ ਦੇ ਵਿੱਚ ਰਜਿਸਟਰ, ਉੱਥੇ 501C ਸਰਟੀਫਿਕੇਟ ਇਸ਼ੂ ਹੈ ਉਹਨਾਂ ਨੂੰ। ਉਹਨਾਂ ਦੀ ਜੋ ਉਹਨਾਂ ਨੇ ਜੋ ਆਪਣਾ ਬਾਇਲਾਜ਼ ਬਣਾਏ ਹੈ, ਉਸ ਦੇ ਵਿੱਚ ਇੰਡੀਆ ਦਾ ਜੋ ਰਜਿਸਟ੍ਰੇਸ਼ਨ ਨੰਬਰ ਹੈ ਉਹ ਪਾਇਆ ਹੋਇਆ ਹੈ। ਇੱਥੇ ਦਾ ATG ਸਰਟੀਫਿਕੇਟ ਜਿੰਨੇ ਵੀ ਜੋ ਸਰਟੀਫਿਕੇਸ਼ਨਸ ਹੈ ਉਹ ਵਿੱਚ ਇੰਕਲੂਡ ਕੀਤੀਆਂ ਗਈਆਂ ਨੇ। ਭਾਈ ਤੁਹਾਨੂੰ ਅਸੀਂ ਪੁੱਛਿਆ ਤੁਹਾਡੇ ਕੋਲ ਕਾਗਜ਼ ਵੀ ਹੈਗੇ ਨੇ, ਤੁਹਾਡੇ ਕੋਲ ਜਵਾਬ ਵੀ ਹੈਗੇ ਨੇ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਬੜਾ ਰੌਲਾ ਚੱਲਿਆ ਹੋਇਆ, ਕੁਝ ਸਮਾਜ ਸੇਵੀ ਨੇ ਜਿਨ੍ਹਾਂ ਤੋਂ ਹਿਸਾਬ ਮੰਗਿਆ ਜਾ ਰਿਹਾ, ਕੁਝ NRI ਵੀਰ ਜਿਨ੍ਹਾਂ ਨੇ ਪੈਸੇ ਭੇਜੇ ਨੇ ਹਿਸਾਬ ਮੰਗ ਰਹੇ ਨੇ, ਉਹਨਾਂ ਕੋਲ ਜਵਾਬ ਕੋਈ ਨਹੀਂ। ਤੁਸੀਂ ਕਿਵੇਂ, ਤੁਸੀਂ ਖੁਦ NGO ਚਲਾ ਰਹੇ ਹੋ, ਤੁਹਾਨੂੰ ਕੀ ਲੱਗਦਾ ਜਵਾਬ ਉਹਨਾਂ ਕੋਲੋਂ ਕਿਉਂ ਨਹੀਂ ਦਿੱਤਾ ਜਾ ਰਿਹਾ? ਭਾਜੀ ਦੇਖੋ, ਇੱਕ ਤਾਂ ਜੋ ਸੇਵਾ ਐਕਸਟੈਂਡ ਕੀਤੀ ਗਈ ਨਹੀਂ ਉਹ ਵਾਈਟ ਦੇ ਵਿੱਚ ਕਰਨੀ ਚਾਹੀਦੀ ਸੀਗੀ, ਠੀਕ ਹੈ, ਔਰ ਲਿਖਤੀ ਰੂਪ ਦੇ ਵਿੱਚ ਰਸੀਦਾਂ ਲੈਣੀ ਚਾਹੀਦੀਆਂ ਸੀਗੀਆਂ। ਅਸੀਂ ਵੀ ਹਰ ਤਰੀਕੇ ਦੀ ਸੇਵਾਵਾਂ ਦੇ ਵਿੱਚ ਸਹਿਯੋਗ ਕਰਦੇ ਹਾਂ, ਜਿਵੇਂ ਕਿ ਕੰਸਟਰਕਸ਼ਨ ਸੇਵਾ ਦੇ ਉੱਪਰ ਜ਼ਿਆਦਾ ਸਵਾਲ ਉੱਠ ਰਹੇ ਹੈ, ਸਾਰਾ ਰਿਕਾਰਡ ਮੇਨਟੇਨ ਹੁੰਦਾ ਹੈ ਨਾ। ਤੁਸੀਂ ਰੌਲਾ ਕਿਉਂ ਨਹੀਂ ਪਾਉਂਦੇ? ਤੁਸੀਂ ਫੇਸਬੁੱਕ ਤੇ ਆ ਕੇ ਲਾਈਵ ਕਿਉਂ ਨਹੀਂ ਕਰਦੇ? ਬਸ ਭਾਜੀ ਪਿੱਛੇ ਬੈਕ ਐਂਡ ਤੇ ਰਹਿ ਕੇ ਇੰਨਾ ਠੀਕ ਲੱਗਦਾ ਹੈ। ਨਹੀਂ ਤੁਸੀਂ ਕਰਿਆ ਕਰੋ ਨਾ। ਅਗਲੇ ਅੱਜ ਕੱਲ੍ਹ ਬੜਾ ਰਿਵਾਜ਼ ਚੱਲਿਆ, ਕੋਈ ਸੇਵਾ ਕਰਦਾ ਮਕਾਨ ਦੀ ਜਾਂ ਇੱਕ ਕੋਈ, ਮੈਂ ਕਹਿੰਦਾ ਕੋਈ 10 ਕਿਲੋ ਆਟਾ ਫੜਾ ਕੇ ਆਉਂਦਾ, ਫੋਟੋਆਂ ਖਿੱਚ ਕੇ ਪਾਉਂਦਾ ਹੈ ਜੀ। ਤੁਸੀਂ ਕਿਉਂ ਨਹੀਂ ਪਾਉਂਦੇ? ਤੁਸੀਂ ਮਕਾਨ ਵੀ ਬਣਵਾ ਕੇ ਦਿੱਤੇ, ਤੁਸੀਂ ਇੰਨੇ ਲੋਕਾਂ ਨੂੰ ਜ਼ਿੰਦਗੀ ਦਿੱਤੀ ਹੈ। ਭਾਜੀ ਸਾਡਾ ਫੇਸਬੁੱਕ ਪੇਜ ਹੈ ਸੇਮ ਨਾਮ ਤੋਂ, ਸਰਵ ਮੈਂਟੀ ਸਰਵ ਗੋਡ ਹੈ ਨਾ। ਤੇ ਮਕਾਨ ਵਾਲਾ ਵੀ ਪਾਇਆ ਉਹਦੇ ਵਿੱਚ? ਸਭ ਕੁਝ ਹੈ ਭਾਜੀ, ਪਾਇਆ ਹੈ। ਅਸੀਂ ਬੂਸਟ ਕਿਉਂ ਨਹੀਂ ਕਰਦੇ ਫਿਰ? ਨਹੀਂ ਭਾਜੀ, ਸਾਡੇ ਅਸੀਂ ਜੋ ਕੰਟਰੀਬਿਊਟਰਸ ਹੈ ਨਾ, ਟੂ ਲੈਟ them ਅਵੇਅਰ ਕਿ ਕਿਸ ਕੰਡੀਸ਼ਨ ਦੇ ਕਾਰਨ ਇਹ ਸੇਵਾ ਐਕਸਟੈਂਡ ਕੀਤੀ ਜਾਂਦੀ ਹੈ। ਸਿਰਫ ਉਸ ਪਰਪਸ ਲਈ ਅਸੀਂ ਵੀਡੀਓ ਬਣਾਉਂਦੇ, ਕੋਈ ਸੈਲਫ ਗਲੋਰੀਫਿਕੇਸ਼ਨ ਲਈ, ਆਪਣੀ ਵਾਹ ਲਈ ਨਹੀਂ ਬਣਾਉਂਦੇ ਹੈ ਨਾ। ਇਹ ਸਾਡਾ ਮਕਸਦ ਹੁੰਦਾ ਹੈ। ਤੁਸੀਂ ਨਾਮ ਪਿੱਛੇ 뮤직 ਵੀ ਨਹੀਂ ਲਾਉਂਦੇ ਹੋਣੇ ਨਾ? ਪਿੱਛੇ 뮤직 ਚੱਲਦਾ, ਗਾਣਾ ਚੱਲਦਾ? ਨਹੀਂ ਬਿਲਕੁਲ ਨਹੀਂ। ਤੁਸੀਂ ਅਨਪ੍ਰੋਫੈਸ਼ਨਲ ਹੋ ਕਹਿ ਸਕਦੇ ਹੋ, ਹਾਂਜੀ ਕਹਿ ਸਕਦੇ ਹੋ। ਅੱਛਾ, ਤੁਸੀਂ ਮਕਾਨ ਦੀ ਗੱਲ ਕਰ ਰਹੇ ਸੀ ਕੋਈ? ਭਾਜੀ ਦੇਖੋ, ਸਾਨੂੰ ਇੱਕ ਇਸ ਤਰ੍ਹਾਂ ਸਾਨੂੰ ਇੱਕ ਐਪਲੀਕੇਸ਼ਨ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਆਧਾਰ ਕਾਰਡ ਨੰਬਰ ਵਗੈਰਾ ਸਭ ਮੈਂਸ਼ਨ ਹੁੰਦਾ। ਉਹਨੂੰ ਲੰਬੜਦਾਰ ਜਾਂ ਫਿਰ ਜੋ ਸਰਪੰਚ ਸਾਹਿਬਾਨ ਹੁੰਦੇ ਆ ਉਹ ਇਹਨੂੰ ਰੈਕੋਗਨਾਈਜ਼ ਕਰਦੇ ਹੈ ਨਾ, ਕਿ ਇਹ ਤਸਦੀਕ ਕੀਤਾ ਜਾਂਦਾ ਕਿ ਇਹ ਗਰੀਬ ਨੇ, ਵਾਕਈ ਇਹਨਾਂ ਦੀ ਗੁੰਜਾਇਸ਼ ਨਹੀਂ ਹੈ, ਉਹਨਾਂ ਦਾ ਆਧਾਰ ਕਾਰਡ ਨੰਬਰ ਲੱਗਦੇ ਨੇ ਹੈ ਨਾ। ਔਰ ਜੋ ਚੈੱਕ ਜੋ ਪੇਮੈਂਟਸ ਹੁੰਦੀਆਂ ਉਹ ਸਾਰੀ ਵਾਈਟ ਦੇ ਵਿੱਚ ਹੁੰਦੀਆਂ ਨੇ, ਕੋਈ ਵੀ ਕੈਸ਼ ਦੇ ਵਿੱਚ ਲੈਣ ਦੇਣ ਨਹੀਂ ਹੁੰਦਾ। ਤੁਸੀਂ ਦੇਖ ਸਕਦੇ ਹੋ ਰਸੀਦਾਂ ਕੱਟੀਆਂ ਹੋਈਆਂ, ਚੈੱਕ ਨੰਬਰ ਇੰਨਾ ਹੈ 1 ਲੱਖ ਰੁਪਏ ਦਾ ਹੈ ਨਾ, 80% ਕੰਪਲੀਸ਼ਨ ਤੋਂ ਬਾਅਦ 25,000 ਰੁਪਏ ਹੋਰ ਇਸ਼ੂ ਕੀਤਾ ਜਾਏਗਾ ਲਿਖਿਆ ਹੋਇਆ। ਇਹ ਸਾਰੇ ਉਹਨਾਂ ਦੇ ਰਸੀਦੀ ਟਿਕਟਾਂ ਦੇ ਉੱਪਰ ਸਾਈਨ ਹੁੰਦੇ ਹੈ, ਆਧਾਰ ਕਾਰਡ ਨੰਬਰ ਮੈਂਸ਼ਨ ਕੀਤੇ ਹੋਏ ਨੇ ਹੈ ਨਾ। ਬੰਦਾ ਕੱਲ੍ਹ ਨੂੰ ਮੁੱਕਰ ਜਾਏਗਾ ਬਈ ਮੈਂ ਤਾਂ ਲਿੱਤੇ ਨਹੀਂ, ਬਟ ਕਾਗਜ਼ ਤੋਂ ਨਹੀਂ ਮੁੱਕਰ ਸਕਦਾ ਹੈ ਨਾ, ਕਾਗਜ਼ ਤੋਂ ਨਹੀਂ ਮੁੱਕਰ ਸਕਦਾ। ਭਾਜੀ ਇਹ ਕੁਝ ਇਸ ਤਰ੍ਹਾਂ ਹੀ ਹੈ, ਲੋਕ ਕਹਿੰਦੇ ਅਸੀਂ NGO ਰਜਿਸਟਰ ਨਹੀਂ ਕਰਾਇਆ ਹੋਇਆ। ਰਜਿਸਟ੍ਰੇਸ਼ਨ ਨਾਲ ਕੁਝ ਨਹੀਂ ਹੋਣਾ ਭਾਜੀ। ਰਜਿਸਟਰਡ ਕਰ, ਤੁਸੀਂ ਕਚਹਿਰੀ ਜਾਓ, ਤੁਹਾਡੇ 3-4 ਹਜ਼ਾਰ ਰੁਪਏ ਲੱਗਣਗੇ, ਉੱਥੇ ਟਾਈਪਿਸਟ ਬੈਠੇ ਹੈ, ਉਹੀ ਕਾਪੀ ਪੇਸਟ ਕਰਕੇ ਤੁਹਾਨੂੰ ਇੱਕ ਟਰਸਟ ਜਾਂ ਸੁਸਾਇਟੀ ਰਜਿਸਟਰ ਕਰ ਦੂੰਗੇ, ਉਹ 'ਚ ਕੋਈ ਇਸ਼ੂ ਨਹੀਂ ਹੈ। ਇਹ ਇੱਕ ਕਾਰ ਲੈਣ ਦੀ ਤਰ੍ਹਾਂ ਹੈ ਭਾਜੀ। ਜੇ ਆਪਾਂ ਕਾਰ ਲੈਣੀ ਹੈ ਤਾਂ ਸਾਨੂੰ ਉਹਦੀ RC ਵੀ ਚਾਹੀਦੀ ਹੈ, ਸਾਨੂੰ ਉਹਦਾ ਇੰਸ਼ੋਰੈਂਸ ਵੀ ਚਾਹੀਦੀ ਹੈ, ਸਾਨੂੰ ਡਰਾਈਵਿੰਗ ਲਾਇਸੈਂਸ ਵੀ ਚਾਹੀਦਾ, ਸਾਨੂੰ ਪੋਲਿਊਸ਼ਨ ਕੰਟਰੋਲ ਵੀ ਚਾਹੀਦਾ ਹੈ। ਜੇ ਅਸੀਂ ਉਹ ਗੱਡੀ ਰੇਸਿੰਗ ਟਰੈਕ 'ਤੇ ਦੌੜਾਉਣੀ ਹੈ, ਸਾਨੂੰ ਕੇਜ ਬਾਰ ਦੀ ਔਰ ਜੋ ਸਪੈਸ਼ਲ ਪਰਮਿਸ਼ਨਸ ਸਾਨੂੰ ਉਹ ਵੀ ਚਾਹੀਦੀਆਂ ਨੇ। ਤਾਂ ਹੀ ਉਹ ਕੰਪਲੀਟ ਪੈਕੇਜ ਬਣੇਗਾ, ਤਾਂ ਹੀ ਤੁਸੀਂ ਲੀਗਲ ਤਰੀਕੇ ਨਾਲ ਇਸ ਸੇਵਾ 'ਚ ਸਹਿਯੋਗ ਕਰ ਸਕਦੇ ਹੋ, ਵਰਨਾ ਨਹੀਂ ਕਰ ਸਕਦੇ। ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਰਿਹਾ ਸੀ ਕਿ NGO ਦੀ ਤੁਸੀਂ ਗੱਲ ਕੀਤੀ ਹੈ, ਤੁਸੀਂ ਸੀਐਟਲ ਵਿੱਚ ਵੀ ਤੁਹਾਡੀ ਟੀਮ ਨੇ ਉੱਥੇ ਰਜਿਸਟਰਡ ਮੇਰੇ ਖਿਆਲ 'ਚ ਕਰਵਾਈ ਹੈ। ਤੇ ਸਰਕਾਰੀ ਮੁਲਾਜ਼ਮ ਜਿਹੜੇ ਨੇ ਕੀ ਉਹ NGO ਚਲਾ ਸਕਦੇ ਨੇ ਜਾਂ ਪਰਮਿਸ਼ਨ ਚਾਹੀਦੀ ਹੈ? ਭਾਜੀ ਜਿੰਨੀ ਮੈਨੂੰ ਔਥੈਂਟੀਕੇਟਡ ਨੌਲੇਜ ਹੈ, ਚਾਹੇ ਉਹ ਇਕੱਲੇ ਪੁਲਿਸ ਡਿਪਾਰਟਮੈਂਟ ਦੀ ਗੱਲ ਨਹੀਂ ਹੈ, ਕੋਈ ਵੀ ਸਰਕਾਰੀ ਡਿਪਾਰਟਮੈਂਟ ਦਾ ਬੰਦਾ ਹੋਏਗਾ, ਉਹਨੂੰ ਆਪਣੀ ਪੇਰੈਂਟ ਆਰਗੇਨਾਈਜੇਸ਼ਨ ਤੋਂ ਰਿਟਨ ਦੇ ਵਿੱਚ ਐਪਲੀਕੇਸ਼ਨ ਦੇ ਕੇ ਮਨਜ਼ੂਰੀ ਲੈਣੀ ਪਏਗੀ ਜੇ ਉਹ ਕੁਝ ਇਸ ਤਰ੍ਹਾਂ ਦਾ ਕਰਨਾ ਚਾਹੁੰਦਾ ਹੈ। ਲੇਕਿਨ ਸਿਰਫ ਮਨਜ਼ੂਰੀ ਨਾਲ ਹੀ ਕੰਮ ਚੱਲੇਗਾ ਜਾਂ ਫਿਰ ਉਹਨੂੰ ਕਾਗਜ਼ ਪੱਤਰ ਵੀ ਪੂਰੇ ਕਰਨੇ ਪੈਣੇ ਨੇ NGO ਦੇ? ਮਨਜ਼ੂਰੀ ਤਾਂ ਸਿਰਫ ਆਪਣੀ ਪੇਰੈਂਟ ਆਰਗੇਨਾਈਜੇਸ਼ਨ ਤੋਂ ਲੈਣੀ ਪਏਗੀ, ਉਸ ਤੋਂ ਬਾਅਦ ਉਹਨੂੰ ਕਾਗਜ਼ ਪੱਤਰ ਸਾਰੇ ਪੂਰੇ ਕਰਨੇ ਪੈਣੇ ਆ। ਸਾਨੂੰ ਕੱਲ੍ਹ ਨੂੰ ਜਦੋਂ ਪੰਜਾਬ ਪੁਲਿਸ CID ਜਾਂ ਇੰਟੈਲੀਜੈਂਸ ਬਿਊਰੋ ਆਏ ਸੀ, ਸਾਡੇ ਕੋਲ ਕੱਲਾ ਰਿਕਾਰਡ ਬੋਲਦਾ ਸੀ। ਦੇਖੋ ਮੈਂ ਬੋਲੀ ਜਾਵਾਂ ਕਿ ਮੈਂ ਇਹ ਕੀਤਾ, ਮੈਂ ਉਹ ਕੀਤਾ, ਮੇਰੇ ਕੋਲ ਰਿਕਾਰਡ ਕੋਈ ਹੋਵੇ ਨਾ, ਉਹਨਾਂ ਨੇ ਰਿਕਾਰਡ ਦੇਖਣਾ। ਰਿਕਾਰਡ ਤਾਂ ਅਸੀਂ ਸਾਰਾ ਮੇਨਟੇਨ ਕਰਦੇ ਹਾਂ। ਤੇ ਜਿਹਦੇ ਕੋਲ ਇਹ ਰਿਕਾਰਡ ਨਹੀਂ ਮੇਨਟੇਨ ਨਹੀਂ ਕੀਤਾ ਜਾਂ ਪਰਮਿਸ਼ਨ ਨਹੀਂ ਲਈ ਡਿਪਾਰਟਮੈਂਟ ਤੋਂ ਜਾਂ ਇਹ ਰਿਕਾਰਡ ਮੇਨਟੇਨ ਨਹੀਂ ਕੀਤਾ, ਉਹਨਾਂ ਨੂੰ ਜੈਨੂਇਨ ਅਸੀਂ ਕਹਿ ਸਕਦੇ ਹਾਂ ਜਾਂ ਫਿਰ ਨਹੀਂ? ਨਹੀਂ ਭਾਜੀ, ਦੇਖੋ ਮੈਨੂੰ ਪਤਾ ਹੈ ਅਮਰੀਕਾ ਵੱਲੋਂ ਜ਼ਿਆਦਾ ਇੱਕ ਰੌਲਾ ਪਾ ਰਹੇ ਕੁਝ ਸਿੰਘ ਸਾਹਿਬ, ਕੈਨੇਡਾ ਤੋਂ ਹੈ ਨਾ, ਕੁਝ ਸਿੰਘ ਸਾਹਿਬ ਹੈਗੇ ਨੇ। ਔਰ ਕੈਨੇਡਾ ਵਿੱਚ ਵੀ ਕਹਿੰਦੇ ਸਾਡੀ NGO ਰਜਿਸਟਰਡ ਹੈ ਕੈਨੇਡਾ ਦੇ ਵਿੱਚ। ਅੱਛੀ ਗੱਲ ਹੈ ਭਾਜੀ,
ਜਿਵੇਂ ਹੁਣ ਅਸੀਂ ਅਮਰੀਕਾ ਦੇ ਵਿੱਚ ਰਜਿਸਟਰ ਕਰਾਈਏ, ਜੇ ਤੁਸੀਂ ਪਿੰਗਲਵਾੜੇ ਦੇ ਪਿੱਛੇ ਗੌਰ ਕਰੋਗੇ ਨਾ ਤਾਂ ਕੈਨੇਡਾ ਦਾ ਵੀ ਅਕਾਊਂਟ ਦਿੱਤਾ ਹੋਏਗਾ, ਇੰਗਲੈਂਡ ਦਾ ਵੀ ਦਿੱਤਾ ਹੋਏਗਾ, ਹੈ ਨਾ, ਅਮਰੀਕਾ ਦਾ ਵੀ ਦਿੱਤਾ ਹੋਏਗਾ। ਉਸ ਅਕਾਊਂਟ 'ਚੋਂ ਇਕੱਠੇ ਕਰਕੇ ਉਹ ਇੰਡੀਆ ਦੇ ਅਕਾਊਂਟ 'ਚ ਵਾਈਟ ਟ੍ਰਾਂਸਫਰ ਹੋਏਗਾ। ਲੇਕਿਨ ਹੋਏਗਾ ਕਿਵੇਂ? ਜਦ ਤੁਹਾਡੇ ਕੋਲ FCR ਹੈ, ਲਾਇਸੈਂਸ, ਔਰ ਸਾਰੇ ਹੋਮ ਮਿਨਿਸਟਰੀ ਤੋਂ ਕਲੀਅਰੈਂਸਿਸ ਹੋਣਗੀਆਂ, ਅਦਰਵਾਈਜ਼ ਉਹ ਸਾਰਾ ਕੁਝ ਬਲੈਕ ਹੋ ਜਾਏਗਾ। ਫਿਰ ਇੱਥੋਂ ਜਿਹੜਾ ਇੱਥੇ ਪੈਸਾ ਆ ਰਿਹਾ ਸੀ ਉਹ ਬਲੈਕ ਸਮਝੀਏ ਸੀ ਜਾਂ ਵਾਈਟ ਸੀ? ਭਾਜੀ ਕੈਸ਼ ਦੇ ਵਿੱਚ, ਕੈਸ਼ ਅਕੋਰਡਿੰਗ ਟੂ ਗਵਰਨਮੈਂਟ ਆਫ ਇੰਡੀਆ ਰੂਲਸ, ਤੁਸੀਂ 2000 ਰੁਪਏ ਤੋਂ ਉੱਪਰ ਕਿਸੇ ਨੂੰ ਕੈਸ਼ ਨਹੀਂ ਦੇ ਸਕਦੇ। ਇਹ ਗਵਰਨਮੈਂਟ ਆਫ ਇੰਡੀਆ ਦਾ ਰੂਲ ਹੈ। ਚਲੋ, ਤੇ ਅੱਛਾ ਭਾਜੀ ਮੇਰਾ ਆਖਰੀ ਸਵਾਲ, ਕਿਉਂਕਿ ਸਵਾਲ ਤਾਂ ਬਹੁਤ ਨੇ, ਮੈਂ ਇੱਥੇ ਬੈਠਾ ਰਵਾਂ, ਮੇਰੇ ਸਵਾਲ ਨਹੀਂ ਮੁੱਕਣੇ, ਲੇਕਿਨ ਸਮਾਂ ਬਹੁਤ ਹੋ ਗਿਆ। ਤੇ ਜਿਹੜੇ ਪੇਸ਼ੈਂਟਸ ਨੇ ਜਾਂ ਕੋਈ ਹੋਰ ਵੀ ਤੁਹਾਨੂੰ ਦੇਖ ਰਿਹਾ ਹੈ, ਉਹ ਤੁਹਾਡੇ ਤੱਕ ਕਿਵੇਂ ਅਪਰੋਚ ਕਰ ਸਕਦਾ ਹੈ? ਭਾਜੀ ਸਾਡੇ ਗੂਗਲ ਦੇ ਉੱਪਰ ਤੁਸੀਂ ਸਰਵ ਹਿਊਮੈਨਿਟੀ, ਸਰਵ ਗੋਡ ਲਿਖੋਗੇ, ਸਾਡੇ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਖੁੱਲ੍ਹ ਜਾਂਦੇ ਹੈ। ਸਾਡੀ ਵੈਬਸਾਈਟ ਹੈ sshg.co.in, ਸਾਡੀ ਸਾਰੀ ਇਨਫੋਰਮੇਸ਼ਨ ਉਸ 'ਤੇ ਅਵੇਲੇਬਲ ਹੈ, ਸਾਡੇ ਫ਼ੋਨ ਨੰਬਰਸ ਹੈਗੇ ਹੈ, ਔਰ ਸਾਨੂੰ ਸੇਵਾ ਲਈ ਅਪਰੋਚ ਕੀਤਾ ਜਾ ਸਕਦਾ ਹੈ। ਇਹ ਤੁਸੀਂ ਉੱਦਾਂ ਦੀ ਸੇਵਾ ਵੀ ਕਰਦੇ ਹੋ ਵੀ ਕਿਸੇ ਨੂੰ ਸੜਕ ਤੋਂ ਚੱਕਿਆ, ਨਵਾ ਧਵਾ ਕੇ ਫਿਰ ਫੋਟੋ ਖਿਚਾ ਲਈ? ਨਹੀਂ ਭਾਜੀ, ਅਸੀਂ ਇੱਕ ਕੰਪਲੀਟ ਪੈਕੇਜ ਹੈ ਭਾਜੀ, ਹੈ ਨਾ। ਮੈਂ ਇੱਕ ਗੱਲ ਐਡ ਕਰੂੰਗਾ ਪਲੀਜ਼, ਹੈ ਨਾ। ਆਪਾਂ ਅਕਸਰ ਦੇਖਦੇ ਹਾਂ ਪੇਸ਼ੈਂਟ ਸੇਵਾ, ਹੈ ਨਾ, ਕਿ ਬਈ ਉਹਨੂੰ 2000 ਰੁਪਏ ਦੀ ਦਵਾਈ ਲੈਤੀ, 5000 ਰੁਪਏ ਲੈਤੀ। ਮੇਰਾ ਯਕੀਨ ਕਰੋ, ਅਸੀਂ 2015 ਦੇ ਵਿੱਚ ਇੱਦਾਂ ਹੀ ਕਰਦੇ ਸੀਗੇ, ਲੇਕਿਨ ਅਸੀਂ ਦੇਖਿਆ ਪੇਸ਼ੈਂਟ ਸੇਵਾ ਇੱਕ ਕੰਪਲੀਟ ਪੈਕੇਜ ਹੈ ਨਾ। ਉਹਨੂੰ ਡਿਸਚਾਰਜ ਹੋਣ ਤੋਂ ਬਾਅਦ ਵੀ ਦਵਾਈਆਂ ਦੀ ਲੋੜ ਪੈਣੀ, ਉਹ ਕੰਪਲੀਟ ਪੈਕੇਜ ਹੈ। ਉਹਨੂੰ 5-10 ਹਜ਼ਾਰ ਰੁਪਏ ਦਵਾਈ ਦੇਣ ਨਾਲ ਕੁਝ ਨਹੀਂ ਬਦਲੇਗਾ। ਜੇ ਬਾਂਹ ਫੜਨੀ ਹੈ ਤਾਂ ਪੂਰੀ ਬਾਂਹ ਫੜੀ ਆਪਾਂ, ਹੈ ਨਾ। ਤੇ ਜਿਵੇਂ ਅੱਜ ਕੱਲ੍ਹ ਜਿਹੜਾ ਰੌਲਾ ਪਿਆ ਹੈ, ਉਸ ਤੋਂ ਬਾਅਦ ਮੈਂ ਕਈ ਜਣਿਆਂ ਨੂੰ ਇਹ ਵੀ ਕਹਿੰਦੇ ਸੁਣਿਆ ਵੀ ਸਾਨੂੰ ਕੋਈ ਫਰਕ ਨਹੀਂ ਪੈਣਾ, ਇਹ ਪੇਸ਼ੈਂਟਸ ਨੂੰ ਫਰਕ ਪੈਣਾ ਹੈ। ਉਹ ਕੀ ਮਤਲਬ, ਉਹ ਸਹੀ ਸੁਨੇਹਾ ਦੇ ਰਹੇ ਨੇ ਜਾਂ ਇਮੋਸ਼ਨਲੀ ਬਲੈਕਮੇਲ ਕਰ ਰਹੇ ਨੇ? ਭਾਜੀ ਦੇਖੋ, ਸਾਰੀ ਦੁਨੀਆ ਨੂੰ ਤਾਂ ਗੁਰੂ ਨਾਨਕ ਸਾਹਿਬ ਹੀ ਰਜਾ ਸਕਦੇ ਆ, ਤੇ ਜਿੰਨਾ ਕੁ ਆਪਾਂ ਕਰ ਸਕਦੇ ਉਹਨਾਂ ਤਾਂ ਕਰ ਹੀ ਸਕਦੇ ਹਾਂ ਬਸ। ਚਲੋ, ਬਹੁਤ ਬਹੁਤ ਧੰਨਵਾਦ ਸਵਰਨਜੀਤ ਸਿੰਘ ਜੀ। ਤੇ ਮੈਂ ਕਹਾਂਗਾ ਕੈਮਰਾ ਪਰਸਨ ਇੱਕ ਵਾਰ ਇਹਨਾਂ ਦੀ ਟੀਮ ਵੱਲ ਵੀ ਕੈਮਰਾ ਜ਼ਰੂਰ ਮਾਰੇ, ਕਿਉਂਕਿ ਪੂਰੇ ਟੀਮ ਮੈਂਬਰਸ ਹਾਲੇ ਨਹੀਂ, ਜਿਹੜੇ ਇੱਥੇ ਹੈਗੇ ਵੀ ਨਹੀਂ, ਉਹ ਕੱਲਾ ਟੀਮ ਮੈਂਬਰ ਮੈਂ ਕਹਾਂਗਾ 100 ਦੇ ਬਰਾਬਰ ਹੈ। ਜਿੰਨੀ ਸੇਵਾ ਹੁੰਦੀ ਹੈ ਉਨੀ ਸੇਵਾ ਕੀਤੀ ਜਾ ਰਹੀ ਹੈ। ਤੇ ਬਾਕੀ ਨਵਜੋਤ ਭਾਜੀ ਨੂੰ ਵੀ ਅੱਜ ਜ਼ਰੂਰ ਅਸੀਂ ਮਿਸ ਕੀਤਾ ਹੈ, ਉਹ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਦੇਵੇ। ਤੇ ਅਮਨ ਮਨਕੂ ਭਾਜੀ ਹੋਣੀ ਜਿਹੜੇ ਅਮਰੀਕਾ ਬੈਠੇ ਨੇ, ਇਹਨਾਂ ਦੀ ਟੀਮ ਦਾ ਹਿੱਸਾ ਨੇ, ਉਹਨਾਂ ਨੂੰ ਵੀ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ, ਕਿਉਂਕਿ ਜੋ ਸੇਵਾ ਇਹ ਕਰ ਰਹੇ ਨੇ। ਤੇ ਸਭ ਤੋਂ ਵੱਡੀ ਗੱਲ, ਕੋਈ ਵੀ ਸ਼ਖਸ ਉਂਗਲ ਚੱਕ ਕੇ ਨਹੀਂ ਕਹਿ ਸਕਦਾ ਵੀ ਤੁਸੀਂ 2 ਨੰਬਰ ਦਾ ਕੰਮ ਕਰ ਰਹੇ ਹੋ, ਤੁਸੀਂ ਪੈਸਿਆਂ ਦੇ ਵਿੱਚ ਹੇਰਾਫੇਰੀ ਕੀਤੀ ਹੈ, ਤੁਸੀਂ ਕਿਤੇ ਟਾਂਕਾ ਲਾਇਆ ਹੈ। ਕਾਗਜ਼ੀ ਕਾਰਵਾਈ ਮੁਕੰਮਲ ਹੈ, ਤੇ ਜੋ ਸੇਵਾ ਇਹ ਕਰ ਰਹੇ ਨੇ ਉਹ ਤੁਸੀਂ ਵੀ ਦੇਖੀ ਹੈ। ਭਾਜੀ ਹੁਣ ਦਾ ਦਾਵਾ ਹੈ, ਤੇ ਮੈਂ ਵੀ ਅੱਜ ਤੱਕ ਕਦੇ ਨਹੀਂ ਸੁਣਿਆ ਕਿ ਸਾਡੇ ਦੇਸ਼ ਦੇ ਵਿੱਚ ਕੋਈ ਵੀ NGO ਜਾਂ ਕੋਈ ਵੀ ਬੰਦਾ ਡੈਡ ਸੋਲਸ ਨੂੰ ਠੀਕ ਕਰਦਾ ਹੋਵੇ ਜਾਂ ਇਸ ਬਿਮਾਰੀ ਦੇ ਪੀੜਤ ਲੋਕਾਂ ਦੀ ਸੇਵਾ ਕਰਦਾ ਹੋਵੇ। ਤਾਂ ਮੈਂ ਇਹਨਾਂ ਨੂੰ ਸਲਾਮ ਹੈ, ਤੇ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਵੀ ਦੇਵੇ, ਇਹਨਾਂ ਨੂੰ ਸਤਬੁੱਧੀ ਦੇਵੇ, ਤਰੱਕੀਆਂ ਵੀ ਬਖਸ਼ੇ। ਤੇ ਜਿੰਨੇ ਵੀ ਲੋਕ ਇੱਥੇ ਆਉਂਦੇ ਨੇ, ਪਰਮਾਤਮਾ ਉਹਨਾਂ ਨੂੰ ਤੰਦਰੁਸਤ ਕਰਕੇ ਭੇਜੇ। ਤੇ ਕਿਉਂਕਿ ਕਈ ਤੰਦਰੁਸਤ ਹੋਏ ਵੀ ਨੇ, ਤੁਹਾਨੂੰ ਦਿਖਾਏ ਵੀ ਨੇ, ਤੇ ਕਈਆਂ ਦੇ ਨਾਲ ਕੋਸ਼ਿਸ਼ ਕਰਾਂਗੇ ਅਸੀਂ ਮਿਲ ਕੇ ਉਹਨਾਂ ਦੇ ਨਾਲ ਤੁਹਾਨੂੰ ਉਹਨਾਂ ਦੀ ਹੱਡਬੀਤੀ ਵੀ ਸੁਣਾਈਏ, ਕਿਵੇਂ ਜ਼ਿੰਦਗੀ ਬਦਲਦੀ ਹੈ ਮਨੁੱਖਤਾ ਦੀ ਸੇਵਾ, ਰੱਬ ਦੀ ਸੇਵਾ ਦੇ ਵਿੱਚ ਆਉਣ ਤੋਂ ਬਾਅਦ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ, ਅਮਨਦੀਪ ਸਿੰਘ, ਦ ਖਬਰਸਾਰ, ਮੋਹਾਲੀ।